ਤਾਂ ਪੈਲੋਸੀ ਵਿਜ਼ਿਟ ਜਿਹੜੀ ਆ ਹੋਈ ਹੈ, ਨੈਂਸੀ ਪੈਲੋਸੀ ਦੀ ਵਿਜ਼ਿਟ ਹੋਈ ਹੈ, ਚਾਈਨਾ ਨੂੰ ਉਸ ਤੋਂ ਕੀ ਇਤਰਾਜ਼ ਹੈ? ਪਹਿਲੀ ਗੱਲ ਤਾਂ ਚੀਨ ਇਹ ਮੰਨਦਾ ਹੈ, ਜਿਹੜਾ ਪੀਪਲਸ ਰਿਪਬਲਿਕ ਆਫ ਚਾਈਨਾ ਇਹ ਕਹਿੰਦਾ ਹੈ ਕਿ ਵੀ ਵਨ ਚਾਈਨਾ ਪਾਲਿਸੀ ਆ, ਇੱਕੋ ਚੀਨ ਸਾਰਾ ਇੱਕੋ, ਚਾਹੇ ਤਾਇਵਾਨ ਆ ਚਾਹੇ ਕੁਛ ਵੀ ਆ, ਉਹ ਸਾਰਾ ਇੱਕੋ ਹੋਣਾ ਚਾਹੀਦਾ। ਉਹ ਇੱਕ ਤਰ੍ਹਾਂ ਅਮਰੀਕਾ ਚਾਹੁੰਦਾ ਕਿ ਮੈਂ ਇਹਨੂੰ ਬੰਨ੍ਹ ਲਾ ਦਾਂ, ਚੀਨ ਨੂੰ ਵਧਣ ਨਾ ਦੇਵਾਂ, ਡੈਮੋਕ੍ਰੈਟਿਕ ਤੇ ਲਿਬਰਲਾਈਜ਼ਡ ਵਰਲਡ ਲਿਆਵਾਂ। ਚਾਈਨਾ ਕਹਿੰਦਾ ਵੀ ਮੇਰੀ ਆਈਡੀਓਲੋਜੀ, ਮੇਰੀ ਸੱਭਿਅਤਾ, ਪਹਿਲਾਂ ਉਹ ਕਮਿਊਨਿਸਟ ਥਾਟ ਸੀ, ਹੁਣ ਮੇਰੀ ਥਾਟ ਤੇ ਮੇਰੀ ਉਹ ਵਧਾਵਾਂ। ਸੋ ਇਹ ਬੇਸਿਕ ਕਨਫਲਿਕਟ ਹੈ। ਜੋ ਅਮਰੀਕਾ ਹੈਗਾ ਪਹਿਲਾਂ ਇੱਕ ਕਨਫਲਿਕਟ ਕ੍ਰੀਏਟ ਕਰਦਾ, ਇੱਕ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ, ਫਿਰ ਜਿਹੜਾ ਉਸ ਏਰੀਆ ਦੇ ਵਿੱਚ ਡੋਮੀਨੈਂਸ ਦੀ ਕੋਸ਼ਿਸ਼ ਕਰਦਾ। ਕੀ ਚਾਈਨਾ ਨੂੰ ਇਹੀ ਲੱਗਦਾ ਕਿ ਤਾਈਵਾਨ ਦੇ ਵਿੱਚ ਅਗਰ ਅਮਰੀਕਾ ਦਾ ਇਨਫਲੂਐਂਸ ਜ਼ਿਆਦਾ ਵੱਧਦਾ ਹੈ ਤਾਂ ਉਸ ਦੇ ਲਈ ਖਤਰਾ ਹੋਏਗਾ? ਇਹਨੇ ਵੀ ਸਾਮਰਾਜ ਫੈਲਾਉਣਾ ਆਪਦਾ ਜਾਂ ਤਾਕਤ ਫੈਲਾਉਣੀ ਹੈ, ਚਾਹੇ ਉਹ ਰੂਸ ਸੀਗਾ, ਚਾਹੇ ਉਹ ਤੋਂ ਪਹਿਲਾਂ ਅੰਗਰੇਜ਼ ਸੀਗੇ, ਉਹਨਾਂ ਦਾ ਇਹ ਰਿਹਾ ਕਿ ਇੱਥੇ ਕੋਈ ਕਨਫਲਿਕਟ ਛੱਡ ਜਾਓ। ਰਸ਼ੀਆ ਜਿਹੜਾ ਜ਼ਿਆਦਾਤਰ ਚਾਈਨਾ ਦੇ ਜਾਂ ਤਾਈਵਾਨ ਦੇ ਸੰਦਰਭ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਬੋਲਿਆ ਹੈਗਾ ਪਹਿਲਾਂ, ਔਰ ਪਹਿਲੀ ਵਾਰ ਜਿਹੜਾ ਉਹਨਾਂ ਨੇ ਇੰਟਰਫੇਰੈਂਸ ਕੀਤੀ ਹੈਗੀ ਹੈ। ਰਸ਼ੀਆ ਤੇ ਚਾਈਨਾ ਦੀਆਂ ਕਈ ਸਿੰਬੋਟਿਕ ਟਾਈਜ਼ ਹੈਗੀਆਂ। ਪਹਿਲਾਂ ਵੀ ਜਦੋਂ ਕਿਸੇ ਸਮੇਂ ਦੇ ਵਿੱਚ ਭਾਰਤ ਵੀ ਰੂਸ ਦੇ ਕਲੋਜ਼ ਹੁੰਦਾ ਸੀ, ਉਦੋਂ ਵੀ ਇੱਕ ਵਾਰੀ ਜਦੋਂ ਸਿਚੁਏਸ਼ਨ ਆਈ ਸੀ ਤਾਂ ਰੂਸ ਨੇ ਕਿਹਾ ਸੀਗਾ ਕਿ ਵੀ ਇਹ ਚੀਨ ਮੇਰਾ ਭਰਾ ਹੈ, ਭਾਰਤ ਮੇਰਾ ਦੋਸਤ ਆ। ਸਾਊਥ ਚਾਈਨਾ ਸੀ ਹੈਗਾ, ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਵਿਵਾਦਾਂ ਦੇ ਵਿੱਚ ਰਿਹਾ ਹੈਗਾ। ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਚੀਨ ਨੇ ਆਰਟੀਫਿਸ਼ੀਅਲ ਆਈਲੈਂਡ ਵੀ ਬਿਲਡ ਕੀਤੇ ਨੇ ਔਰ ਕਿਤੇ ਨਾ ਕਿਤੇ ਆਪਣੀ ਮਿਲਟਰੀ ਦੀ ਜਾਂ 에ਅਰ ਬੇਸਿਸ ਨੇ ਜਿਹੜੇ ਉੱਥੇ ਡਿਪਲੋਏ ਕੀਤੇ ਹੋਏ ਨੇ। ਦੇਖੋ ਜੀ, ਜਦੋਂ ਵੀ ਕਿਸੇ ਕੰਟਰੀ ਦਾ ਜਾਂ ਕਿਸੇ ਕਿਲੇ ਦਾ ਜਾਂ ਕਿਸੇ ਖਿੱਤੇ ਦਾ ਡਿਫੈਂਸ ਕਰਨਾ ਹੁੰਦਾ ਤਾਂ ਉਹਦੇ ਮੋਟੇ ਤੌਰ ਤੇ ਦੋ ਤਰੀਕੇ ਹੁੰਦੇ। ਇੱਕ ਡਿਫੈਂਸ ਇਹ ਹੁੰਦਾ ਕਿ ਆਪਾਂ ਕੋਈ ਜਿਵੇਂ ਤੁਸੀਂ ਕਦੀ ਕਿਲਾ ਵੇਖਿਆ ਹੋਵੇ, ਲਾਲ ਕਿਲਾ ਹੀ ਵੇਖ ਲਓ, ਉਹਦੇ ਬਾਹਰ ਇੱਕ ਨਹਿਰ ਜੀ ਪੱਟੀ ਤੇ ਨਹਿਰ ਦੇ ਬਿਯੋਂਡ ਇੱਕ ਲੰਬਾ ਮੈਦਾਨ ਛੱਡਿਆ ਹੋਇਆ ਖਾਲੀ ਦੂਰੀ ਹੈ। ਤਾਂ ਡਿਫੈਂਸ ਦੇ ਮੋਟੇ ਦੋ ਤਰੀਕੇ ਹੁੰਦੇ ਆ ਕਿ ਤੁਸੀਂ ਬਹੁਤ ਖੁੱਲੀ ਥਾਂ ਤੁਹਾਡੇ ਸਾਹਮਣੇ ਪਈ ਹੋਵੇ ਜਾਂ ਇੱਕ ਟੋਆ ਪੱਟਿਆ ਹੋਵੇ। ਦੇਸ਼ਾਂ ਦੇ ਡਿਫੈਂਸ ਵੀ ਆਏ ਹੁੰਦੇ ਆ, ਖਿੱਤਿਆਂ ਦੇ ਡਿਫੈਂਸ ਵੀ ਆਏ ਹੁੰਦੇ ਆ, ਕੰਟੀਨੈਂਟਸ ਦੇ ਡਿਫੈਂਸ ਵੀ ਆਏ ਹੁੰਦੇ ਆ। ਈਵਨ ਕਿ ਪਿਛਲੇ ਦਿਨਾਂ 'ਚ ਇਹ ਵੀ ਤੱਥ ਚੀਨ ਦੇ ਵੱਲੋਂ ਜ਼ਾਹਰ ਕੀਤੇ ਗਏ ਨੇ। ਹਾਲਾਂਕਿ ਇੰਡੀਆ ਜਿਹੜਾ ਕਹਿੰਦਾ ਕਿ ਸਭ ਤੋਂ ਜ਼ਿਆਦਾ ਅਗਰ ਟ੍ਰੇਡ ਰਿਲੇਸ਼ਨਸ ਨੇ ਚਾਈਨਾ ਦੇ ਤਾਂ ਯੂਐਸ ਦੇ ਨਾਲ ਨੇ, ਜਦਕਿ ਚੀਨ ਕਹਿੰਦਾ ਕਿ ਹੁਣ ਕਿ ਸਭ ਤੋਂ ਜ਼ਿਆਦਾ ਅਗਰ ਟ੍ਰੇਡ ਰਿਲੇਸ਼ਨ ਹੋ ਰਿਹਾ ਤਾਂ ਉਹ ਇੰਡੀਆ ਦੇ ਨਾਲ ਹੋ ਰਿਹਾ। ਚਾਈਨਾ ਇੰਡੀਆ ਦਿੱਤਾ ਜੀ ਉਹਦਾ ਰੀਜ਼ਨ ਵੀ ਆ, ਪਰ ਉਹ ਕੋਈ ਐਡਾ ਚੰਗਾ ਟ੍ਰੇਡ ਰਿਲੇਸ਼ਨ ਨਹੀਂ, ਬਿਕਾਜ਼ ਡੈਫਿਸਿਟ ਜਿਹੜਾ ਉਹ ਚਾਈਨਾ ਦੇ ਐਡਵਾਂਟੇਜ 'ਚ ਜਾਂਦਾ ਹੈਗਾ। ਚਾਈਨਾ ਤੋਂ ਜ਼ਿਆਦਾ ਸਮਾਨ ਆਉਂਦਾ, ਆਪਣਾ ਘੱਟ ਜਾਂਦਾ ਹੈ। ਕੀ ਰੂਸ ਨੂੰ ਕੋਈ ਫਾਇਦਾ ਦਿਸਦਾ ਇਸ ਦੇ ਵਿੱਚ, ਜਾਂ ਫਿਰ ਇੱਕ ਵਕਤੀ ਤੌਰ ਤੇ ਕਿ ਠੀਕ ਹੈ ਅਮਰੀਕਾ ਨਾਲ ਉਹਦੀ ਟੈਨਸ਼ਨ ਤਾਂ ਚੱਲ ਹੀ ਰਹੀ ਹੈ ਯੂਕਰੇਨ ਦੇ ਵਿੱਚ, ਕਿ ਥੋੜਾ ਜਿਹਾ ਬਿਆਨਬਾਜ਼ੀ ਇਸ ਦੇ ਉੱਪਰ ਹੋ ਜਾਵੇ ਬਸ? ਇੱਕ ਹੋਰ ਗੱਲ ਆ, ਅਮਰੀਕਾ ਠੀਕ ਆ ਬਹੁਤ ਪਾਵਰਫੁਲ ਮੁਲਕ ਆ, ਬਟ ਜਿਹੜੇ ਵੱਡੇ ਮੁਲਕ ਆ, ਜਿਹੜੇ ਵੱਡੇ ਸਾਮਰਾਜ ਆ ਵਰਲਡ ਦੇ ਵਿੱਚ ਜਿਹੜੇ ਖਤਮ ਹੋਏ ਆ, ਉਹ ਕਈ ਵਾਰੀ ਜ਼ਿਆਦਾ ਫਰੰਟ ਖੋਲਣ ਕਰਕੇ ਵੀ ਖਤਮ ਹੋਏ। ਉਹਨੇ ਇੱਕੋ ਟਾਈਮ ਤੇ ਬਹੁਤ ਜ਼ਿਆਦਾ ਪਾਸੇ ਲੜਾਈ ਛੇੜ ਲਈ। ਜਿਵੇਂ ਹਿਟਲਰ ਸੀ, ਉਹਨੇ ਵੀ ਦੋ ਫਰੰਟ ਖੋਲ ਲਏ। ਇਹ ਆ ਕਿ ਰਸ਼ੀਆ ਕਲੇਮ ਕਰਦਾ ਯੂਕਰੇਨ ਸਾਡਾ ਹਿੱਸਾ ਸੀ, ਤੇ ਕਿਸੇ ਟਾਈਮ ਸੋਵੀਅਤ ਰਸ਼ੀਆ ਦਾ ਉਹ ਹਿੱਸਾ ਰਿਹਾ ਵੀ ਹੈ। ਸੋਵੀਅਤ ਰਸ਼ੀਆ ਦਾ ਹਿੱਸਾ ਰਿਹਾ ਤੇ ਐਥਨਿਸਿਟੀ ਵੀ ਸੇਮ, ਐਕਸੈਂਟ ਵੀ ਹੁੰਦਾ ਰਿਹਾ। ਪਰ ਤਾਇਵਾਨ ਦੇ ਕੇਸ 'ਚ ਥੋੜੀ ਕਲੈਰਿਟੀ ਜ਼ਿਆਦਾ ਹੈ, ਮਤਲਬ ਕਿ ਚਾਈਨਾ ਨੇ ਕਦੀ ਵੀ ਪੀਪਲਸ ਰਿਪਬਲਿਕ ਆਫ ਚਾਈਨਾ ਨੇ ਤੇ ਲਾਰਜਲੀ ਵਰਲਡ ਨੇ ਵੀ ਹਮੇਸ਼ਾ ਮੰਨਿਆ ਕਿ ਵੀ ਤਾਇਵਾਨ ਜਿਹੜਾ ਹੈਗਾ ਉਹ ਚੀਨ ਦਾ ਹੀ ਇੱਕ ਪ੍ਰੋਵਿੰਸ ਹੈ, ਜਾਂ ਫੋਰਮੋਸਾ ਜਿਹੜਾ ਉਹ ਚੀਨ ਦਾ ਹੀ ਇੱਕ ਹਿੱਸਾ ਹੈ। ਤੇ ਉਹ ਅਲੈਗਜ਼ੈਂਡਰੀਆ ਦੇ ਪੋਰਟ ਤੇ ਬੈਠਾ ਸੀ। ਉਦੋਂ ਅਲੈਗਜ਼ੈਂਡਰੀਆ ਨਹੀਂ ਕਹਿੰਦੇ ਸੀ, ਅਲੈਗਜ਼ੈਂਡਰ ਬਾਅਦ 'ਚ ਹੋਇਆ। ਤਾਂ ਅਲੈਗਜ਼ੈਂਡਰੀਆ ਦੇ ਪੋਰਟ ਤੇ ਉਹ ਬੈਠਾ ਦੇਖ ਰਿਹਾ ਸੀ, ਉਹਨੂੰ ਕੁਝ ਹੋਰ ਕਹਿੰਦੇ ਹੋਣੇ ਉਸਨੇ ਉਸ ਪੋਰਟ ਨੂੰ। ਤਾਂ ਉਹਦੀਆਂ ਸ਼ਿਪਸ ਜਾ ਰਹੀਆਂ ਸੀਗੀਆਂ ਨੇਪੀਅਨਸ ਉਸ ਸੀ ਦੇ ਵਿੱਚ। ਤਾਂ ਉਹ ਰੋਣ ਲੱਗ ਗਿਆ, 18 ਸਾਲ ਦਾ ਹੀ ਮੁੰਡਾ ਸੀ। ਜਦੋਂ ਰੋਣ ਲੱਗਿਆ ਤਾਂ ਉਹਦਾ ਜਿਹੜਾ ਚਾਚਾ ਸੀ, ਉਹਨੂੰ ਦੇਖ ਰੇਖ ਵਜ਼ੀਰ ਸੀ ਉਹਦਾ, ਤੇ ਉਹਨੇ ਪੁੱਛਿਆ ਵੀ ਕਿਉਂ ਰੋਣਾ? ਉਹ ਕਹਿੰਦਾ ਵੀ ਅੱਜ ਤੱਕ ਇੰਨੀ ਤਾਕਤ ਕਿਸੇ ਰਾਜੇ ਨੇ ਦੁਨੀਆ ਤੇ ਵੇਖੀ ਨਹੀਂ, ਤੇ ਹੋ ਸਕਦਾ ਹੈ ਜਾਂਦੇ ਹੀ ਖਤਮ ਹੋ ਜਾਵੇ। ਕੀ ਇਹੀ ਚਾਲ ਹੁਣ ਤਾਈਵਾਨ ਵੱਲ ਦੀ ਹੈਗੀ ਹੈ ਅਮਰੀਕਾ ਦੀ, ਕਿ ਤਾਈਵਾਨ ਦੇ ਮੋਢੇ ਤੇ ਬੰਦੂਕ ਰੱਖ ਕੇ ਚਾਈਨਾ ਤੇ ਗੋਲੀ ਚਲਾਈ ਜਾਵੇ, ਤਾਂ ਕਿ ਚਾਈਨਾ ਅਗਰ ਇਨਵੋਲਵ ਹੁੰਦਾ
ਤਾਂ ਚਾਈਨਾ ਇੱਕ ਵੱਡੀ ਇਕਨੋਮੀ ਹੈਗੀ ਹੈ ਦੁਨੀਆ ਦੀ, ਤਾਂ ਉਹ ਜੰਗ ਦੇ ਵਿੱਚ ਇਨਵੋਲਵ ਹੋਣ ਦੇ ਨਾਲ ਉਸ ਦੀ ਇਕਨੋਮੀ ਡਾਊਨ ਹੋ ਸਕਦੀ ਹੈ। ਇਸੇ ਤਰੀਕੇ ਨਾਲ ਅਮਰੀਕਾ ਨੇ ਇੱਕ ਏਸਿਮੈਟ੍ਰਿਕ ਵਾਰਫੇਅਰ ਦੀ ਜਿਹੜੀ ਸਟ੍ਰੈਟਜੀ ਹੈਗੀ ਆ ਉਹ ਤਾਇਵਾਨ 'ਚ ਵੀ ਤਿਆਰ ਕੀਤੀ ਵੀ, ਉਹਨੂੰ ਤਾਇਵਾਨ ਦੀ ਪੋਰਕਿਊਪਾਈਨ ਸਟ੍ਰੈਟਜੀ ਕਹਿੰਦੇ ਆ। ਉਹਦੇ ਵਿੱਚ ਉਹਨਾਂ ਨੇ ਇਹ ਵੇਖਿਆ ਕਿ ਵੀ ਜਿਹੜਾ ਚੀਨ ਹੈਗਾ, ਜੇ ਉਹ ਹਮਲਾ ਕਰ ਦਿੰਦਾ ਤਾਇਵਾਨ ਦੇ ਉੱਤੇ ਤਾਂ ਉਹ ਹਮਲਾਵਰ ਤਾਂ ਹੋ ਜਾਊਗਾ, ਉਹ ਆ ਵੀ ਜਾਊਗਾ, ਬਟ ਤਾਈਪਾਈ ਜਿਹੜਾ ਉਹਨਾਂ ਦਾ ਕੈਪੀਟਲ ਆ, ਇੱਕ ਤਾਂ ਉਹਨੂੰ ਕੈਪਚਰ ਕਰਨ 'ਚ ਉਹਦੇ ਬਹੁਤ ਲਾਸਿਸ ਹੋ ਜਾਣਗੇ। ਤਾਇਵਾਨ ਪੀਸਫੁਲੀ ਗਿਵਨ ਨਹੀਂ ਕਰੂਗਾ, ਉਹ ਲਾਸਟ ਰਾਈਟ ਤੱਕ ਆ ਕੇ ਡੈਮੋਕ੍ਰੈਟਿਕ ਰਾਈਟਸ ਤੱਕ ਲੜਨਗੇ ਤੇ ਉਹਦੇ ਵਿੱਚ ਚੀਨ ਉਲਝ ਵੀ ਸਕਦਾ। ਤੇ ਚੀਨ ਦੀ ਜਿਹੜੀ ਸਾਰੀ ਗੱਲ ਆਪਾਂ ਕੀਤੀ ਨਾ ਸਾਊਥ ਚਾਈਨਾ ਸੀ ਦੇ ਵਿੱਚ, ਉੱਥੇ ਉਹ ਸਾਰੇ ਮੁਲਕਾਂ ਨੂੰ ਹੁਣ ਸਾਈਡ ਲੈਣੀ ਪਊਗੀ। ਜਿਹੜੇ ਕਈ ਮੁਲਕ ਆ ਜਿਹੜੇ ਹਲੇ ਚੁੱਪ ਕਰਕੇ ਬੈਠੇ ਹੈਗੇ ਆ ਕਿ ਵੀ ਜਿਹੜੇ ਡਰਦੇ ਆ ਕਿ ਵੀ ਕਿਹੜੀ ਸਾਈਡ ਨੂੰ ਅਸੀਂ ਨਾ ਹੀ ਸਾਨੂੰ ਕਿਸੇ ਲੜਾਈ 'ਚ ਪਾਓ, ਤਾਂ ਉਹਨਾਂ ਨੂੰ ਕੋਈ ਨਾ ਕੋਈ ਸਾਈਡਸ ਲੈਣੀਆਂ ਪੈਣਗੀਆਂ। ਤੇ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦਾ ਅਗਰ ਕੋਈ ਪੱਕਾ ਦੋਸਤ ਹੈ ਤਾਂ ਉਹ ਕੌਣ ਹੈ? ਕਿਉਂਕਿ ਇਹ ਗੱਲਾਂ ਤਾਂ ਚੱਲਦੀਆਂ ਨੇ ਕਿ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਬਹੁਤ ਅੱਛੇ ਸੰਬੰਧ US ਦੇ ਨਾਲ ਹੋ ਗਏ ਆ, ਪਰ ਅੱਜ ਦੀ ਘੜੀ ਵੀ 2022 ਦੀ ਵੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਪਾਰਟਨਰ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦਾ ਕੌਣ ਹੈ? ਪਾਕਿਸਤਾਨ ਜਿਹੜਾ ਹੈਗਾ ਜੀ ਉਹ ਪਿਵਟ ਸਟੇਟ ਹੈਗੀ ਹੈ ਇਸ ਟਾਈਮ, ਕਿ ਉਹ ਸਾਰਿਆਂ ਵਾਸਤੇ ਇੰਪੋਰਟੈਂਟ ਆ ਤੇ ਇੱਕ ਧੁਰਾ ਬਣਿਆ ਹੋਇਆ ਸਾਰਿਆਂ ਦਾ। ਉਹਦੇ ਕੀ ਆ, ਪਿਵਟ ਮਤਲਬ ਸੈਂਟਰ ਆਫ ਪਲੇਸ 'ਚ ਬੈਠਾ ਹੈਗਾ। ਉਹ ਰਸ਼ੀਅਨ ਫੋਰਨ ਪਾਲਿਸੀ ਵਾਸਤੇ ਵੀ ਇੰਪੋਰਟੈਂਟ ਆ, ਉਹ ਚਾਈਨੀਜ਼ ਵਾਸਤੇ ਵੀ ਇੰਪੋਰਟੈਂਟ ਆ, ਉਹ ਅਮਰੀਕਨ ਵਾਸਤੇ ਵੀ ਇੰਪੋਰਟੈਂਟ ਆ। ਜਿਵੇਂ ਜਿਵੇਂ ਰਸ਼ੀਆ ਦੁਬਾਰਾ ਸਟਰੋਂਗ ਹੋਣਾ ਸ਼ੁਰੂ ਹੋਇਆ ਤਾਂ ਭਾਰਤ ਰਸ਼ੀਅਨ ਖੇਮੇ 'ਚ ਨਹੀਂ ਗਿਆ, ਤੁਸੀਂ ਇਹ ਕਹਿ ਲਓ ਉਹਨੇ ਇਕੁਇਡਿਸਟੈਂਟ ਹੋ ਕੇ ਉਹਨੇ ਆਪਦੇ ਆਪ ਨੂੰ ਨੌਨ ਅਲਾਈਨਡ ਪੋਰਟਰੇ ਕੀਤਾ ਵੀ ਨਾ ਮੈਂ ਤੇਰੇ ਨਾਲ ਨਾ ਮੈਂ ਉਹਦੇ ਨਾਲ, ਬਟ ਮਿਲੀਟੈਰਲੀ ਕਿਤੇ ਹੱਦ ਤੱਕ ਰਸ਼ੀਆ ਤੇ ਡਿਪੈਂਡੈਂਟ ਰਹਿੰਦਾ ਭਾਰਤ, ਬਿਕੋਜ਼ 70% ਜਿਹੜਾ ਭਾਰਤੀ ਆਰਮਾਮੈਂਟ ਆ, ਹਥਿਆਰ ਆ, ਉਹ ਰਸ਼ੀਆ ਤੋਂ ਲਿਆ ਜਾਂਦਾ ਹੈ। ਜੇ ਫੋਰ ਐਗਜ਼ਾਮਪਲ ਅਫਗਾਨ ਸੀਗੇ, ਅਫਗਾਨ ਸਿੱਖਾਂ ਨਾਲ ਲੜਦੇ ਰਹਿੰਦੇ ਸੀਗੇ, ਪਰ ਜਦੋਂ ਬ੍ਰਿਟਿਸ਼ ਦਾ ਮਸਲਾ ਆ ਜਾਂਦਾ ਸੀ ਉਦੋਂ ਅਫਗਾਨ ਇੰਟਰਨਲੀ ਸਪੋਰਟ ਕਰਨ ਨੂੰ ਤਿਆਰ ਸੀ ਸਿੱਖ ਰਾਜ। ਜੋ ਅੰਡਰ ਕਰੰਟਸ ਨੇ, ਜੋ ਜੀਓਪੋਲਿਟਿਕਸ ਦੇ ਅੰਡਰ ਕਰੰਟਸ ਨੇ, ਕਿਉਂਕਿ ਬਾਰ-ਬਾਰ ਇਹ ਗੱਲਾਂ ਚੱਲਦੀਆਂ ਕਿ ਥਰਡ ਵਰਲਡ ਵਾਰ ਦੀ ਗੱਲ ਚੱਲਦੀ ਹੈ, ਜੀਓਪੋਲਿਟਿਕਸ ਦੇ ਅੰਡਰ ਕਰੰਟਸ ਕੀ ਕਹਿੰਦੇ ਨੇ? ਵੈਸੇ ਇਹ ਆ ਕਿ ਇਤਿਹਾਸ ਇਹ ਕਹਿੰਦਾ ਹੈ ਕਿ ਵੀ ਜਦੋਂ ਫਸਟ ਵਰਲਡ ਵਾਰ ਲੱਗੀ ਆ ਉਦੋਂ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਸੀਗੀਆਂ ਕਿ ਵੀ ਜੰਗ ਲੱਗਣੀ ਹੈ ਕਿ ਨਹੀਂ, ਤੇ ਇਹ ਕਿਹਾ ਜਾਂਦਾ ਸੀ ਵੀ ਹੁਣ 1000 ਸਾਲ ਜੰਗ ਨਹੀਂ ਲੱਗੂਗੀ ਤੇ ਹੁਣ ਤਾਂ ਸ਼ਾਂਤੀ, ਅਮਨ ਸ਼ਾਂਤੀ ਆ। ਇਹ ਹਲੇ ਕੋਈ ਜਿਵੇਂ ਆਪਣੇ ਵਰਗੇ ਗੱਲਾਂ ਹੀ ਕਰਦੇ ਸੀ ਜਾਂ ਹੋਰ ਵੀ ਕੰਟਰੀਜ਼ ਇਹ ਗੱਲਾਂ ਕਰਦੀਆਂ ਸੀ। ਤੇ ਆਰਕ ਡਿਊਕ ਫਰਡੀਨੈਂਡ ਦਾ ਸਰਬੀਆ 'ਚ ਕਤਲ ਹੁੰਦਾ ਤੇ ਉਹ ਸਾਰੇ ਇੱਕ ਦੂਜੇ ਨਾਲ ਲੜ ਪਏ, ਫਲੇਅਰ ਹੋ ਗਿਆ। ਬਟ ਇਹ ਕਿਹਾ ਗਿਆ ਕਿ ਜਦੋਂ ਵੀ ਕਨਫਰੰਟਰੇਸ਼ਨ ਇਸ ਲੈਵਲ ਦੀ ਹੋ ਜੇ, ਜਦੋਂ ਜਿਸ ਲੈਵਲ ਦੀ ਹੁਣ ਚੀਨ ਦੀ ਤੇ ਅਮਰੀਕਾ ਦੀ ਹੋਈ ਹੈ ਤਾਇਵਾਨ ਦੇ ਵਿੱਚ, ਜਾਂ ਤਾਇਵਾਨ ਦੀ ਤੇ ਚੀਨ ਦੀ ਹੋ ਗਈ ਹੈ, ਤਾਂ ਜੰਗ ਹਮੇਸ਼ਾ ਲੱਗਦੀ ਆ ਉੱਥੇ, ਇਹ ਇਤਿਹਾਸ ਕਹਿੰਦਾ ਆਪਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਹਾਂ ਬਲਦੀਪ ਸਿੰਘ। ਇੱਕ ਰਾਜਨੀਤੀ ਹੁੰਦੀ ਹੈ ਤੇ ਇੱਕ ਭੂ ਰਾਜਨੀਤੀ ਹੁੰਦੀ ਹੈ, ਪੋਲਿਟਿਕਸ ਔਰ ਜੀਓਪੋਲਿਟਿਕਸ। ਪੋਲਿਟਿਕਸ ਹੈ ਜਿਹੜੀ ਉਹ ਉਸ ਦੇ ਤਹਿਤ ਜੋ ਲੀਡਰ ਨੇ ਤੁਹਾਡੇ ਦਰਾਂ ਤੱਕ ਆਉਂਦੇ ਨੇ, ਵੋਟਾਂ ਮੰਗਦੇ ਨੇ, ਪਾਵਰ ਹਾਸਲ ਕਰਦੇ ਨੇ ਔਰ ਤੁਹਾਡੇ ਉੱਪਰ ਰਾਜ ਕਰਦੇ ਨੇ। ਪਰ ਜੀਓਪੋਲਿਟਿਕਸ ਹੈ ਜਿਹੜੀ ਉਹ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਮੁਲਕਾਂ ਨੇ ਆਪਣਾ ਡੋਮੀਨੈਂਸ, ਆਪਣਾ ਦਬਦਬਾ ਕਿਵੇਂ ਕਾਇਮ ਕਰਨਾ ਹੈ, ਇਸ ਦੇ ਉੱਪਰ ਨਿਰਭਰ ਕਰਦੀ ਹੈ। ਪੋਲਿਟਿਕਸ ਵੀ ਤੁਹਾਡੇ ਉੱਪਰ ਅਸਰ ਪਾਉਂਦੀ ਹੈ, ਪਰ ਜੀਓਪੋਲਿਟਿਕਸ ਵਿਆਪਕ ਪੱਧਰ ਹੈ ਜਿਹੜਾ ਉਹ ਵੱਖ-ਵੱਖ ਮੁਲਕਾਂ ਤੇ ਮੁਲਕਾਂ ਦੀਆਂ ਸਰਹੱਦਾਂ ਦੇ ਉੱਪਰ ਪਾਉਂਦੀ ਹੈ। ਗੱਲਬਾਤ ਜੀਓਪੋਲਿਟਿਕਸ ਦੀ ਕਰਾਂਗੇ ਔਰ ਗੱਲਬਾਤ ਕਰਾਂਗੇ ਜਿਹੜਾ ਤਾਜ਼ਾ ਮਸਲਾ ਤਾਈਵਾਨ ਦਾ ਛਿੜਿਆ ਹੋਇਆ ਹੈ, ਜੋ ਕਿ ਨੈਂਸੀ ਪੈਲੋਸੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਅਮਰੀਕਾ ਦੇ ਉਹਨਾਂ ਦੀ ਵਿਜ਼ਿਟ ਹੋਈ ਤਾਈਵਾਨ ਦੇ ਵਿੱਚ, ਔਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਉੱਥੇ ਇੱਕ ਵਿਵਾਦ ਛਿੜਿਆ ਹੋਇਆ ਹੈ। ਤਾਈਵਾਨ ਨੇ ਜਿਹੜਾ ਜੋ ਚੀਨ ਨੇ ਜੰਗੀ ਅਭਿਆਸ ਜਿਹੜਾ ਸ਼ੁਰੂ ਕੀਤਾ ਹੋਇਆ ਤਾਈਵਾਨ ਦੇ ਸਮੁੰਦਰੀ ਖੇਤਰ ਦੇ ਲਾਗੇ ਜਿਹੜਾ ਇਹ ਅਭਿਆਸ ਚੱਲ ਰਿਹਾ ਹੈਗਾ, ਔਰ ਕਿਤੇ ਨਾ ਕਿਤੇ ਅਮਰੀਕਾ ਔਰ ਚਾਈਨਾ ਦੀ ਇਸ ਮਸਲੇ ਦੇ ਉੱਪਰ ਤਣੀ ਹੋਈ ਹੈ। ਕੀ ਗੱਲ ਹੈ, ਕੀ ਵਿਵਾਦ ਹੈ, ਇਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਜੀਓਪੋਲਿਟੀਕਲ ਮਾਹਰ ਅਜੇਪਾਲ ਸਿੰਘ ਬਰਾੜ ਉਹਨਾਂ ਦੇ ਨਾਲ ਸਾਡੇ ਨਾਲ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਰ ਜੋ ਇਹ ਮਸਲਾ ਫਿਲਹਾਲ ਛਿੜਿਆ ਹੋਇਆ ਤਾਈਵਾਨ ਦਾ, ਇਸ ਤੋਂ ਪਹਿਲਾਂ ਯੂਕਰੇਨ ਦਾ ਕਨਫਲਿਕਟ ਚੱਲ ਰਿਹਾ ਹੈਗਾ, ਰਸ਼ੀਆ ਯੂਕਰੇਨ ਦਾ, ਹੁਣ ਤਾਈਵਾਨ ਦੀ ਗੱਲ ਛਿੜੀ ਹੈਗੀ ਹੈ।
ਕੀ ਇਹ ਮਸਲਾ ਪੂਰਾ ਹੈਗਾ ਔਰ ਇਸ ਦਾ ਪਿਛੋਕੜ ਕੀ ਹੈਗਾ, ਤਾਈਵਾਨ ਦਾ ਪਿਛੋਕੜ ਕੀ ਹੈਗਾ ਜਿਸ ਨੂੰ ਲੈ ਕੇ ਜੋ ਚਾਈਨਾ ਹੈਗਾ ਉਹਨੇ ਅਭਿਆਸ ਵੀ ਸ਼ੁਰੂ ਕੀਤਾ। ਹਾਲਾਂਕਿ ਹਾਲੇ ਤੱਕ ਜੰਗ ਵਾਲੀ ਸਥਿਤੀ ਤਾਂ ਨਹੀਂ ਹੈਗੀ, ਪਰ ਇੱਕ ਖਤਰਨਾਕ ਸਥਿਤੀ ਜ਼ਰੂਰ ਬਣੀ ਹੋਈ ਹੈ। ਆਇਆ ਜੀ ਕਿ ਜਦੋਂ ਇੱਕ ਕਿੰਗ ਡਾਇਨੈਸਟੀ ਹੁੰਦੀ ਸੀ, QING ਕਿੰਗ ਡਾਇਨੈਸਟੀ ਹੁੰਦੀ ਸੀ ਚਾਈਨਾ ਦੀ, ਉਹ 1912 ਚ ਖਤਮ ਹੋਈ ਆ। ਉਹ ਬਹੁਤ ਕਮਜ਼ੋਰ ਹੋ ਗਈ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਾਪਾਨ ਬਹੁਤ ਵੱਧ ਗਿਆ ਸੀ, ਉਹਨੇ ਮਨਚੂਰੀਆ ਹੋਰ ਆਈਲੈਂਡਸ ਜਿੰਨੇ ਸੀ ਉਹ ਆਕਿਊਪਾਈ ਕਰ ਲਏ ਸੀ। ਜਿਹੜਾ ਤਾਇਵਾਨ ਹੈਗਾ, ਜਿਹਨੂੰ ਅੱਜ ਕੱਲ੍ਹ ਆਪਾਂ ਤਾਇਵਾਨ ਕਹਿੰਦੇ ਆ, ਇਹ ਫੋਰਮੋਸਾ ਕਹਿੰਦੇ ਸੀ ਇਹਨੂੰ ਆਈਲੈਂਡ ਨੂੰ। ਫੋਰਮੋਸਾ ਦਾ ਜਿਹੜਾ ਆਈਲੈਂਡ ਹੈਗਾ ਉਹ ਵੀ ਜਾਪਾਨ ਕੋਲੇ 1895 ਚ ਉਹ ਚਲਾ ਗਿਆ ਸੀਗਾ, ਮਤਲਬ ਜਾਪਾਨ ਨੇ ਆਕਿਊਪਾਈ ਕਰ ਲਿਆ ਸੀ। ਉਸ ਤੋਂ ਬਾਅਦ ਕਿਉਂਕਿ ਉਹ ਡਾਇਨੈਸਟੀ ਕਮਜ਼ੋਰ ਹੋ ਗਈ, ਉਸ ਸਮੇਂ ਚਾਈਨਾ ਬਹੁਤ ਸੁਕੜਿਆ ਹੈ। ਉਸ ਦਿਨਾਂ 'ਚ ਜਦੋਂ ਕਿੰਗ ਡਾਇਨੈਸਟੀ ਸੀ, ਉਹ ਨੇਪਾਲ ਦੇ ਵੀ ਬਹੁਤ ਏਰੀਆਜ਼ ਉਹਦੇ ਹੱਥ 'ਚ ਹੁੰਦੇ ਸੀ, ਸੁਰੇਨ ਹੁੰਦਾ ਸੀ ਉਹ ਨੇਪਾਲ ਉਹਦਾ, ਉਹ ਨਿਕਲ ਗਿਆ। ਫਿਰ ਲੇਹ ਦੇ ਆਸ-ਪਾਸ ਦੇ ਇਲਾਕੇ, ਲਦਾਖ ਦਾ ਇਲਾਕਾ, ਗਾਂ ਤਿੱਬਤ ਦੇ ਬਹੁਤ ਇਲਾਕੇ ਨਿਕਲ ਗਏ ਉਹਨਾਂ ਤੋਂ, ਲਾਸਾ ਨਿਕਲ ਗਿਆ ਉਹਨਾਂ ਦੇ ਹੱਥੋਂ। ਤਾਂ ਉਹ 1912 ਦੇ ਵਿੱਚ ਉੱਥੇ ਇੱਕ ਰੈਵੋਲੂਸ਼ਨ ਆਇਆ ਜਾਂ ਇੱਕ ਤਰ੍ਹਾਂ ਦੀ ਨਵੀਂ ਰਿਸਰਜੈਂਸ ਆਈ। ਉਹਨੂੰ ਡਾਕਟਰ ਸਾਨ ਯਾਤ ਸੈਨ ਨੇ ਇੱਕ ਰੈਵੋਲੂਸ਼ਨ ਲਿਆਂਦਾ ਤੇ ਉਹ ਪੁਰਾਣਾ ਜਿਹੜਾ ਉਹਨਾਂ ਦਾ ਮਨਾਰਕੀ ਸੀ ਉਹ ਖਤਮ ਹੋ ਗਈ ਤੇ ਇੱਕ ਰਿਪਬਲਿਕ ਆਫ ਚਾਈਨਾ ਬੌਰਨ ਹੋ ਗਿਆ। ਰਿਪਬਲਿਕ ਆਫ ਚਾਈਨਾ ਨਾਂ ਦੀ ਇੱਕ ਸਟੇਟ ਬਣ ਗਈ। ਉਹ ਜਦੋਂ ਹਲੇ ਆਪਦੇ ਫਾਰਮੇਟਿਵ ਈਅਰਸ 'ਚ ਹੀ ਸੀਗੀ ਜਾਂ ਇਹ ਸਭ ਚੱਲ ਰਿਹਾ ਸੀ, ਤਾਂ ਉਹਨਾਂ ਦਿਨਾਂ ਦੇ ਵਿੱਚ ਹੀ ਆਪਣਾ ਇਹ ਰਿਪਬਲਿਕ ਆਫ ਚਾਈਨਾ ਦੇ ਵਿੱਚ ਇੱਕ ਸਿਵਲ ਵਾਰ ਸ਼ੁਰੂ ਹੋ ਗਈ। ਸਿਵਲ ਵਾਰ ਦੇ ਚੱਲਦੇ, ਉਧਰੋਂ ਸਿਵਲ ਵਾਰ ਚੱਲ ਰਹੀ ਸੀ, ਉਧਰੋਂ ਫਸਟ ਸੈਕੰਡ ਵਰਲਡ ਵਾਰ ਆ ਗਈ, ਜਦੋਂ ਜਾਪਾਨ ਬਹੁਤ ਬੁਰੀ ਤਰ੍ਹਾਂ ਡਿਫੀਟ ਹੋ ਗਿਆ। ਤੇ ਉਹ ਡਿਫੀਟ ਹੋਣ ਨਾਲ ਉਹਨਾਂ ਕੋਲੇ ਜਿਹੜਾ ਇਹ ਫੋਰਮੋਸਾ ਜਾਂ ਤਾਇਵਾਨ ਆ ਜਾਂ ਕੁਛ ਏਰੀਆਜ਼, ਇਹ ਸਾਰੇ ਏਰੀਆਜ਼ ਛੁੱਟ ਗਏ ਉਹਨਾਂ ਤੋਂ। ਉਹ ਇਹਦਾ ਇਹ ਹੋਇਆ ਕਿ ਵੀ ਉਹ ਇਲਾਕੇ ਪਿਛਾਂਹ ਹਟਦੇ ਗਏ, ਬਟ ਐਟ ਸੇਮ ਟਾਈਮ ਇੱਕ ਸਿਵਲ ਵਾਰ ਦੀ ਸਥਿਤੀ ਸੀ ਕਮਿਊਨਿਸਟ ਮਾਓਜ਼ ਦੀਆਂ ਫੋਰਸਿਸ ਦੇ ਵਿੱਚ ਤੇ ਰਿਪਬਲਿਕ ਆਫ ਚਾਈਨਾ ਦੀਆਂ ਫੋਰਸਿਸ ਦੇ ਵਿੱਚ। ਅਲਟੀਮੇਟਲੀ ਰਿਪਬਲਿਕ ਮਾਓ ਦੀਆਂ ਜਿਹੜੀਆਂ ਫੋਰਸਿਸ ਸੀ, ਕਮਿਊਨਿਸਟ ਫੋਰਸਿਸ, ਉਹ ਓਵਰਪਾਵਰ ਕਰ ਗਈਆਂ ਤੇ ਪ੍ਰੈਜ਼ੈਂਟ ਚਾਈਨਾ ਨਿਕਲਿਆ, ਜਿਹਨੂੰ ਪੀਪਲਜ਼ ਰਿਪਬਲਿਕ ਆਫ ਚਾਈਨਾ ਕਹਿੰਦੇ, PRC ਕਹਿੰਦੇ ਆ। ਪਰ ਜਿਹੜੀਆਂ ਉਹ ਰਿਪਬਲਿਕ ਰਾਈਟ ਵਿੰਗ ਫੋਰਸਿਸ ਸੀ, ਉਹਨਾਂ ਨੂੰ ਨੈਸ਼ਨਲਿਸਟ ਫੋਰਸਿਸ ਵੀ ਕਹਿੰਦੇ ਸੀਗੇ, ਉਹ ਇੱਕ ਉਹਨਾਂ ਦਾ ਜਰਨੈਲ ਸੀਗਾ ਚਿਆਂਗ ਕਾਈ ਸ਼ੈਕ, ਉਹਦੇ ਤਹਿਤ ਮਤਲਬ ਉਹਦੀ ਕਮਾਂਡ ਹੇਠਾਂ ਉਹ ਆਈਲੈਂਡਸ ਨੂੰ ਰਿਟਰੀਟ ਕਰ ਗਈਆਂ, ਫੋਰਮੋਸਾ ਦੇ ਆਈਲੈਂਡ ਤੇ ਆ ਗਈਆਂ। ਜਦੋਂ ਫੋਰਮੋਸਾ ਦੇ ਆਈਲੈਂਡ ਤੇ ਆ ਜਾਂਦੀਆਂ ਤਾਂ ਉੱਥੇ ਆ ਕੇ ਉਹ ਇੱਕ ਆਪਦਾ ਰੂਲ ਜਾਂ ਕਾਇਮ ਕਰ ਲੈਂਦੇ, ਪਰ ਉੱਥੋਂ ਤੱਕ ਮਾਓ ਦੀਆਂ ਫੋਰਸਿਸ ਨਹੀਂ ਪਹੁੰਚ ਸਕੀਆਂ। ਤਾਂ ਕੁਛ ਆਈਲੈਂਡਸ ਤੇ ਇੱਕੋ ਵੱਡਾ ਆਈਲੈਂਡ, ਇਹ ਸਾਰੇ ਦੇ ਉੱਤੇ ਉਹ ਆਕਿਊਪਾਈ ਕਰ ਗਈਆਂ ਨੈਸ਼ਨਲਿਸਟ ਫੋਰਸਿਸ, ਤੇ 10 ਤੋਂ 20 ਲੱਖ ਦੀਆਂ ਫੋਰਸਿਸ ਸੀ ਜਿਹੜੀਆਂ ਇੱਥੇ ਆ ਕੇ ਜਿਨ੍ਹਾਂ ਨੇ ਰਿਪਬਲਿਕ ਆਫ ਚਾਈਨਾ ਕਾਇਮ ਕਰਤਾ। ਸੋ ਦੋ ਚਾਈਨਾ ਬਣ ਗਏ, ਮਤਲਬ ਦੋ ਥਾਟਸ ਬਣ ਗਈਆਂ। ਇੱਕ ਨੈਸ਼ਨਲਿਸਟ ਲਿਬਰਲ ਡੈਮੋਕ੍ਰੈਟਿਕ ਫੋਰਸ, ਹਾਲਾਂਕਿ ਉਦੋਂ ਉਹ ਡੈਮੋਕ੍ਰੈਟਿਕ ਨਹੀਂ ਸੀ, ਉਹ ਵੀ ਅਥਾਰਟੇਰੀਅਨ ਸੀਗੀ, ਤੇ ਇਹ ਪੀਪਲਜ਼ ਰਿਪਬਲਿਕ ਆਫ ਚਾਈਨਾ ਜਿਹੜੀ ਇੱਕ ਲੈਫਟ ਜਾਂ ਕਮਿਊਨਿਸਟ ਫੋਰਸ ਸੀਗੀ। ਤਾਂ ਇਹ ਸਿਚੁਏਸ਼ਨ ਸੀ 1949 'ਚ। ਇੱਥੇ ਆ ਕੇ ਫਿਰ ਉਹਨਾਂ ਨੇ ਤਾਇਵਾਨ ਦਾ ਨਾਂ ਦੇਤਾ ਤੇ ਉਹ ਮਤਲਬ ਉਹ ਇਸ ਏਰੀਆ ਨੂੰ ਹੁਣ ਆਪਾਂ ਤਾਇਵਾਨ ਕਹਿੰਦੇ ਹਾਂ। ਇਹ ਉਦੋਂ ਤੋਂ ਦੋ ਸੈਪਰੇਟ ਆਈਡੈਂਟੀਟੀ। ਇਹਨੂੰ ਆਪਾਂ ਇਦਾਂ ਵੀ ਸਮਝ ਸਕਦੇ ਹਾਂ ਜਿਵੇਂ ਰਸ਼ੀਆ ਜੋ ਕਲੇਮ ਕਰਦਾ ਹੈ ਕਿ ਯੂਕਰੇਨ ਸਾਡਾ ਹਿੱਸਾ ਸੀਗਾ ਕਿਸੇ ਵੇਲੇ, ਜਾਂ ਉਸ ਚੀਜ਼ ਨੂੰ ਕਲੇਮ ਕਰਦਾ ਹੈਗਾ, ਕਿ ਉਹ ਸਿਮਿਲਰ ਟਾਈਪ ਕਲੇਮ ਹੈ ਜਾਂ ਇਹਨੂੰ ਡਿਫਰੈਂਟ ਨਜ਼ਰੀਏ ਨਾਲ ਦੇਖਿਆ ਜਾ ਸਕਦਾ? ਦੇਖੋ, ਦੋ ਸਿਚੁਏਸ਼ਨਸ ਬਿਲਕੁਲ ਆਈਡੈਂਟੀਕਲ ਤਾਂ ਹੋ ਹੀ ਨਹੀਂ ਸਕਦੀਆਂ। ਇਹ ਆ ਕਿ ਰਸ਼ੀਆ ਕਲੇਮ ਕਰਦਾ ਯੂਕਰੇਨ ਸਾਡਾ ਹਿੱਸਾ ਸੀ, ਤੇ ਕਿਸੇ ਟਾਈਮ ਸੋਵੀਅਤ ਰਸ਼ੀਆ ਦਾ ਉਹ ਹਿੱਸਾ ਰਿਹਾ ਵੀ ਆ, ਸੋਵੀਅਤ ਰਸ਼ੀਆ ਦਾ ਹਿੱਸਾ ਰਿਹਾ, ਤੇ ਐਥਨਿਸਿਟੀ ਵੀ ਸੇਮ ਆ। ਸੋ ਇਹ ਇੱਥੋਂ ਤੱਕ ਤਾਂ ਆਪਾਂ ਸਿਮਿਲੈਰਿਟੀਜ਼ ਵੀ ਡਰਾ ਕਰ ਸਕਦੇ ਹਾਂ, ਬਟ ਐਟ ਸੇਮ ਟਾਈਮ ਯੂਕਰੇਨ ਇੰਪਲੋਜ਼ਡ ਜਦੋਂ ਹੋਇਆ USSR, ਤਾਂ ਉਦੋਂ ਅਲੱਗ ਹੋਇਆ ਤੇ ਉਹਦੀ ਮਾਨਤਾ ਵੀ ਦਿੱਤੀ ਹੈ ਇੱਕ ਪੁਆਇੰਟ ਦੇ ਉੱਤੇ ਰਸ਼ੀਆ ਨੇ। ਜਦੋਂ ਉਹਨਾਂ ਤੋਂ ਨਿਊਕਲੀਅਰ ਹਥਿਆਰ ਲਏ ਤਾਂ ਉਹ ਮੰਨੇ ਆ ਕਿ ਹਾਂ ਵੀ ਤੁਸੀਂ ਬਿਲਕੁਲ ਡਿਫਰੈਂਟ ਕੰਟਰੀ ਹੋ, ਅਸੀਂ ਤੁਹਾਡੇ 'ਚ ਇੰਟਰਫੇਅਰ ਨਹੀਂ ਕਰਾਂਗੇ। ਤੇ ਹਿਸਟੋਰੀਕਲੀ ਵੀ ਬੜੀ ਵਾਰੀ ਵੈਕਸ ਐਂਡ ਵੀਨ ਹੁੰਦਾ ਰਿਹਾ, ਪਰ ਤਾਇਵਾਨ ਦੇ ਕੇਸ 'ਚ ਥੋੜੀ ਕਲੈਰਿਟੀ ਜ਼ਿਆਦਾ ਹੈ, ਮਤਲਬ ਹੈ ਨਾ, ਕਿ ਵੀ ਚਾਈਨਾ ਨੇ ਕਦੀ ਵੀ ਪੀਪਲਜ਼ ਰਿਪਬਲਿਕ ਆਫ ਚਾਈਨਾ ਨੇ ਤੇ ਲਾਰਜਲੀ ਵਰਲਡ ਨੇ ਵੀ ਹਮੇਸ਼ਾ ਮੰਨਿਆ ਕਿ ਵੀ ਤਾਇਵਾਨ ਜਿਹੜਾ ਹੈਗਾ ਉਹ ਚੀਨ ਦਾ ਹੀ ਇੱਕ ਪ੍ਰੋਵਿੰਸ ਹੈ, ਜਾਂ ਫੋਰਮੋਸਾ ਜਿਹੜਾ ਉਹ ਚੀਨ ਦਾ ਹੀ ਇੱਕ ਹਿੱਸਾ ਹੈ। ਸੋ ਇਹ ਤਾਜ਼ਾ ਜਿਹੜਾ ਹੁਣ ਵਿਵਾਦ ਛਿੜਿਆ ਹੈਗਾ, ਜਿਹੜਾ ਲਗਾਤਾਰ ਟੈਨਸ਼ਨਸ ਵਧੀਆਂ ਨੇ ਉਸ ਏਰੀਆ ਦੇ ਵਿੱਚ, ਉਸ ਦਾ ਕੀ ਮੁੱਖ ਕਾਰਨ ਦੇਖਦੇ ਹੋ? ਇੱਕ ਤਾਂ ਪੈਲੋਸੀ ਵਿਜ਼ਿਟ ਜਿਹੜੀ ਆ ਹੋਈ ਹੈ, ਨੈਂਸੀ ਪੈਲੋਸੀ ਦੀ ਵਿਜ਼ਿਟ ਹੋਈ ਹੈ, ਚਾਈਨਾ ਨੂੰ ਉਸ ਤੋਂ ਕੀ ਇਤਰਾਜ਼ ਹੈ? ਦੇਖੋ, ਆਪਾਂ ਨੂੰ ਥੋੜਾ ਜਿਹਾ ਉਹਦੇ 'ਚ ਬੈਕਗਰਾਊਂਡ 'ਚ ਜਾਣਾ ਪਊਗਾ ਤੇ ਚਾਈਨਾ ਦੀਆਂ ਐਂਬੀਸ਼ਨਸ ਜਾਣਾ ਚਾਹੀਦਾ। ਪਹਿਲੀ ਗੱਲ ਤਾਂ ਚੀਨ ਇਹ ਮੰਨਦਾ ਹੈ, ਜਿਹੜਾ ਪੀਪਲਜ਼ ਰਿਪਬਲਿਕ ਆਫ ਚਾਈਨਾ ਇਹ ਕਹਿੰਦਾ ਹੈ ਕਿ ਵੀ ਵਨ ਚਾਈਨਾ
ਵਨ ਚਾਈਨਾ ਪਾਲਿਸੀ ਆ ਉਹਦੀ ਕਿ ਵੀ ਇੱਕੋ ਚੀਨ ਸਾਰਾ ਇੱਕੋ, ਚਾਹੇ ਤਾਇਵਾਨ ਆ ਚਾਹੇ ਕੁਛ ਵੀ ਆ, ਉਹ ਸਾਰਾ ਇੱਕੋ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਆ ਕੇ ਜਦੋਂ ਕੋਈ ਹੋਰ ਫੋਰਨ ਡਿਗਨਿਟਰੀ ਉੱਥੇ ਆਉਂਦਾ ਤਾਂ ਉਹਨਾਂ ਵਾਸਤੇ ਇਹ ਬਹੁਤ ਵੱਡੀ ਪ੍ਰੋਬਲਮ ਬਣ ਜਾਂਦੀ ਹੈਗੀ ਆ। ਇਹਦਾ ਕਾਰਨ ਇੱਕ ਹੋਰ ਵੀ ਹੈ ਕਿ ਜਿਵੇਂ ਜਿਵੇਂ ਚੀਨ ਆਪਦੇ ਆਪ ਨੂੰ ਅਸਰਟ ਕਰਦਾ ਪਿਆ ਗਲੋਬਲੀ ਸੁਪਰ ਪਾਵਰ ਬਣਨ ਦੀ ਕੋਸ਼ਿਸ਼ 'ਚ ਹੈਗਾ, ਤਾਂ ਕੋਈ ਵੀ ਜਦੋਂ ਸੁਪਰ ਪਾਵਰ ਬਣਦੀ ਹੈ, ਜੇ ਹੁਣ ਆਪਾਂ USA ਨੂੰ ਦੇਖੀਏ, USA ਦੇ ਦੋ ਪਾਸੇ ਲੈਂਡ ਬਾਰਡਰਸ ਦੇ ਉੱਤੇ ਇੱਕ ਕੈਨੇਡਾ ਹੈ ਤੇ ਇੱਕ ਉਹਦੇ ਮੈਕਸੀਕੋ ਹੈ। ਮੈਕਸੀਕੋ ਨੂੰ ਵੀ ਉਹਨੇ ਬਹੁਤ ਕਮਜ਼ੋਰ ਕਰਤਾ ਕੈਲੀਫੋਰਨੀਆ ਦੀ ਪ੍ਰੋਵਿੰਸ ਨੂੰ ਕਬਜ਼ੇ 'ਚ ਕਰਕੇ ਹੋਰ ਕਰਕੇ, ਤੇ ਕੈਨੇਡਾ ਵੀ ਸਿਰਫ ਇੱਕ ਛੋਟੀ ਜਿਹੀ ਪੱਟੀ 'ਚ ਹੀ ਉਹਦੇ ਨਾਲ, ਬਟ ਲਾਰਜਲੀ ਉਹ ਕਮਜ਼ੋਰ ਮੁਲਕ ਹੈਗਾ। ਸੋ ਉਹ ਦੋ ਪਾਸਿਓਂ ਸੈਨੀਟਾਈਜ਼ਿੰਗ ਕਹਿੰਦੇ ਆ ਸੁਪਰ ਪਾਵਰ ਦੀ ਉਹਨੂੰ, ਕਿ ਉਹ ਸੈਨੀਟਾਈਜ਼ਡ ਆ, ਉਹਨੂੰ ਤੋਂ ਹਮਲੇ ਦਾ ਡਰ ਨਹੀਂ ਕੋਈ। ਇਸੇ ਤਰੀਕੇ ਨਾਲ ਦੋ ਪਾਸੇ ਉਹਨੂੰ ਸਮੁੰਦਰ ਲੱਗਦੇ ਆ, ਤਾਂ ਉਹ ਲਾਰਜ ਏਰੀਆਜ਼ ਦੇ ਵਿੱਚ ਉਹਨੂੰ ਕੋਈ ਅਟੈਕ ਜੇ ਆਉਂਦਾ ਤਾਂ ਸਮੁੰਦਰ ਉਹਦੇ ਕੋਲ ਹੈਗਾ, ਉਹਨੂੰ ਹਮਲਾ ਹੋਣਾ ਉਹ ਮੁਸ਼ਕਿਲ ਆ। ਇੱਕ ਛੋਟਾ ਜਿਹਾ ਕ੍ਰਾਈਸਿਸ ਆਇਆ ਸੀਗਾ ਜਦੋਂ ਕਿਊਬਾ ਦੇ ਵਿੱਚ ਮਿਜ਼ਾਈਲਸ ਲਾਉਣ ਦੀ ਕੋਸ਼ਿਸ਼ ਕੀਤੀ ਸੀ ਰਸ਼ੀਆ ਨੇ, ਤੇ ਉਹਨੇ ਬੜਾ ਪੈਨਿਕ ਵਾਂਗੂ ਜਾਂ ਬੜਾ ਸਟ੍ਰਿਕਟ ਐਕਸ਼ਨ ਲਿਆ ਸੀਗਾ ਵੀ ਤੁਸੀਂ ਸਾਡੇ ਬਾਰਡਰ ਦੇ ਬਿਲਕੁਲ ਨੇੜੇ ਆ ਗਏ ਹੋ। ਸੋ ਇਸ ਤਰੀਕੇ ਨਾਲ ਜੀ ਸੁਪਰ ਪਾਵਰ ਦੀ ਕੋਸ਼ਿਸ਼ ਹੁੰਦੀ ਕਿ ਪਹਿਲਾਂ ਗਵਾਂਢ ਦੇ ਵਿੱਚੋਂ, ਆਪਦੇ ਨੀਅਰੈਸਟ ਦੇ ਵਿੱਚੋਂ ਦੂਰ ਕਰੋ ਕਿਸੇ ਵੀ ਥ੍ਰੈਟ ਨੂੰ। ਜਦੋਂ ਮੈਂ ਨੇੜੇ ਦੀ ਥ੍ਰੈਟ ਦੂਰ ਕਰ ਲੂੰ, ਫਿਰ ਹੀ ਮੈਂ ਫਰਦਰ ਆਪਦੀ ਫੋਰਸਸ ਨੂੰ ਡਿਪਲੋਏ ਕਰ ਸਕੂੰਗਾ। ਤਾਂ ਇਸ ਕੇਸ ਦੇ ਵਿੱਚ ਕੀ ਆ ਕਿ ਚਾਈਨਾ ਜਿਹੜਾ ਹੈਗਾ ਉਹ ਆਪਦੇ ਆਪ ਨੂੰ ਸੈਨੀਟਾਈਜ਼ ਕਰ ਰਿਹਾ ਜਿਵੇਂ ਜਿਵੇਂ ਪਾਵਰਫੁਲ ਹੋ ਰਿਹਾ, ਤਾਂ ਸਾਊਥ ਚਾਈਨਾ ਸੀ ਤੋਂ ਉਹਨੂੰ ਥ੍ਰੈਟ ਹੈਗੀ ਆ ਬਹੁਤ ਵੱਡੀ ਕਿ ਕਿਸੇ ਢੰਗ ਨਾਲ ਉਹਨੂੰ ਕਿਤੇ ਉੱਥੇ ਜੇ ਅਮਰੀਕਨ ਫੋਰਸਸ ਰਹਿੰਦੀਆਂ ਹਨ, ਤੁਸੀਂ ਇੱਕ ਉੱਥੇ ਆਈਲੈਂਡ ਹੈਗਾ ਉਹਨੂੰ ਕਿਮ ਕਿਨ ਥੋੜੇ ਚਾਈਨੀਜ਼ ਨਾਂ ਲੈਣੇ ਮੁਸ਼ਕਿਲ ਹੈ, ਉਹ ਆਈਲੈਂਡ ਹੈਗਾ ਜਿਹੜਾ ਸਿਰਫ 2 ਕਿਲੋਮੀਟਰ ਦੂਰ ਆ ਉਹਨਾਂ ਦੀ ਇੱਕ ਪ੍ਰੋਵਿੰਸ ਤੋਂ, ਚੀਨ ਦੀ ਪ੍ਰੋਵਿੰਸ ਤੋਂ। ਹੁਣ ਜੇ ਉਹਦੇ ਉੱਤੇ ਕੋਈ ਮਿਜ਼ਾਈਲਸ ਲੱਗ ਜਾਣ ਜਾਂ ਕੋਈ ਵੈਪਨ ਲੱਗ ਜੇ ਤਾਂ ਚੀਨ ਨੂੰ ਖਤਰਾ ਹੈ ਉਹਦਾ। ਸੋ ਇਸ ਕਰਕੇ ਚੀਨ ਨੂੰ ਉਹਨੂੰ ਦੂਰ ਤੱਕ ਫਿਲੀਪਾਈਨਸ ਦੇ ਏਰੀਏ ਤੱਕ ਜਾਂ ਉਹ ਨਿੱਕੇ ਨਿੱਕੇ ਆਈਲੈਂਡਸ ਆ ਜਿਹੜੇ ਉਹਨੇ ਕਬਜ਼ੇ 'ਚ ਕਰਨੇ ਆ। ਪਹਿਲੀ ਗੱਲ ਤਾਂ ਉਹਨੂੰ ਇਹ ਪ੍ਰੋਬਲਮ ਆ ਕਿ ਉਹਦੇ ਵਿੱਚ ਜੇ ਕੋਈ ਹੋਰ ਹੱਦ ਤੱਕ ਰਹਿੰਦੀ ਆ ਤਾਂ ਹੁਣ ਦਿੱਕਤ ਕੀ ਆ ਕਿ ਪੀਸਫੁਲ ਕੋਐਗਜ਼ਿਸਟੈਂਸ ਕਿਉਂ ਨਹੀਂ ਹੋ ਸਕਦੀ ਉੱਥੇ, ਉਹ ਇਹ ਹੈ ਕਿ ਵੀ ਦੋਨਾਂ ਦੀ ਆਈਡੀਓਲੋਜੀ ਡਿਫਰੈਂਟ ਆ। ਇਹ ਪਹਿਲਾਂ ਇੱਕ ਵਾਰੀ USA 1949 ਤੋਂ ਬਾਅਦ ਪਿੱਛੇ ਹਟ ਗਿਆ ਸੀ ਉਸ ਏਰੀਏ 'ਚੋਂ, ਤੇ ਉੱਥੋਂ ਇੱਕ ਡੀਨ ਐਸਚਨ ਸੀਗਾ ਉਹਨਾਂ ਦਾ ਸੈਕਟਰੀ ਆਫ ਸਟੇਟ, ਉਹਨੇ ਸਟੇਟਮੈਂਟ ਵੀ ਦਿੱਤੀ ਸੀਗੀ ਕਿ ਵੀ ਰਸ਼ੀਆ ਹੁਣ ਏਸ਼ੀਆ ਹੁਣ ਆਪਦੀ ਇਹ ਮਸਲੇ ਆਪ ਹੱਲ ਕਰਿਆ ਕਰੂਗਾ, ਅਸੀਂ ਇੱਥੋਂ ਨਿਕਲ ਚੱਲੇ ਹਾਂ ਸੈਕੰਡ ਵਰਲਡ ਵਾਰ ਤੋਂ ਥੋੜਾ ਸਮੇਂ ਬਾਅਦ। ਪਰ ਉਹਨਾਂ ਦਿਨਾਂ ਦੇ ਵਿੱਚ ਹੀ ਨਾਰਥ ਕੋਰੀਆ ਨੇ ਸਾਊਥ ਕੋਰੀਆ ਦੇ ਉੱਤੇ ਹੱਲਾ ਬੋਲਤਾ। ਸਟਾਲਿਨ ਦੀ ਆਈਡੀਓਲੋਜੀ ਸੀ ਨਾਰਥ ਕੋਰੀਆ ਦੀ, ਕਮਿਊਨਿਸਟ ਆਈਡੀਓਲੋਜੀ ਸੀ, ਤਾਂ ਅਮਰੀਕਾ ਨੂੰ ਜਿਹੜੀ ਲੈਫਟ ਦੀ ਆਈਡੀਓਲੋਜੀ ਉਹਨੂੰ ਫਾਈਟ ਕਰਨਾ ਸੀਗਾ, ਤਾਂ ਇੱਕ ਤਾਂ ਉਹਨੇ ਉੱਥੇ ਸਪੋਰਟ ਕਰਨੀ ਸ਼ੁਰੂ ਕੀਤੀ ਸਾਊਥ ਕੋਰੀਆ ਦੀ। ਸੈਕਿੰਡ ਉਹਨੇ ਜਿਹੜੀ ਸਟ੍ਰੇਟਸ ਆਫ ਤਾਇਵਾਨ ਹੈਗੀ ਆ ਉਹਦੇ ਵਿੱਚ ਦੀ ਇੱਕ ਉਹਨਾਂ ਨੇ ਆਪਦੀ 7th ਫਲੀਟ ਦਾ ਇੱਕ ਜਹਾਜ਼ ਸੀਗਾ ਜਿਹੜਾ ਉਹਦੇ ਵਿੱਚ ਦੀ ਵੋਇਜ 4A ਕੀ ਨਾਂ ਦਾ, ਉਹ ਜੂਨ 29 ਨੂੰ ਉਹਨਾਂ ਨੇ ਉੱਥੋਂ ਦੀ ਉਹਨੂੰ ਕ੍ਰਾਸ ਕਰਵਾਇਆ। ਤਾਂ ਉਹਦੇ ਤੋਂ ਨੇ ਦੱਸਿਆ ਕਿ ਵੀ ਅਸੀਂ ਵੀ ਆਰ ਸਟਿਲ ਹੇਅਰ, ਅਸੀਂ ਆਏ ਨਹੀਂ ਤੁਹਾਨੂੰ ਵਧਣ ਦੇਵਾਂਗੇ। ਸੋ ਇੱਕ ਤਰ੍ਹਾਂ ਅਮਰੀਕਾ ਚਾਹੁੰਦਾ ਕਿ ਮੈਂ ਇਹਨੂੰ ਬੰਨ੍ਹ ਲਾ ਦਾਂ, ਚੀਨ ਨੂੰ ਵਧਣ ਨਾ ਦੇਵਾਂ, ਡੈਮੋਕ੍ਰੈਟਿਕ ਤੇ ਲਿਬਰਲਾਈਜ਼ਡ ਵਰਲਡ ਲਿਆਵਾਂ। ਚਾਈਨਾ ਕਹਿੰਦਾ ਵੀ ਮੇਰੀ ਆਈਡੀਓਲੋਜੀ ਮੇਰੀ ਸੱਭਿਅਤਾ, ਪਹਿਲਾਂ ਉਹ ਕਮਿਊਨਿਸਟ ਥਾਟ ਸੀ, ਹੁਣ ਮੇਰੀ ਥਾਟ ਤੇ ਮੇਰੀ ਉਹਨੂੰ ਵਧਾਵਾਂ। ਸੋ ਇਹ ਬੇਸਿਕ ਕਨਫਲਿਕਟ ਹੈ। ਬੇਸਿਕ ਕਨਫਲਿਕਟ ਜਿਹੜਾ ਅਮਰੀਕਾ ਦੀ ਅਗਰ ਮੈਂ ਗੱਲ ਕਰਾਂ, ਤੁਸੀਂ ਜ਼ਿਕਰ ਕੀਤਾ ਕਿ ਅਮਰੀਕਾ ਕਿਤੇ ਨਾ ਕਿਤੇ ਉਸ ਖਿੱਤੇ ਦੇ ਵਿੱਚ ਪ੍ਰਭਾਵ ਜਿਹੜਾ ਉਹ ਦੇਖਣਾ ਚਾਹੁੰਦਾ ਹੈਗਾ ਆਪਣਾ, ਪਰ ਇਹ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਬੜੀ ਕਲੀਅਰ ਹੋਈ ਹੈ ਕਿ ਚਾਹੇ ਉਹ ਮਿਡਲ ਈਸਟ ਹੋਵੇ, ਉਸਦੇ ਉੱਥੇ ਵੀ ਕਿਤੇ ਨਾ ਕਿਤੇ ਜੋ ਅਮਰੀਕਾ ਹੈਗਾ, ਇਰਾਕ ਜਿਹੜਾ ਯੁੱਧ ਹੋਇਆ ਉਸਦੇ ਬਾਰੇ ਕਈ ਮਾਹਰ ਕਈ ਰਾਈਟਰ ਇਹ ਵੀ ਗੱਲ ਕਹਿੰਦੇ ਨੇ ਕਿ ਜੋ ਅਮਰੀਕਾ ਹੈਗਾ ਪਹਿਲਾਂ ਇੱਕ ਕਨਫਲਿਕਟ ਕ੍ਰੀਏਟ ਕਰਦਾ, ਇੱਕ ਪ੍ਰੋਬਲਮ ਕ੍ਰੀਏਟ ਕਰਦਾ ਹੈਗਾ, ਫਿਰ ਜਿਹੜਾ ਉਸ ਏਰੀਆ ਦੇ ਵਿੱਚ ਡੋਮੀਨੈਂਸ ਦੀ ਕੋਸ਼ਿਸ਼ ਕਰਦਾ। ਕੀ ਚਾਈਨਾ ਨੂੰ ਇਹੀ ਲੱਗਦਾ ਕਿ ਤਾਈਵਾਨ ਦੇ ਵਿੱਚ ਅਗਰ ਅਮਰੀਕਾ ਦਾ ਇਨਫਲੂਐਂਸ ਜ਼ਿਆਦਾ ਵੱਧਦਾ ਹੈ ਤਾਂ ਉਸ ਦੇ ਲਈ ਖਤਰਾ ਹੋਏਗਾ? ਦੇਖੋ ਜੀ, ਕੋਈ ਵੀ ਜਿਹੜੀ ਇੰਪੀਰੀਅਲਿਸਟਿਕ ਤਾਕਤ ਆ, ਕੋਈ ਵੀ ਇੰਪੀਰੀਅਲਿਸਟਿਕ ਤਾਕਤ, ਇਕੱਲਾ USA ਨਹੀਂ, ਇਹਨੇ ਵੀ ਸਾਮਰਾਜ ਫੈਲਾਉਣਾ ਆਪਦਾ ਜਾਂ ਤਾਕਤ ਫੈਲਾਉਣੀ ਹੈ, ਚਾਹੇ ਉਹ ਰੂਸ ਸੀਗਾ, ਚਾਹੇ ਉਦੋਂ ਪਹਿਲਾਂ ਅੰਗਰੇਜ਼ ਸੀਗੇ, ਉਹਨਾਂ ਦਾ ਇਹ ਰਿਹਾ ਕਿ ਇੱਥੇ ਕੋਈ ਕਨਫਲਿਕਟ ਛੱਡ ਜਾਓ ਹਰੇਕ ਏਰੀਆ 'ਚ। ਠੀਕ ਹੈ ਜੀ, ਜਦੋਂ ਹੁਣ ਆਪਣਾ ਅਫਗਾਨਿਸਤਾਨ ਦਾ ਤੇ ਜਿਹੜਾ ਪਾਕਿਸਤਾਨ ਦਾ ਬਾਰਡਰ ਆ ਉਹਦੇ ਤੇ ਉਹਨਾਂ ਨੇ ਡਿਊਰੈਂਡ ਲਾਈਨ ਛੱਡਤੀ ਜਿਹਦੇ ਵਿੱਚ ਪਠਾਨ ਵੰਡੇ ਗਏ। ਠੀਕ ਹੈ, ਇਸੇ ਤਰ੍ਹਾਂ ਜਦੋਂ ਤੁਸੀਂ
ਮਿਡਲ ਈਸਟ ਦੇ ਵਿੱਚ ਆ ਜਾਂਦੇ ਹੋ, ਜਿੱਥੇ ਪੋਪੂਲੇਸ਼ਨ ਸੁੰਨੀ ਆ ਉੱਥੇ ਰੂਲਰ ਸ਼ੀਆ ਕਰਤਾ, ਜਿੱਥੇ ਪੋਪੂਲੇਸ਼ਨ ਸ਼ੀਆ ਉੱਥੇ ਰੂਲਰ ਸੁੰਨੀ ਕਰਤਾ, ਜਿੱਥੇ ਤੇਲ ਤੇ ਸ਼ੀਆ ਬੈਠੇ ਆ ਉੱਥੇ ਰਾਜਾ ਸੁੰਨੀ ਕਰਤਾ। ਸੋ ਇਹ ਜੇ ਕੌਨਫਲਿਕਟਸ ਉਹਨਾਂ ਨੇ ਸਵੇਜ਼ ਕਨਾਲ ਤੋਂ ਲੈ ਕੇ ਤੇ ਫਿਲੀਪਾਈਨਸ ਤੱਕ ਸਾਰੀ ਜਗ੍ਹਾ ਖੜੇ ਕੀਤੇ ਹੋਏ ਤਾਂ ਕਿ ਇੰਟਰਨਲ ਕਨਫਲਿਕਟ ਜਿਹੜਾ ਉਹ ਬਣਿਆ ਰਹੇ। ਇਸੇ ਤਰ੍ਹਾਂ ਰਸ਼ੀਆ ਨੇ ਕੀਤਾ ਹੋਇਆ, ਉਹਨਾਂ ਨੇ ਜਿੱਥੇ ਕਾਜ਼ਕ ਪੋਪੂਲੇਸ਼ਨ ਉਹਦੇ ਵਿਚਾਲੇ ਐਨਕਲੇਵਸ ਬਣਾਤੇ ਤਾਜਿਕਸ ਦੇ ਜਾਂ ਉਜ਼ਬੇਕਾਂ ਦੇ, ਹੈ ਉਧਰੋਂ ਹਜ਼ਾਰੇ ਵਿੱਚ ਕਿਤੇ ਫਿੱਟ ਕਰਤੇ, ਕਿਤੇ ਅਫਗਾਨਿਸਤਾਨ ਆ ਜਿਵੇਂ ਉਹਦੇ ਨਾਰਦਰਨ ਪਾਰਟ ਤੇ। ਸੋ ਉਹ ਕੌਨਫਲਿਕਟਸ ਜਿਹੜੀਆਂ ਸਾਮਰਾਜੀ ਤਾਕਤਾਂ ਉਹਨਾਂ ਨੂੰ ਜਦੋਂ ਆਪਦੀ ਫੋਰਸ ਨੂੰ ਲੀਵਰੇਜ ਕਰਦੀਆਂ ਉਹਨਾਂ ਨੂੰ ਕੰਮ ਆਉਂਦੀਆਂ। ਜਿਵੇਂ ਇੰਡੀਆ ਪਾਕਿਸਤਾਨ ਤੇ ਭਾਰਤ ਦੇ ਵਿਚਾਲੇ ਹੁਣ ਕਸ਼ਮੀਰ ਦਾ ਇੱਕ ਕੌਨਫਲਿਕਟ ਖੜਾ ਹੈ ਹਮੇਸ਼ਾ ਵਾਸਤੇ, ਉਹਨੂੰ ਵਾਰ ਤੇ ਲਿਜਾਂਦਾ ਹੈ। ਮਤਲਬ ਤੁਸੀਂ ਵੇਖੋ ਕਿ ਵੀ 15-20 ਡਿਵੀਜ਼ਨ ਫੌਜਾਂ ਇੱਕ ਦੂਜੇ ਦੇ ਉਲਟ ਖੜੀਆਂ ਹੈਗੀਆਂ ਤੇ ਐਕਸਪੈਂਸ ਹੋ ਰਿਹਾ, ਤੁਹਾਡੇ ਉਹਨਾਂ ਦੇ ਹਥਿਆਰ ਵਿਕ ਰਹੇ ਆ, ਉਹਨਾਂ ਦਾ ਇੱਥੇ ਦਬਦਬਾ ਬਣਿਆ ਰਹਿੰਦਾ। ਸੋ ਇਹ ਇੱਕ ਟ੍ਰੈਂਡ ਹੈਗਾ, ਇਹ ਇਕੱਲਾ ਕੋਈ ਅਮਰੀਕਾ ਨਹੀਂ ਕਰਦਾ, ਇਹ ਜਿਹੜੀ ਵੀ ਕੋਈ ਸਾਮਰਾਜੀ ਤਾਕਤ ਆ ਉਹ ਉੱਥੋਂ ਦੀਆਂ ਪ੍ਰੋਬਲਮਸ ਨੂੰ ਵਧਾ ਚੜਾ ਕੇ ਉੱਥੇ ਕੌਨਫਲਿਕਟ ਦੇ ਬੀਜ ਛੱਡ ਜਾਂਦੀ ਹੈ। ਅੱਛਾ, ਇਸ ਦੇ ਵਿੱਚ ਜਿਹੜਾ ਹੁਣ ਤਾਜ਼ਾ ਵਿਵਾਦ ਚੱਲ ਰਿਹਾ, ਰਸ਼ੀਆ ਨੇ ਵੀ ਇਨਵੋਲਵਮੈਂਟ ਕੀਤੀ ਹੈ, ਬਿਆਨ ਦਿੱਤਾ, ਹਾਲਾਂਕਿ ਬਿਆਨ ਦੇ ਜ਼ਰੀਏ ਇਨਵੋਲਵਮੈਂਟ ਕੀਤੀ ਹੈ, ਔਰ ਕਿਤੇ ਨਾ ਕਿਤੇ ਜੋ ਨੈਂਸੀ ਪੈਲੋਸੀ ਹੈਗੇ ਨੇ ਉਹਨਾਂ ਦੀ ਵਿਜ਼ਿਟ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ। ਇਸ ਚੀਜ਼ ਨੂੰ ਕਿਵੇਂ ਦੇਖਿਆ ਜਾਵੇ? ਕਿਉਂਕਿ ਮੈਂ ਇਹ ਗੱਲ ਤਾਂ ਕੀਤੀ ਹੈ ਕਿ ਰਸ਼ੀਆ ਜਿਹੜਾ ਜ਼ਿਆਦਾਤਰ ਚਾਈਨਾ ਦੇ ਜਾਂ ਤਾਈਵਾਨ ਦੇ ਸੰਦਰਭ ਦੇ ਵਿੱਚ ਇੰਨਾ ਜ਼ਿਆਦਾ ਨਹੀਂ ਬੋਲਿਆ ਹੈਗਾ ਪਹਿਲਾਂ, ਔਰ ਪਹਿਲੀ ਵਾਰ ਜਿਹੜਾ ਉਹਨਾਂ ਨੇ ਇੰਟਰਫੇਰੈਂਸ ਕੀਤੀ ਹੈਗੀ ਹੈ। ਨਹੀਂ ਵੇਖੋ, ਜਿੱਥੋਂ ਤੱਕ ਇਹਦੇ ਦੋ ਕਾਰਨ ਹੈਗੇ ਜੀ। ਇੱਕ ਤਾਂ ਹੈਗਾ ਜ਼ਿਆਦਾ ਵੱਡਾ ਰਣਨੀਤਿਕ ਕਾਰਨ ਜਾਂ ਸਟ੍ਰੈਟੇਜਿਕ ਕਾਰਨ। ਸਟ੍ਰੈਟੇਜਿਕ ਕਾਰਨ ਇਹ ਹੈ ਕਿ ਰਸ਼ੀਆ ਆਲਰੇਡੀ USA ਨਾਲ ਟਕਰਾ ਰਿਹਾ। ਇੱਕ ਤਾਂ ਯੂਕਰੇਨ ਤੋਂ ਉਹਦੀ ਪ੍ਰੋਕਸੀ ਹੈਗੀ ਹੈ, ਮਤਲਬ ਪ੍ਰੋਕਸੀ ਇਨ ਦੀ ਸੈਂਸ ਕਿ ਯੂਕਰੇਨ ਤਾਂ ਇੱਕ ਬਹਾਨਾ ਹੈਗਾ, ਤੇ ਉਹ ਜਿਹੜਾ ਹੈਗਾ ਉਹਦੀ ਬਜਾਏ ਹੁਣ ਉਹ ਤਾਂ ਇੱਕ ਸਮਝ ਲਓ ਵਿੱਚ ਇੱਕ ਮਤਲਬ ਉਹ ਤਾਂ ਮਤਲਬ ਇੱਕ ਉਹਦੀ ਆਪਣਾ ਜਿਹੜਾ ਲੜਾਈ ਤਾਂ ਐਕਚੁਅਲੀ USA ਦੀ ਤੇ ਰਸ਼ੀਆ ਦੀ ਹੈ। ਸੋ ਐਨੀਬਡੀ ਜਿਹੜਾ ਕਨਫਲਿਕਟ ਜਿੱਥੇ ਰਸ਼ੀਆ ਦਾ ਤੇ ਇਹਨੂੰ ਐਂ ਵੀ ਸਮਝ ਲਈਏ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ। ਹਾਂ, ਇਹ ਵੀ ਹੈ ਜੀ, ਬਟ ਇਹਦੇ ਨਾਲੋਂ ਵੀ ਡੀਪਰ ਟਾਈਜ਼ ਹੈਗੀਆਂ ਜੀ। ਰਸ਼ੀਆ ਤੇ ਚਾਈਨਾ ਦੀਆਂ ਕਈ ਸਿੰਬੋਟਿਕ ਟਾਈਜ਼ ਹੈਗੀਆਂ। ਪਹਿਲਾਂ ਵੀ ਜਦੋਂ ਕਿਸੇ ਸਮੇਂ ਦੇ ਵਿੱਚ ਭਾਰਤ ਵੀ ਰੂਸ ਦੇ ਕਲੋਜ਼ ਹੁੰਦਾ ਸੀ, ਉਦੋਂ ਵੀ ਇੱਕ ਵਾਰੀ ਜਦੋਂ ਆਈ ਸਿਚੁਏਸ਼ਨ ਆਈ ਸੀ ਤਾਂ ਰੂਸ ਨੇ ਕਿਹਾ ਸੀਗਾ ਕਿ ਵੀ ਇਹ ਚੀਨ ਮੇਰਾ ਭਰਾ ਹੈ, ਭਾਰਤ ਮੇਰਾ ਦੋਸਤ ਆ। ਉਹ ਰਿਲੇਸ਼ਨਸ਼ਿਪ ਬੜਾ ਕਲੀਅਰ ਡਿਫਾਈਨ ਕਰਦੇ ਸੀ ਕਿਉਂਕਿ ਉਦੋਂ ਉਹਨਾਂ ਦੀ ਕਮਿਊਨਿਸਟ ਆਈਡੀਓਲੋਜੀ ਸੀ। ਪਰ ਬਰੀਕੀਆਂ ਰਿਲੇਸ਼ਨ ਇੱਕ ਫਰਕ ਵੀ ਹੈਗੀ। ਮਾਓ ਸੇ ਤੁੰਗ ਨੇ ਜਦੋਂ ਨਿਊਕਲੀਅਰ ਟੈਕਨੋਲੋਜੀ ਦੇ ਮੰਗੀ ਸੀ ਤਾਂ ਰੂਸ ਨੇ ਕਹਿੰਦਾ ਸੀ ਵੀ ਇਹ ਨਹੀਂ ਦੇਣੀ, ਉਦੋਂ ਮੈਂ ਵਾਈਟ ਹੈਗਾ। ਸੋ ਇਹ ਬਰੀਕੀਆਂ ਹੁੰਦੀਆਂ ਦੇਸ਼ਾਂ ਦੇ ਰਿਲੇਸ਼ਨਸ਼ਿਪਸ ਦੀਆਂ, ਜਿਵੇਂ ਇਨਸਾਨੀ ਰਿਲੇਸ਼ਨਸ਼ਿਪ ਦੀਆਂ ਬਰੀਕੀਆਂ ਹੁੰਦੀਆਂ ਉਵੇਂ ਉਹ ਬਰੀਕੀਆਂ ਹੁੰਦੀਆਂ। ਤਾਂ ਉਵੇਂ ਹੁਣ ਅਮਰੀਕਾ ਦੇ ਅਗੇਂਸਟ ਰਸ਼ੀਆ ਨੇ ਉਹ ਸਟੈਂਡ ਲੈਣਾ ਹੀ ਲੈਣਾ ਸੀ, ਬਟ ਉਹਨੇ ਕੋਈ ਕੈਟੇਗਰੀਕਲੀ ਕੋਈ ਸਪੋਰਟਿਵ ਮੂਵ ਨਹੀਂ ਕੀਤੀ। ਮਤਲਬ ਆਪਾਂ ਕਹੀਏ ਕਿ ਵੀ ਉਹ ਬਿਆਨ ਆ ਇੱਕ, ਇਹਦੇ ਬਿਯੋਂਡ ਕੁਛ ਨਹੀਂਗਾ, ਤੇ ਬਿਆਨ ਉਹ ਦੇਣਾ ਬਣਦਾ ਵੀ ਸੀ ਜੀ। ਵੇਖੋ ਕਿ ਵੀ ਇੱਕ ਤਰ੍ਹਾਂ ਤਾਂ ਜੇ ਨੈਂਸੀ ਪੈਲੋਸੀ ਉੱਥੇ ਗਈ ਆ, ਉਹ ਉਕਸਾਉਣ ਦਾ ਹੀ ਕੰਮ ਕਰ ਰਹੀ ਆ। ਸੈਕੰਡ ਇਹ ਹੈ ਕਿ ਵੀ ਨੈਂਸੀ ਦਾ ਵੀ ਜਿਹੜਾ ਪਾਸਟ ਹੈਗਾ, ਈਵਨ ਮੈਂ ਦੇਖ ਰਿਹਾ ਸੀ ਕਿ ਜੋ ਅਮਰੀਕਨ ਆਫੀਸ਼ੀਅਲਸ ਦੇ ਨੇ ਉਹਨਾਂ ਦੇ ਬਿਆਨ ਨੇ ਕਿ ਅਸੀਂ ਵਨ ਚਾਈਨਾ ਪਾਲਿਸੀ ਨੂੰ ਜਿਹੜਾ ਉਹ ਮੰਨਦੇ ਆ ਉਸ ਚੀਜ਼ ਨੂੰ, ਔਰ ਦੂਜੇ ਪਾਸੇ ਕਹਿ ਰਿਹਾ ਕਿ ਅਸੀਂ ਸੋਲੀਡੈਰਿਟੀ ਨਾਲ ਤਾਈਵਾਨ ਨਾਲ ਵੀ ਖੜੇ ਆ। ਉਹਦੇ ਵਿੱਚ ਨਾ ਜੀ ਕੁਛ ਬਰੀਕੀਆਂ ਇਹ ਹੈਗੀਆਂ ਕਿ ਵੀ ਉਹ ਵਨ ਚਾਈਨਾ ਪ੍ਰਿੰਸੀਪਲ ਨੂੰ ਨਹੀਂ ਮੰਨਦੇ ਤੇ ਪਾਲਿਸੀ ਨੂੰ ਮੰਨਦੇ ਆ। ਇਹ ਉਹਨੇ ਐਂਬੀਗੁਇਟੀ ਨੂੰ ਸਟ੍ਰੈਟੇਜਿਕ ਐਂਬੀਗੁਇਟੀ ਕਹਿੰਦੇ ਆ। ਸਟ੍ਰੈਟੇਜਿਕ ਐਂਬੀਗੁਇਟੀ ਜਾਂ ਹੇਰ ਫੇਰ ਜਾਂ ਇਸ ਕਰਕੇ ਰੱਖਿਆ ਹੋਇਆ ਕਿ ਜਦੋਂ ਅਸੀਂ ਇੰਟਰਫੇਅਰ ਕਰਨਾ ਹੋਵੇ ਇੰਟਰਫੇਅਰ ਕਰ ਵੀ ਲਈਏ, ਜੇ ਨਹੀਂ ਕਰਨਾ ਹੋਵੇ ਨਾ ਕਰੀਏ। ਬੁਨਿਆਦੀ ਗੱਲ ਇਹ ਹੈ ਕਿ ਉਹ ਤਾਈਵਾਨ ਨੂੰ ਚੀਨ ਦੇ ਅਧਿਕਾਰ ਥੱਲੇ ਨਹੀਂ ਜਾਣ ਦੇਣਾ ਚਾਹੁੰਦੇ, ਮਤਲਬ ਉਹ ਤੇ ਕਨਫਲਿਕਟ ਰਹਿਣ ਦੇਣਾ ਚਾਹੁੰਦੇ ਆ। ਹਾਂਜੀ, ਜਦੋਂ ਉਹਨਾਂ ਨੇ ਚੀਨ ਦੇ ਨਾਲ ਸੰਬੰਧ ਬਣਾਇਆ ਵੀ ਸੀਗਾ ਤਾਂ ਕਨਫਲਿਕਟ ਨਹੀਂ ਕਹਿ ਸਕਦੇ। ਵੇਖੋ ਅਮਰੀਕਾ ਇੱਕ ਤਾਂ ਕਨਫਲਿਕਟ ਤਾਂ ਚਾਹੁੰਦਾ ਹੀ ਆ ਉੱਥੇ। ਕਨਫਲਿਕਟ ਤੋਂ ਇਲਾਵਾ ਉਹਦੇ ਸਟ੍ਰੈਟੇਜਿਕ ਇੰਟਰਸਟਸ, ਉਹਦੇ ਸੈਮੀਕੰਡਕਟਰ ਇੰਡਸਟਰੀ ਆ, ਚਾਈਨਾ ਨੂੰ ਕੰਟੇਨ ਵੀ ਕਰਨਾ ਉਹਨੇ, ਤਾਂ ਉਹ ਚੀਜ਼ਾਂ ਹੈਗੀਆਂ। ਸੈਕਿੰਡ ਉਹਦੇ ਵਿੱਚ ਵੱਡੀ ਗੱਲ ਇਹ ਹੈਗੀ ਆ ਕਿ ਉੱਥੋਂ ਅਮਰੀਕਨ ਆਈਡੀਓਲੋਜੀ ਦਾ ਉਹ ਇੱਕ ਆਪਣਾ ਇੱਕ ਸਮਝ ਲਓ ਉਹਦਾ ਫੁੱਟਪ੍ਰਿੰਟ ਆ ਉੱਥੇ। ਉੱਥੋਂ ਉਹਨੇ ਉਹ ਵੈਨਗਾਰਡ ਆ ਉਹਦਾ, ਹੈ ਨਾ, ਉਹਨੇ ਅੱਗੇ ਅਗਾਂਹ ਵਧਣਾ ਉਹਦੇ ਤੋਂ। ਤੇ ਉਹਦੀ ਕੋਸ਼ਿਸ਼ ਹੈ ਕਿ ਵੀ ਮੈਂ ਚੀਨ ਤੋਂ ਵੀ ਕਮਿਊਨਿਸਟ ਆਈਡੀਓਲੋਜੀ ਖਤਮ ਕਰਕੇ ਇੱਥੇ ਡੈਮੋਕ੍ਰੈਟਿਕ ਲਿਬਰਲਾਈਜ਼ਡ ਵਰਲਡ ਲਿਆਵਾਂ। ਤਾਂ ਉਹ ਜੇ ਤਾਈਵਾਨ ਤੋਂ ਵੀ ਧੱਕਿਆ ਜਾਊਗਾ ਤਾਂ ਤਾਂ ਪ੍ਰੋਬਲਮ ਹੋ ਜਾਊਗੀ ਡੈਫੀਨਿਟਲੀ। ਸੋ ਉਹਦੇ ਇਕੱਲੇ ਇਹ ਨਹੀਂ ਕਿ ਉੱਥੇ ਉਹਨੇ ਲੜਾਈ ਰੱਖਣੀ ਹੈ, ਲੜਾਈ ਤੋਂ ਇਲਾਵਾ ਉਹਨੇ ਉੱਥੇ ਜਿੱਤ ਪ੍ਰਾਪਤ ਕਰਨੀ ਹੈ, ਉਹਨੇ ਆਪਦੀ ਆਈਡੀਓਲੋਜੀ ਉੱਥੇ ਪੁਸ਼ ਕਰਨੀ ਹੈ। ਦੇਖੋ ਅਮਰੀਕਾ ਦੀ ਬੇਸਿਕ ਸੋਚ ਕੀ ਹੈ? ਅਮਰੀਕਾ ਦੀ ਬੇਸਿਕ ਸੋਚ ਇਹ ਹੈ ਕਿ ਵੀ ਮੈਂ ਵਰਲਡ 'ਚ ਚਾਹੇ ਰੂਸ ਆ ਚਾਹੇ ਚੀਨ ਆ, ਉੱਥੇ ਇੱਕ ਲਿਬਰਲ ਡੈਮੋਕ੍ਰੇਸੀ ਚਲਾਵਾਂ ਜਿਹਦੇ ਵਿੱਚ ਕਾਰਪੋਰੇਟਸ ਤੇ ਮੇਰੀ MNC ਜ਼ਿਆਦਾ
ਪ੍ਰੋਫਿਟ ਜਨਰੇਟ ਕਰ ਫਲਰਿਸ਼ ਕਰਨ ਠੀਕ ਹੈ। ਤਾਂ ਇਹਦੇ ਵਾਸਤੇ ਉਹਦੀ ਸਾਰੀ ਮੂਵਸ ਹੁੰਦੀ ਹੈ। ਸੋ ਇਹ ਮੂਵ ਦੇ ਵਿੱਚ ਜੇ ਉਹ ਤਾਇਵਾਨ ਤੋਂ ਪਿੱਛੇ ਹਟ ਜਾਂਦਾ ਹੈ ਤਾਂ ਉਹ ਡਿਫੀਟ ਆ ਉਹਦੀ। ਤੇ ਉਧਰੋਂ ਚਾਈਨਾ ਵਾਸਤੇ ਇਹ ਆ ਕਿ ਜਿਵੇਂ ਉਹ ਉਹਨੂੰ ਉਕਸਾ ਕੇ ਗਿਆ ਤਾਂ ਹੁਣ ਚਾਈਨਾ ਵਾਸਤੇ ਵੀ ਪ੍ਰੋਬਲਮ, ਉਹਦੇ ਚ ਲੋਕਲ ਪੋਲਿਟਿਕਸ ਵੀ ਪਲੇ ਕਰਦੀ ਆ। ਬਾਈਡਨ ਦੀ ਲੋਕਲ ਪੋਲਿਟਿਕਸ ਵੀ ਪਲੇ ਕਰ ਰਹੀ ਆ। ਸ਼ੀ ਦੇ ਵੀ ਸਰਟਨ, ਸ਼ੀ ਇੱਕ ਸਟਰੋਂਗ ਲੀਡਰ ਤਾਂ ਮਰ ਜਾਊਗਾ ਜੇ ਉਹ ਜਵਾਬ ਦੇ ਸਕੂਗਾ। ਜਿਵੇਂ ਤੁਸੀਂ ਜਿਨਪਿੰਗ ਜੋ ਪ੍ਰੈਜ਼ੀਡੈਂਟ ਚਾਈਨਾ ਦੇ ਨੂੰ ਜ਼ਿਕਰ ਕੀਤਾ, ਜੋ ਥਰਡ ਟਰਮ ਲਈ ਹੁਣ ਇਲੈਕਸ਼ਨਸ ਉੱਥੇ ਹੋਣੀਆਂ ਨੇ, ਚੁਣਾਵ ਹੋਣੇ ਨੇ, ਤਾਂ ਕੀ ਇਹ ਵੀ ਇੱਕ ਵੱਡੀ ਗੱਲ ਹੈਗੀ ਹੈ ਕਿ ਚਾਈਨਾ ਥੋੜਾ ਜਿਹਾ ਉਸ ਚੀਜ਼ ਨੂੰ ਸੰਜੀਦਗੀ ਨਾਲ ਲੈ ਰਿਹਾ? ਹਾਂ ਬਿਲਕੁਲ ਜੀ। ਉਹਦੇ 'ਚ ਸ਼ੀ ਜਿਨਪਿੰਗ ਦੀ ਆਪ ਦੀ ਅਥਾਰਟੀ ਦੇ ਉੱਤੇ ਵੀ ਬਹੁਤ ਵੱਡਾ ਕੁਐਸਚਨ ਆ। ਸੈਕੰਡ ਇਹ ਆ ਕਿ ਜਿਹੜਾ ਹੈਗਾ ਬਾਈਡਨ ਨੂੰ ਵੀ ਬੜਾ ਵੀਕ ਵੇਖਣ ਲੱਗ ਗਏ ਸੀ ਪਿੱਛੇ। ਤਾਂ ਬਾਈਡਨ ਨੇ 2 ਐਕਸ਼ਨਸ ਐਸ ਕੰਪੈਰੀਟਿਵ ਟੂ ਟਰੰਪ, ਟਰੰਪ ਜਾਂ ਕਹਿ ਲਓ ਕਿ ਵੀ ਉਹ ਨਹੀਂ ਅਸਰਟ ਕਰ ਪਾ ਰਿਹਾ ਸੀ, ਉਹ ਸੋਚਦੇ ਸੀ। ਤਾਂ ਉਹਦੇ ਵਿੱਚ ਉਹਨੇ ਬੜਾ ਕਲੀਅਰਲੀ 2 ਚੀਜ਼ਾਂ ਕੀਤੀਆਂ। ਇੱਕ ਉਹਨੇ ਕਾਬੁਲ ਦੇ ਵਿੱਚ ਉਹ ਜਿਹੜਾ ਅਲ ਕਾਇਦਾ ਵਾਲੇ ਨੂੰ ਹਿੱਟ ਕੀਤਾ ਕਿ ਅਸੀਂ ਏਸਿਮੈਟ੍ਰਿਕ ਵਾਰਫੇਅਰ ਦੇ ਅਗੇਂਸਟ ਵੀ ਅਸੀਂ ਲੜ ਸਕਦੇ ਹਾਂ। ਜਿਹੜੇ ਇਸ ਤਰੀਕੇ ਦੇ ਲੜਾਕੇ ਆ ਸਾਡੇ ਇਸਲਾਮਿਕ ਥ੍ਰੈਟ ਆ, ਸਾਨੂੰ ਇਸਲਾਮਿਕ ਜਿਹਾਦੀਆਂ ਦੀ ਥ੍ਰੈਟ ਆ। ਤੇ ਦੂਜੇ ਪਾਸੇ ਸਾਨੂੰ ਜਿਹੜੀ ਚਾਈਨਾ ਤੋਂ ਵੀ ਥ੍ਰੈਟ ਆ, ਉਹਨੂੰ ਵੀ ਅਸੀਂ ਇੱਕ ਤਰ੍ਹਾਂ ਲਲਕਰ ਕੇ ਗਏ ਆ ਕਹਿ ਲਓ। ਹਾਲਾਂਕਿ ਉਹਨਾਂ ਨੇ ਬਹੁਤ ਧਿਆਨ ਰੱਖਿਆ ਕਿ ਮਲੇਸ਼ੀਆ ਤੋਂ ਉਹ ਤਾਇਵਾਨ ਦੀ ਸਟ੍ਰੇਟਸ ਦੇ ਵਿੱਚ ਜਾਂ ਸਿੱਧੇ ਨਹੀਂ ਆਏ, ਉਹ ਦੂਜਾ ਰੂਟ ਲਿਆ ਉਹਨੇ ਪੈਲੋਸੀ ਨੂੰ ਲਿਆਉਂਦਾ। ਬਟ ਇੱਕ ਤਰ੍ਹਾਂ ਮੋਰ ਔਰ ਲੈਸ ਉਹ ਇੱਕ ਵਾਰੀ ਤਾਂ ਉਹਨੂੰ ਦਿਖਾ ਗਏ ਆ ਕਿ ਬਈ ਅਸੀਂ ਇੱਥੇ ਹੈਗੇ ਆ, ਹਲੇ ਅਸੀਂ ਅੱਛਾ, ਪਾਵਰ। ਬਰਾੜ ਸਾਹਿਬ, ਇੱਕ ਚੀਜ਼ ਜਿਹੜਾ ਸਾਊਥ ਚਾਈਨਾ ਸੀ ਹੈਗਾ, ਇਹ ਅੱਜ ਤੋਂ ਨਹੀਂ ਪਹਿਲਾਂ ਤੋਂ ਹੀ ਵਿਵਾਦਾਂ ਦੇ ਵਿੱਚ ਰਿਹਾ ਹੈਗਾ। ਇੱਥੋਂ ਤੱਕ ਕਿ ਕਿਹਾ ਜਾਂਦਾ ਕਿ ਚੀਨ ਨੇ ਆਰਟੀਫਿਸ਼ੀਅਲ ਆਈਲੈਂਡ ਵੀ ਬਿਲਡ ਕੀਤੇ ਨੇ ਔਰ ਕਿਤੇ ਨਾ ਕਿਤੇ ਆਪਣੀ ਮਿਲਟਰੀ ਦੀ ਜਾਂ 에ਅਰ ਬੇਸਿਸ ਨੇ ਜਿਹੜੇ ਉੱਥੇ ਡਿਪਲੋਏ ਕੀਤੇ ਹੋਏ ਨੇ ਉੱਥੇ। ਤਾਂ ਇੰਨੀ ਜ਼ਿਆਦਾ ਇੰਪੋਰਟੈਂਸ ਇਸ ਖਿੱਤੇ ਦੀ, ਉਸ ਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਜ਼ਰੂਰ ਪਾਓ। ਇੱਕ ਤਾਂ ਹੈਗਾ ਕਿ ਤਾਈਵਾਨ ਸਟੇਟ ਤੋਂ ਜਿਹੜੇ ਸ਼ਿਪਿੰਗ ਹੁੰਦੀ ਹੈ ਉਹ ਬੜੀ ਇੰਪੋਰਟੈਂਟ ਚੀਜ਼ ਹੈਗੀ ਆ, ਹੋਰ ਇਸ ਦੇ ਕੀ ਅਹਿਮ ਪਹਿਲੂ ਨੇ? ਦੇਖੋ ਜੀ, ਜਦੋਂ ਵੀ ਕਿਸੇ ਕੰਟਰੀ ਦਾ ਜਾਂ ਕਿਸੇ ਕਿਲੇ ਦਾ ਜਾਂ ਕਿਸੇ ਖਿੱਤੇ ਦਾ ਡਿਫੈਂਸ ਕਰਨਾ ਹੁੰਦਾ ਆਪਾਂ, ਤਾਂ ਉਹਦੇ ਮੋਟੇ ਤੌਰ ਤੇ 2 ਤਰੀਕੇ ਹੁੰਦੇ ਆ। ਇੱਕ ਡਿਫੈਂਸ ਇਹ ਹੁੰਦਾ ਕਿ ਆਪਾਂ ਕੋਈ ਜਿਵੇਂ ਤੁਸੀਂ ਕਦੀ ਕਿਲਾ ਵੇਖਿਆ ਹੋਵੇ, ਲਾਲ ਕਿਲਾ ਹੀ ਵੇਖ ਲਓ, ਉਹਦੇ ਬਾਹਰ ਇੱਕ ਨਹਿਰ ਜੀ ਪੱਟੀ ਵੀ ਹੈ ਤੇ ਨਹਿਰ ਦੇ ਬਿਯੋਂਡ ਇੱਕ ਲੰਬਾ ਮੈਦਾਨ ਛੱਡਿਆ ਹੋਇਆ ਖਾਲੀ ਦੂਰੀ, ਹੈ ਨਾ। ਤਾਂ ਡਿਫੈਂਸ ਦੇ ਮੋਟੇ 2 ਤਰੀਕੇ ਹੁੰਦੇ ਆ ਕਿ ਤੁਸੀਂ ਬਹੁਤ ਖੁੱਲੀ ਥਾਂ ਤੁਹਾਡੇ ਸਾਹਮਣੇ ਪਈ ਹੋਵੇ ਜਾਂ ਇੱਕ ਟੋਆ ਪੱਟਿਆ ਹੋਵੇ। ਦੇਸ਼ਾਂ ਦੇ ਡਿਫੈਂਸ ਵੀ ਆਏ ਹੁੰਦੇ ਆ, ਖਿੱਤਿਆਂ ਦੇ ਡਿਫੈਂਸ ਵੀ ਆਏ ਹੁੰਦੇ, ਕੰਟੀਨੈਂਟਸ ਦੇ ਡਿਫੈਂਸ ਵੀ ਆਏ ਹੁੰਦੇ ਆ। ਅਮਰੀਕਾ ਨੂੰ ਹੁਣ ਇਹ ਐਡਵਾਂਟੇਜ ਆ ਕਿ ਉਹਦੇ 2 ਆਸੇ-ਪਾਸੇ ਸਮੁੰਦਰ ਆ ਬਹੁਤ ਵੱਡੇ। ਤਾਂ ਸਮਝ ਲਓ ਉਹ ਕਿਲੇ ਦੇ ਆਸ-ਪਾਸ 2 ਮੋਡਸ ਆ, ਇੱਕ ਪਾਸੇ ਅਟਲਾਂਟਿਕ, ਇੱਕ ਪਾਸੇ ਪੈਸੀਫਿਕ। ਹਾਂਜੀ, ਤਾਂ ਪੈਸੀਫਿਕ ਨੂੰ ਕ੍ਰਾਸ ਕਰਕੇ ਹਮਲਾਵਰ ਆਊਗਾ ਤਾਂ ਉਹਨੂੰ ਬਹੁਤ ਸਮਾਂ ਲੱਗੂਗਾ ਨਾ, ਉਹ ਸ਼ਿਪਸ ਨੂੰ ਤਾਂ ਉਹਨੂੰ ਕਿਤੇ ਨਾ ਕਿਤੇ ਤੁਸੀਂ ਅੱਗੇ ਜਾ ਕੇ ਵੱਧ ਕੇ ਠੱਲ ਲਓਗੇ। ਚਾਈਨਾ ਇਹ ਚੀਜ਼ ਨੂੰ ਇੰਜੋਏ ਨਹੀਂ ਕਰਦਾ। ਸਾਊਥ ਚਾਈਨਾ ਸੀ ਦੇ ਬਹੁਤ ਆਈਲੈਂਡਸ ਆ ਜਿਹੜੇ ਦੇ ਤੇ ਬੇਸਿਸ ਬਣ ਸਕਦੀਆਂ ਉਹਦੇ ਅਗੇਂਸਟ, ਤੇ ਉਹਦੀ ਕੰਟਰੀ ਅੰਦਰ ਹਿੱਟ ਹੋ ਸਕਦਾ। ਤੇ ਅਨਫੋਰਚੂਨੇਟਲੀ ਔਰ ਫੋਰਚੂਨੇਟਲੀ ਫॉर ਚਾਈਨਾ, ਜਿਹੜਾ ਉਹਦਾ ਹਾਰਟਲੈਂਡ ਆ, ਜਿਹੜੀ ਉਹਦੀ ਮੇਨ ਕਰਕਸ ਉਹਦੀ ਪੋਪੂਲੇਸ਼ਨ ਆ, ਇੰਡਸਟਰੀਅਲ ਜ਼ੋਨਸ ਆ, ਕੈਪੀਟਲਸ ਆ, ਜਿਹੜੀ ਨਸਲ ਹਾਨ ਨਸਲ ਉੱਥੇ ਰਾਜ ਕਰਦੀ ਆ ਮੇਨ ਆ, ਉਹ ਸਾਰੀ ਉਸ ਕੋਸਟ ਦੇ ਉੱਤੇ ਬੈਠੀ ਆ। ਤਾਂ ਉਸ ਕੋਸਟ ਨੂੰ ਡਿਫੈਂਡ ਕਰਨਾ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਆ। ਕਿ ਉਹ ਕੋਸਟ ਸਾਊਥ ਚਾਈਨਾ ਸੀ 'ਚ ਪੈਂਦੀ ਆ, ਤਾਂ ਉਹਨੂੰ ਸਾਰੇ ਆਈਲੈਂਡਸ ਤੋਂ ਉਹਨਾਂ ਨੂੰ ਧੱਕ ਕੇ ਉਹਦੀ ਕੋਸ਼ਿਸ਼ ਆ। ਉਹਨੇ ਲਾਈਨਸ ਵਾਈਆਂ ਵੀ ਆਉਂਦੀਆਂ, ਉਹ ਹੁਣ ਜਿਵੇਂ ਤਾਇਵਾਨ ਤੱਕ ਕੋਸ਼ਿਸ਼ ਆ ਪਹਿਲੀ ਉਹਦੀ ਕਿ ਮੈਂ ਉੱਥੋਂ ਤੱਕ ਆਵਾਂ। ਨੈਕਸਟ ਆ ਕਿ ਅਗਾਂਹ ਇੱਕ ਫਿਲੀਪਾਈਨਸ ਤੱਕ ਮੈਂ ਇਹਨੂੰ ਬਚਾ ਲਾਂ ਆਪਦਾ। ਸੋ ਇੱਕ ਤਾਂ ਇਹ ਆ। ਸੈਕਿੰਡ ਵੱਡੀ ਗੱਲ ਇਹ ਆ ਕਿ ਚਾਈਨਾ ਦੀ ਜਿਹੜੀ એનર્ਜੀ ਨੀਡਸ ਆ ਉਹ ਬਹੁਤ ਜ਼ਿਆਦਾ ਹੈ, ਤੇ ਚਾਈਨਾ ਦੀ ਆਪਦੀ એનર્ਜੀ ਰਿਸੋਰਸਿਸ ਬਹੁਤ ਘੱਟ ਆ। ਤਾਂ ਉਹ ਜਿਹੜਾ ਟ੍ਰੇਡ ਹੁੰਦਾ, ਜਿਹੜਾ ਉਹਨੂੰ ਪਹੁੰਚਦਾ, ਉਹ ਸਟ੍ਰੇਟਸ ਆਫ ਮਲੱਕਾ ਜਿਵੇਂ ਸਿੰਗਾਪੁਰ ਕੋਲ ਦੀ ਹੋ ਕੇ ਸਾਊਥ ਚਾਈਨਾ ਸੀ ਦੇ ਵਿੱਚ ਦੀ ਪਹੁੰਚਦਾ। ਜੇ ਉਹ ਥ੍ਰੈਟਨ ਹੋ ਜਾਂਦਾ ਤਾਂ ਉਹਨੂੰ ਕੋਈ ਵੀ ਥ੍ਰੋਟਲ ਕਰ ਸਕਦਾ, ਉੱਤੋਂ ਉਹਦਾ ਗਲਾ ਘੁੱਟ ਸਕਦਾ। ਮਤਲਬ ਕਿ ਚਾਈਨਾ ਉਸ ਨੂੰ ਆਪਣੇ ਥੋੜਾ ਦਬਦਬੇ ਹੇਠ ਰੱਖਣਾ ਚਾਹੁੰਦਾ, ਦਬਦਬਾ ਛੱਡੋ, ਫੁੱਲ ਕੰਟਰੋਲ ਉਹਦਾ ਤੇ ਰੱਖਣਾ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਵੀ ਇਹਦੇ ਆਸੇ-ਪਾਸੇ ਕੋਈ ਹੋਰ ਮੈਨੂੰ ਵੱਡੀ ਤਾਕਤ ਨਹੀਂ ਵੱਡੀ ਤਾਕਤ ਕਿ ਹਾਂ ਮੈਨੂੰ ਰੋਕ ਨਾ ਕੋਈ ਸਕੇ। ਤੇ ਉਹਦੇ ਆਲਟਰਨੇਟਿਵਸ ਵੀ ਕੱਢਦਾ, ਜਿਵੇਂ ਸੀਪੈਕ ਇੱਕ ਉਹਦਾ ਆਲਟਰਨੇਟਿਵ ਆ ਕਿ ਵੀ ਮੈਨੂੰ ਕਿਵੇਂ ਨਾ ਕਿਵੇਂ એનર્ਜੀ ਮਿਲਦੀ ਰਵੇ। ਸੋ ਇਹ ਉਹਦਾ ਬੇਸਿਕ ਰੀਜ਼ਨ ਆ ਕਿ ਉਹਨੂੰ ਬਹੁਤ ਇੰਪੋਰਟੈਂਟ ਆ। ਬਿਲਕੁਲ, ਸੀਪੈਕ ਦਾ ਤੁਸੀਂ ਜ਼ਿਕਰ ਕੀਤਾ, ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ। ਜੇ ਹੁਣ ਗੱਲ ਕਰੀਏ ਤਾਂ ਭਾਰਤ ਦੇ ਉੱਪਰ ਇਸ ਜੋ ਜੀਓਪੋਲੀਟੀਕਲ ਸਿਚੁਏਸ਼ਨ ਬਣੀ ਹੋਈ ਹੈ ਤਾਈਵਾਨ ਤੇ ਚੀਨ ਦੇ ਵਿਚਾਲੇ ਔਰ ਅਮਰੀਕਾ ਇਨਵੋਲਵਡ ਹੈ ਇਸ ਦੇ ਵਿੱਚ, ਭਾਰਤ ਇਸ ਨੂੰ ਕਿਵੇਂ ਦੇਖੇ? ਕਿਉਂਕਿ ਚੀਨ ਇਹ ਵੀ ਕਹਿ ਰਿਹਾ ਕਿ ਭਾਰਤ ਨੂੰ ਵਨ ਚਾਈਨਾ ਪਾਲਿਸੀ ਦੇ ਨਾਲ ਸਟਿਕ ਹੋ ਕੇ ਰਹਿਣਾ ਚਾਹੀਦਾ। ਇਹ ਬਿਆਨ ਜਿਹੜੇ ਪਿਛਲੇ ਦਿਨੀ ਆਏ ਨੇ,
ਔਰ ਦੂਜੇ ਪਾਸੇ ਸੈਮੀਕੰਡਕਟਰ ਇੰਡਸਟਰੀ ਦਾ ਜ਼ਿਕਰ ਕਰ ਰਹੇ ਸੀਗੇ ਕਿ ਤਾਈਵਾਨ ਦੇ ਵਿੱਚ ਸੈਮੀਕੰਡਕਟਰ ਇੰਡਸਟਰੀ ਕਾਫੀ ਵੱਡੀ ਹੈਗੀ ਆ। ਜਦੋਂ ਤੋਂ ਇਹ ਕਨਫਲਿਕਟ ਸ਼ੁਰੂ ਹੋਇਆ ਹੈਗਾ, ਇਹ ਵਿਵਾਦ ਸ਼ੁਰੂ ਹੋਇਆ, ਉਦੋਂ ਤੋਂ ਚਾਈਨਾ ਨੇ ਜੋ ਸਟੈਪਸ ਚੱਕੇ ਨੇ ਉਹਦੇ ਵਿੱਚ ਇੱਕ ਤਾਂ ਫਰੂਟ ਦਾ ਇੰਪੋਰਟ ਹੈ ਜਿਹੜਾ ਤਾਈਵਾਨ ਤੋਂ ਬੰਦ ਕਰ ਦਿੱਤਾ, ਔਰ ਦੂਜਾ ਜਿਹੜਾ ਚਿਪ ਮੈਨੂਫੈਕਚਰਿੰਗ ਦੀ ਸੈਂਡ ਜਾਂਦੀ ਹੈਗੀ ਆ ਉਹ ਜਿਹੜੀ ਹੈ ਉਹ ਬੰਦ ਕਰ ਦਿੱਤੀ ਹੈਗੀ ਆ ਤਾਈਵਾਨ ਨੂੰ। ਸੋ ਇਹ ਦੋ ਚੀਜ਼ਾਂ ਚੱਲੀਆਂ। ਤੀਜੇ ਨੰਬਰ ਤੇ ਜੋ ਇੰਡੀਆ ਹੈਗਾ ਉਹ ਕਾਫੀ ਜ਼ਿਆਦਾ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਹੁਣ ਤਾਈਵਾਨ ਦੇ ਨਾਲ ਸਾਂਝ ਪਾ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ, ਔਰ ਇੰਡੀਆ ਦੇ ਵਿੱਚ ਮੈਨੂਫੈਕਚਰਿੰਗ ਪਲਾਂਟ ਜਿਹੜੇ ਨੇ ਉਹ ਤਕਰੀਬਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਸਾਰੀ ਚੀਜ਼ ਦੇ ਉੱਪਰ ਕਿਵੇਂ ਇੰਪੈਕਟ ਪਏਗਾ ਔਰ ਇੰਡੀਆ ਨੂੰ ਰਿਐਕਟ ਕਿਵੇਂ ਕਰਨਾ ਚਾਹੀਦਾ ਇਸ ਦੇ ਉੱਪਰ? ਦੇਖੋ, ਇੰਡੀਆ ਤਕਰੀਬਨ ਜਿਵੇਂ ਯੂਐਸ ਦੀ ਪਾਲਿਸੀ ਆ ਨਾ ਜੀ, ਉਹ ਫੋਲੋ ਕਰਦਾ ਤਾਇਵਾਨ ਦੇ ਵਿੱਚ। ਇੰਡੀਆ ਨੇ 95 ਤੱਕ ਤਾਂ ਕੋਈ ਮੋਟੇ ਸੰਬੰਧ ਨਹੀਂ ਰੱਖੇ ਉਹਦੇ ਨਾਲ, ਬਟ 95 ਦੇ ਵਿੱਚ ਤਾਇਵਾਨ ਜਿਹੜਾ ਸੀ ਪਿਓਰਲੀ ਡੈਮੋਕ੍ਰੈਟਿਕ ਹੋ ਗਿਆ ਤੇ ਲੀ ਉਹਦਾ ਨਾਂ ਲੰਬਾ ਸੀਗਾ, ਲੀ ਨਾਂ ਦੇ ਉਹਨਾਂ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਡੈਮੋਕ੍ਰੈਟਿਕ ਵੈਲਿਊਜ਼ ਉਹਨਾਂ ਨੇ ਇਨਕਲਕੇਟ ਕੀਤੀਆਂ ਤਾਇਵਾਨ ਤੇ। ਇੰਡੀਆ ਨਾਲ ਉਦੋਂ ਪਹਿਲੀ ਵਾਰ ਉਹਨਾਂ ਦਾ ਇੱਕ ਕਲਚਰਲ ਐਕਸਚੇਂਜ ਸੈਂਟਰ ਖੋਲ੍ਹੇ। ਹਾਲੇ ਤੱਕ ਕੋਈ ਅੰਬੈਸਡਰ ਜਾਂ ਉਹ ਜਿਹੀ ਚੀਜ਼ ਤਾਂ ਉਹਨਾਂ ਦੀ ਹੈ ਨਹੀਂ ਗੀ ਇੱਕ ਦੂਜੇ। ਦੂਸਰੀ ਗੱਲ ਪ੍ਰੋਬਲਮ ਇਹ ਹੈਗੀ ਹੈ ਜੀ ਕਿ ਆਪਣਾ ਹਿੰਦੁਸਤਾਨ ਨੇ ਹੁਣ ਫੇਰ ਥੋੜਾ ਸੰਬੰਧ ਬਣਾਉਂਦਾ ਹੈ, ਪਰ ਜਦੋਂ ਇੰਡੀਆ ਉਧਰ ਵਾਰਮ ਅਪ ਹੁੰਦਾ ਹੈ ਚਾਈਨਾ ਨਾਲ, ਤਾਂ ਉਦੋਂ ਉਹ ਤਾਇਵਾਨ ਨਾਲ ਥੋੜਾ ਜਿਹਾ ਰਿਲੇਸ਼ਨਸ਼ਿਪ ਘਟਾ ਲੈਂਦਾ ਹੈ। ਠੀਕ ਹੈ, ਮਤਲਬ ਉਹ ਇੱਕ ਗੇਮ ਜੀ ਖੇਡਦਾ ਦੋਵਾਂ ਨਾਲ ਮਿਲ ਕੇ। ਇਹਦੇ ਵਿੱਚ ਕੀ ਆ ਕਿ ਵੀ ਹੁਣ ਪਿੱਛੇ ਜੇ ਜਦੋਂ ਨਵੀਂ ਉਹਨਾਂ ਦੀ ਪ੍ਰੈਜ਼ੀਡੈਂਟ ਚੁਣੀ ਗਈ ਸੀ ਤਾਂ ਉਦੋਂ ਮੀਨਾਕਸ਼ੀ ਲੇਖੀ ਤੇ ਇੱਕ ਹੋਰ ਬੀਜੇਪੀ ਦੇ 2 ਸਦੱਸਿਆ ਸੀਗੇ ਜਿਹੜੇ ਦੋਨਾਂ ਨੇ ਪਾਰਟਿਸਿਪੇਟ ਕੀਤਾ ਇਹਦੇ ਵਿੱਚ, ਆਪਣੇ ਦੇ ਵਿੱਚ ਉਹਨਾਂ ਦੀ ਕੀਤਾ ਤਾਂ ਵਰਚੁਅਲ ਉਹਦੇ ਵਿੱਚ, ਪਰ ਉਹ ਸਵੇਰਿੰਗ ਇਨ ਸੈਰੇਮਨੀ 'ਚ ਪਾਰਟਿਸਿਪੇਟ ਕੀਤਾ, ਜਿਹੜਾ ਚੀਨ ਨੂੰ ਠੀਕ ਨਹੀਂ ਲੱਗਿਆ। ਇਸੇ ਤਰ੍ਹਾਂ 2010 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਪਹਿਲੀ ਸ਼ੀ ਤੋਂ ਪਹਿਲਾਂ ਜਿਹੜੇ ਸੀ ਉਹਨਾਂ ਨਾਲ, ਤੇ ਉਦੋਂ ਬਾਅਦ ਵੀ ਇੰਡੀਆ ਨੇ ਉਹ ਵਨ ਚਾਈਨਾ ਪਾਲਿਸੀ ਨੂੰ ਰੀਅਸਰਟ ਨਹੀਂ ਕੀਤਾ, ਕਿਤੇ ਬੋਲਿਆ ਨਹੀਂ, ਨਾ ਉਹਨੂੰ ਡਿਨਾਈ ਕੀਤਾ ਤੇ ਨਾ ਹੀ ਉਹਨੂੰ ਬੋਲਿਆ। ਸੋ ਇੱਕ ਐਂਬੀਗੂਅਸ ਜਿਹਾ ਸਟੈਂਡ ਰੱਖਦਾ ਇੰਡੀਆ ਕਿ ਵੀ ਆਪਾਂ ਚੀਨ ਨੂੰ ਆਪਣਾ ਐਂਟੇਗਨਾਈਜ਼ ਵੀ ਨਾ ਕਰੀਏ, ਉਹਨੂੰ ਨਾਰਾਜ਼ ਵੀ ਨਾ ਕਰੀਏ, ਬਟ ਬਿਲਕੁਲ ਨਾਲ ਵੀ ਨਾ ਹੋ ਜੀ ਉਹਦੇ। ਈਵਨ ਕਿ ਪਿਛਲੇ ਦਿਨਾਂ 'ਚ ਇਹ ਵੀ ਤੱਥ ਚੀਨ ਦੇ ਵੱਲੋਂ ਜ਼ਾਹਰ ਕੀਤੇ ਗਏ ਨੇ, ਹਾਲਾਂਕਿ ਇੰਡੀਆ ਜਿਹੜਾ ਕਹਿੰਦਾ ਹੈ ਕਿ ਸਭ ਤੋਂ ਜ਼ਿਆਦਾ ਅਗਰ ਟ੍ਰੇਡ ਰਿਲੇਸ਼ਨਸ ਨੇ ਚਾਈਨਾ ਦੇ ਤਾਂ ਯੂਐਸ ਦੇ ਨਾਲ ਨੇ, ਜਦਕਿ ਚੀਨ ਕਹਿੰਦਾ ਕਿ ਹੁਣ ਕਿ ਸਭ ਤੋਂ ਜ਼ਿਆਦਾ ਅਗਰ ਟ੍ਰੇਡ ਰਿਲੇਸ਼ਨ ਹੋ ਰਿਹਾ ਤਾਂ ਉਹ ਇੰਡੀਆ ਦੇ ਨਾਲ ਹੋ ਰਿਹਾ। ਉਹ ਤਾਂ ਆਏ ਆ ਜੀ ਕਿ ਉਹਦੇ ਵਿੱਚ ਚਾਈਨਾ ਕਿ ਤਾਇਵਾਨ ਦੇ ਤੇ ਇੰਡੀਆ ਦੇ, ਤਾਇਵਾਨ ਤਾਂ ਬੜਾ ਨਹੀਂ ਸੌਰੀ ਚਾਈਨਾ ਔਰ ਇੰਡੀਆ ਦੇ, ਚਾਈਨਾ ਇੰਡੀਆ ਦੇ ਤਾਂ ਜੀ ਉਹਦਾ ਰੀਜ਼ਨ ਵੀ ਆ, ਪਰ ਉਹ ਕੋਈ ਐਡਾ ਚੰਗਾ ਟ੍ਰੇਡ ਰਿਲੇਸ਼ਨ ਨਹੀਂ, ਬਿਕੋਜ਼ ਡੈਫਿਸਿਟ ਜਿਹੜਾ ਉਹ ਚਾਈਨਾ ਦੇ ਐਡਵਾਂਟੇਜ 'ਚ ਜਾਂਦਾ ਹੈਗਾ। ਚਾਈਨਾ ਤੋਂ ਜ਼ਿਆਦਾ ਸਮਾਨ ਆਉਂਦਾ, ਆਪਣਾ ਘੱਟ ਜਾਂਦਾ, ਤਾਂ ਟ੍ਰੇਡ ਡੈਫਿਸਿਟ ਬਹੁਤ ਜ਼ਿਆਦਾ ਰਹਿੰਦਾ। ਉਹ ਸਿਰਫ ਇੰਨਾ ਹੀ ਫਾਇਦਾ ਹਿੰਦੁਸਤਾਨ ਨੂੰ ਕਿ ਉਹਦੇ ਨਾਲ ਤੁਸੀਂ ਚੀਨ ਨਾਲ ਇੱਕ ਪੀਸ ਬਾਏ ਕਰੀ ਰੱਖਦੇ ਹੋ ਕਿ ਚੀਨ ਇੱਕ ਵਾਸਤੇ ਹਿੰਦੁਸਤਾਨ ਇੱਕ ਇੰਪੋਰਟੈਂਟ ਟ੍ਰੇਡਿੰਗ ਪਾਰਟਨਰ ਰਹਿੰਦਾ, ਤਾਂ ਉਹ ਕਈ ਜਗ੍ਹਾ ਦੇ ਵਿੱਚ ਆਪਦੇ ਮਿਲਟਰੀ ਸਟੈਂਡਸ ਜੇ ਨਹੀਂ ਲੈਂਦਾ, ਜਿਵੇਂ ਉਹਦੇ ਕੁਛ ਏਰੀਆਜ਼ ਨੂੰ ਹਿੰਦੁਸਤਾਨ ਦੇ ਉਹਨੂੰ ਕਲੇਮ ਕਰਦਾ ਤੇ ਉਹਨਾਂ ਤੇ ਉਹ ਇੰਨਾ ਹਾਵੀ ਨਹੀਂ ਹੁੰਦਾ, ਬਿਕੋਜ਼ ਉਹਨੂੰ ਟ੍ਰੇਡ ਵੀ ਆਪਦਾ ਵੇਖਣਾ ਪੈਂਦਾ। ਤੋ ਇਹ ਸਾਰੀ ਚੀਜ਼ ਦੇ ਵਿੱਚ ਰੂਸ ਨੂੰ ਕੋਈ ਫਾਇਦਾ ਹੈ ਜੋ ਇਸ ਵੇਲੇ ਕਨਫਲਿਕਟ ਚੱਲ ਰਿਹਾ? ਕਿਉਂਕਿ ਅਗਰ ਮੈਂ ਸਟੇਟਮੈਂਟ ਦੀ ਹੀ ਗੱਲ ਕਰਾਂ, ਕਿਉਂਕਿ ਜਿਵੇਂ ਗੱਲ ਕਰ ਰਹੇ ਸੀ ਕਿ ਬਿਆਨ ਹੀ ਦਿੱਤਾ ਸਿਰਫ ਰੂਸ ਨੇ, ਇਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਕੀਤਾ ਹੈਗਾ, ਕੀ ਰੂਸ ਨੂੰ ਕੋਈ ਫਾਇਦਾ ਦਿਸਦਾ ਇਸ ਦੇ ਵਿੱਚ, ਜਾਂ ਫਿਰ ਇੱਕ ਵਕਤੀ ਤੌਰ ਤੇ ਕਿ ਠੀਕ ਹੈ ਅਮਰੀਕਾ ਨਾਲ ਉਹਦੀ ਟੈਨਸ਼ਨ ਤਾਂ ਚੱਲ ਹੀ ਰਹੀ ਹੈ ਯੂਕਰੇਨ ਦੇ ਵਿੱਚ, ਕਿ ਥੋੜਾ ਜਿਹਾ ਬਿਆਨਬਾਜ਼ੀ ਇਸ ਦੇ ਉੱਪਰ ਹੋ ਜਾਵੇ ਬਸ? ਵੇਖੋ ਜੀ, ਜੇ ਤਾਂ ਰਸ਼ੀਆ ਦੀ ਇੰਟੈਂਗਲਮੈਂਟ ਵੱਧਦੀ ਆ, ਚਾਈਨਾ ਦੀ ਇੰਟੈਂਗਲਮੈਂਟ ਵੱਧਦੀ ਹੈ ਤਾਇਵਾਨ ਵਾਲੇ ਅਫੇਅਰ ਦੇ ਵਿੱਚ, ਉਹ ਜਿਵੇਂ ਹੁਣ ਮਿਜ਼ਾਈਲਸ ਫਾਇਰ ਕਰ ਰਹੇ ਆ, ਈਵਨ ਉਤੋਂ ਦੀ ਵੀ ਤਾਇਪਾਈ ਦੀ ਮਿਜ਼ਾਈਲਸ ਫਾਇਰ ਕਰਦੀਆਂ, ਤੇ ਜੇ ਉਹ ਚੀਜ਼ ਵੱਧਦੀ ਆ ਉਹਨਾਂ ਦੀ ਜਾਂ ਉੱਥੇ ਐਸਕੇਲੇਟ ਹੁੰਦਾ ਤਾਂ ਡੈਫੀਨੇਟਲੀ ਰਸ਼ੀਆ ਦਾ ਯੂਕਰੇਨ ਵਾਲਾ ਜਿਹੜਾ ਫਰੰਟ ਆ ਉਹਦੇ ਤੇ ਥੋੜਾ ਜਿਹਾ ਰਿਲੈਕਸੇਸ਼ਨ ਉਹਨੂੰ ਮਿਲੂਗੀ। ਠੀਕ ਆ, ਉੱਥੇ 2 ਫਰੰਟਸ ਹੋ ਗਏ ਨਾ ਅਮਰੀਕਾ ਵਾਸਤੇ। ਦੇਖੋ ਇੱਕ ਹੋਰ ਗੱਲ ਆ, ਅਮਰੀਕਾ ਠੀਕ ਆ ਬਹੁਤ ਪਾਵਰਫੁਲ ਮੁਲਕ ਆ, ਬਟ ਜਿਹੜੇ ਵੱਡੇ ਮੁਲਕ ਆ, ਜਿਹੜੇ ਵੱਡੇ ਸਾਮਰਾਜ ਆ ਵਰਲਡ ਦੇ ਵਿੱਚ ਜਿਹੜੇ ਖਤਮ ਹੋਏ ਆ, ਉਹ ਕਈ ਵਾਰੀ ਜ਼ਿਆਦਾ ਫਰੰਟ ਖੋਲਣ ਕਰਕੇ ਵੀ ਖਤਮ ਹੋਏ। ਉਹਨੇ ਇੱਕੋ ਟਾਈਮ ਤੇ ਬਹੁਤ ਜ਼ਿਆਦਾ ਪਾਸੇ ਲੜਾਈ ਛੇੜ ਲਈ, ਜਿਵੇਂ ਹਿਟਲਰ ਸੀ ਉਹਨੇ ਵੀ 2 ਫਰੰਟ ਖੋਲ ਲਏ। ਤੇ ਜੇ ਹੁਣ ਬਾਈ ਚਾਂਸ 2 ਫਰੰਟ ਖੁੱਲ ਜਾਂਦੇ ਆ ਯੂਐਸਏ ਦੇ, ਇਹ ਤਾਂ ਹਲੇ ਆਪਾਂ ਇਹ ਅਜ਼ਿਊਮ ਕਰ ਰਹੇ ਹਾਂ ਨਾ ਵੀ ਚੀਨ ਚੁੱਪ ਬੈਠਾ ਹੈ, ਜੇ ਚੀਨ ਵੀ ਇੱਕ ਫਰੰਟ ਖੁੱਲ ਜਾਂਦਾ ਤੇ ਉਧਰੋਂ ਯੂਕਰੇਨ ਵੈਸਟ 'ਚ ਵੀ ਉਹਦਾ ਫਰੰਟ ਖੁੱਲ ਜਾਂਦਾ, ਤਾਂ ਜਿਹੜੇ ਉਹ 2 ਫਰੰਟ ਖੁੱਲਣਗੇ ਯੂਐਸਏ ਵਾਸਤੇ, ਉਹ ਕੋਈ ਜ਼ਰੂਰੀ ਨਹੀਂ ਕਿ ਵੀ ਉਹ ਇੰਟੈਂਗਲ ਨਾ ਹੋ ਜੀ, ਉਹ ਜ਼ਿਆਦਾ ਇੰਟੈਂਗਲ ਵੀ ਹੋ ਸਕਦਾ। ਸੋ ਇਹ ਉਹਦੇ ਵਾਸਤੇ ਮੁਸ਼ਕਿਲ ਵੀ ਹੋ ਸਕਦੀ ਹੈ ਕਿ ਜਿਹੜੀਆਂ ਲੜਾਈਆਂ ਹੁੰਦੀਆਂ ਇਹਦੇ ਵਿੱਚ ਕੁਛ ਨਹੀਂ ਆਪਾਂ ਕਹਿ ਸਕਦੇ ਹੁੰਦੇ ਕਿ ਕਿੱਧਰ ਨੂੰ ਘੁੰਮੇ। ਇੱਕ
ਤੁਸੀਂ ਫਿਲਮ ਵੀ ਵੇਖੀ ਹੋਊਗੀ 300 ਸਪਾਰਟਨਸ ਨਾਂ ਦੀ, ਹੈ ਨਾ। ਉਹਦੇ ਵਿੱਚ ਜਿਹੜਾ ਜ਼ੀਰੀਸ ਸੀਗਾ ਉਹ ਬਹੁਤ ਸਿਆਣਾ ਸੀ। ਉਹਨਾਂ ਨੇ ਤਾਂ ਉਹਨੂੰ ਹੋਰ ਤਰ੍ਹਾਂ ਦਿਖਾਇਆ, ਤੇ ਉਹ ਈਰਾਨ, ਪਰਸ਼ੀਆ, ਪ੍ਰੈਜ਼ੈਂਟ ਈਰਾਨ ਜਿਹਨੂੰ ਆਪਾਂ ਕਹਿੰਦੇ, ਉਹਦਾ ਬਾਦਸ਼ਾਹ ਸੀ। ਤੇ ਉਹ ਅਲੈਗਜ਼ੈਂਡਰੀਆ ਦੇ ਪੋਰਟ ਤੇ ਬੈਠਾ ਸੀ। ਉਦੋਂ ਅਲੈਗਜ਼ੈਂਡਰੀਆ ਨਹੀਂ ਕਹਿੰਦੇ ਸੀ, ਅਲੈਗਜ਼ੈਂਡਰ ਬਾਅਦ 'ਚ ਹੋਇਆ। ਤਾਂ ਅਲੈਗਜ਼ੈਂਡਰੀਆ ਦੇ ਪੋਰਟ ਤੇ ਉਹ ਬੈਠਾ ਦੇਖ ਰਿਹਾ ਸੀ, ਉਹਨੂੰ ਕੁਝ ਹੋਰ ਕਹਿੰਦੇ ਹੋਣੇ ਉਸ ਪੋਰਟ ਨੂੰ। ਤਾਂ ਉਹਦੀਆਂ ਸ਼ਿਪਸ ਜਾ ਰਹੀਆਂ ਸੀਗੀਆਂ ਨੇਪੀਅਨਸ ਉਸ ਸੀ ਦੇ ਵਿੱਚ। ਤਾਂ ਉਹ ਰੋਣ ਲੱਗ ਗਿਆ। 18 ਸਾਲ ਦਾ ਹੀ ਮੁੰਡਾ ਸੀ ਉਸ ਟਾਈਮ। ਤੇ ਜਦੋਂ ਰੋਣ ਲੱਗਿਆ ਤਾਂ ਉਹਦਾ ਜਿਹੜਾ ਚਾਚਾ ਸੀ, ਉਹਨੂੰ ਦੇਖ ਰਿਹਾ, ਇੱਕ ਵਜ਼ੀਰ ਸੀ ਉਹਦਾ, ਤੇ ਉਹਨੇ ਪੁੱਛਿਆ ਵੀ ਕਿ ਕਿਉਂ ਰੋਣਾ। ਉਹ ਕਹਿੰਦਾ ਵੀ ਅੱਜ ਤੱਕ ਇੰਨੀ ਤਾਕਤ ਕਿਸੇ ਰਾਜੇ ਨੇ ਦੁਨੀਆ ਤੇ ਵੇਖੀ ਨਹੀਂ, ਤੇ ਹੋ ਸਕਦਾ ਇਹ ਜਾਂਦੇ ਹੀ ਖਤਮ ਹੋ ਜੇ। ਸੋ ਹੀ ਵਾਜ਼ ਅਵੇਅਰ ਕਿ ਇੱਥੇ ਡਿਫੀਟ ਵੀ ਹੋ ਸਕਦੀ ਹੈ ਮੇਰੀ, ਹਾਲਾਂਕਿ ਡਿਫੀਟ ਹੋਈ ਵੀ ਉਹਦੀ ਬਾਅਦ 'ਚ। ਤੇ ਉਹ ਕਹਿੰਦਾ ਵੀ ਹਲੇ ਕੀ ਵਿਗੜਿਆ, ਆਪਾਂ ਹੁਣ ਮੁੜ ਚੱਲਦੇ ਹਾਂ, ਆਪਾਂ ਤਾਂ ਹਲੇ ਲੜੇ ਹੀ ਨਹੀਂ। ਉਹ ਕਹਿੰਦਾ ਵੀ ਜਿੱਦਣ ਮੇਰੇ ਬਜ਼ੁਰਗਾਂ ਨੇ ਇੱਕ ਪਿੰਡ ਤੋਂ ਅਗਲਾ ਪਿੰਡ ਘੇਰਿਆ ਹੋਊਗਾ ਰਾਜ ਕਰਨ ਵਾਸਤੇ, ਉਦੋਂ ਵੀ ਐਡਾ ਵੱਡਾ ਹੀ ਫੈਸਲਾ ਲੈਣਾ ਪਿਆ ਹੋਊਗਾ ਉਹਨਾਂ ਨੂੰ ਕਿ ਵੀ ਹੁਸਦਾ ਆਪਦਾ ਪਿੰਡ ਹੀ ਗਵਾ ਬੈਠਦੇ। ਠੀਕ ਹੈ ਨਾ। ਸੋ ਇਹ ਲੜਾਈਆਂ ਜਿਹੜੀਆਂ ਹੁੰਦੀਆਂ, ਇਹਦੇ ਵਿੱਚ ਦੋਨੇ ਪਲੜੇ ਬਰਾਬਰ ਦੇ ਭਾਰੀ ਹੁੰਦੇ ਆ। ਤਾਂ ਇਹ ਨਹੀਂ ਆਪਾਂ ਕਹਿ ਸਕਦੇ ਕਿ ਕਿਵੇਂ ਨਾ ਹੋਵੇ। ਰਸ਼ੀਆ ਡੈਫੀਨੇਟਲੀ ਸੋਚਦਾ ਹੋਊਗਾ ਕਿ ਵੀ ਅਮਰੀਕਾ ਦਾ ਇੱਕ ਫਰੰਟ ਹੋਰ ਖੁੱਲ ਜੇ ਤਾਂ ਮੇਰੇ ਤੋਂ ਡੀਪਰੈਸ਼ਰਾਈਜ਼ ਹੋ ਜਾਊਗਾ। ਇਸੇ ਤਰ੍ਹਾਂ ਹਿੰਦੁਸਤਾਨ ਵੀ ਸੋਚਦਾ ਹੋਊਗਾ ਕਿ ਜੇ ਚੀਨ ਉੱਥੇ ਤਾਇਵਾਨ ਵਾਲੇ ਪਾਸੇ ਉਲਝ ਜੇ ਤਾਂ ਲਦਾਖ ਤੇ ਅਰੁਣਾਚਲ ਤੇ ਨੇਪਾਲ ਵਾਲੇ ਪਾਸੇ ਥੋੜਾ ਜਿਹਾ ਮੈਨੂੰ ਰਾਹਤ ਮਿਲ ਜੂ। ਡਾਕਟਰ ਸਾਹਿਬ, ਇੱਕ ਗੱਲ ਇਹ ਵੀ ਚੱਲਦੀ ਹੈਗੀ ਹੈ ਕਿ ਜੋ ਅਮਰੀਕਾ ਹੈਗਾ, ਉਹ ਕਿਤੇ ਨਾ ਕਿਤੇ ਜੋ ਇਕੋਨੋਮਿਕ ਐਸੈਟ ਹੈਗੇ ਨੇ ਮੁਲਕਾਂ ਦੇ, ਉਸ ਨੂੰ ਵੀ ਧਾਰਾਸ਼ਾਹੀ ਕਰਦਾ ਹੈਗਾ। ਆਪਾਂ ਦੇਖਿਆ ਕਿ ਯੂਕਰੇਨ ਦੇ ਵਿੱਚ ਸਿੱਧੇ ਤੌਰ ਤੇ ਇਨਵੋਲਵਮੈਂਟ ਅਮਰੀਕਾ ਦੀ ਨਹੀਂ ਹੈਗੀ ਹੈ, ਬਟ ਹਥਿਆਰ ਸਪਲਾਈ ਵੈਸਟ ਵੱਲੋਂ ਜ਼ਰੂਰ ਕੀਤੇ ਜਾ ਰਹੇ ਨੇ। ਉਸ ਦਾ ਅਸਰ ਇਹ ਜ਼ਰੂਰ ਨਿਕਲਦਾ ਹੈ ਕਿ ਰਸ਼ੀਆ ਜਿਹੜਾ, ਅਗਰ ਉਹ ਸਿੱਧੇ ਤੌਰ ਤੇ ਜੰਗ 'ਚ ਹੁਣ ਜਿਵੇਂ ਇਨਵੋਲਵਮੈਂਟ ਹੈਗੀ ਹੈ ਤਾਂ ਸੈਂਕਸ਼ਨਸ ਲੱਗੀਆਂ ਹੋਈਆਂ ਨੇ ਰਸ਼ੀਆ ਦੇ ਉੱਪਰ, ਦੂਜੇ ਪਾਸੇ ਉਹ ਜੰਗ 'ਚ ਵੀ ਉਲਝਿਆ ਹੋਇਆ। ਇਕੋਨਮੀ ਕਿਤੇ ਨਾ ਕਿਤੇ ਨੁਕਸਾਨ ਉਹਨੂੰ ਜ਼ਰੂਰ ਪਹੁੰਚਦਾ, ਥੋੜਾ ਪਹੁੰਚੇ ਜਾਂ ਜ਼ਿਆਦਾ ਪਹੁੰਚੇ। ਕੀ ਇਹੀ ਚਾਲ ਹੁਣ ਤਾਈਵਾਨ ਵੱਲ ਦੀ ਹੈਗੀ ਹੈ ਅਮਰੀਕਾ ਦੀ, ਕਿ ਤਾਈਵਾਨ ਦੇ ਮੋਢੇ ਤੇ ਬੰਦੂਕ ਰੱਖ ਕੇ ਚਾਈਨਾ ਤੇ ਗੋਲੀ ਚਲਾਈ ਜਾਵੇ, ਤਾਂ ਕਿ ਚਾਈਨਾ ਅਗਰ ਇਨਵੋਲਵ ਹੁੰਦਾ ਤਾਂ ਚਾਈਨਾ ਇੱਕ ਵੱਡੀ ਇਕੋਨਮੀ ਹੈਗੀ ਹੈ ਦੁਨੀਆ ਦੀ, ਤਾਂ ਉਹ ਜੰਗ ਦੇ ਵਿੱਚ ਇਨਵੋਲਵ ਹੋਣ ਦੇ ਨਾਲ ਉਸ ਦੀ ਇਕੋਨਮੀ ਡਾਊਨ ਹੋ ਸਕਦੀ ਹੈ। ਵੇਖੋ ਆਏ ਹੈ ਜੀ ਕਿ ਤਾਈਵਾਨ ਦੀ, ਜਿਵੇਂ ਯੂਕਰੇਨ ਇੱਕ ਤਰ੍ਹਾਂ ਦੀ ਏਸਿਮੈਟ੍ਰਿਕ ਵਾਰਫੇਅਰ ਵਾਸਤੇ ਹਾਲੇ ਤੱਕ ਤਾਂ ਉਹ ਫੌਜ ਵਾਂਗੂ ਲੜ ਰਹੇ ਆ ਨਾ ਯੂਕਰੇਨ ਵਾਲੇ, ਕਿ ਵੀ ਅਸੀਂ ਫੌਜੀ ਤਾਕਤ ਇੱਕ ਦੇਸ਼ ਦੀ ਦੂਜੇ ਨਾਲ ਲੜ ਰਹੇ ਆ। ਪਰ ਜਿਹੜੀ ਉੱਥੇ ਯੂਐਸ ਦੀ ਜਿਹੜੀ ਸਟ੍ਰੈਟਜੀ ਆ ਜਾਂ ਯੂਐਸ ਦੀ ਜਿਹੜੀ ਗੇਮ ਪਲਾਨ, ਉਹ ਬਹੁਤ ਲੰਬੀ ਆ ਕਿ ਕੱਲ ਨੂੰ ਜ਼ੈਲੈਂਸਕੀ ਦੀ ਜੇ ਗਵਰਨਮੈਂਟ ਉੱਥੇ ਡਿੱਗ ਵੀ ਜਾਂਦੀ ਆ ਤੇ ਉੱਥੇ ਹਾਰ ਵੀ ਹੋ ਜਾਂਦੀ ਆ, ਤਾਂ ਉਹ ਪਹਾੜਾਂ 'ਚੋਂ ਜਾਂ ਵੈਸਟਰਨ ਏਰੀਆਜ਼ 'ਚੋਂ ਉੱਥੇ ਲੜਦੇ ਰਹਿਣਗੇ, ਤੇ ਰਸ਼ੀਆ ਉੱਥੇ ਅਫਗਾਨਿਸਤਾਨ ਵਾਂਗੂ ਕਈ ਸਾਲ ਉੱਥੇ ਫਸਿਆ ਰਹਿ ਜਾਊਗਾ, ਜਿਹਦਾ ਜਿਵੇਂ ਤੁਸੀਂ ਗੱਲ ਕੀਤੀ ਕਿ ਇਕੋਨਮੀ ਤੇ ਅਸਰ ਪੈਂਦਾ। ਡੈਫੀਨੇਟਲੀ ਉਹਦਾ ਰਸ਼ੀਅਨ ਇਕੋਨਮੀ ਤੇ ਇੱਕ ਲੰਬੀ ਦੇਰ ਵਾਸਤੇ ਉਹ ਬਲੀਡ ਹੋਊਗਾ। ਉਹ ਉਤਾਰ ਚੜਾਅ ਵਿੱਚ ਆਉਂਦੇ ਰਹਿਣਗੇ। ਆਪਾਂ ਕਈ ਵਾਰੀ ਲੱਗੂਗਾ ਨਹੀਂ ਜੀ ਰਸ਼ੀਆ ਲੈ ਗਿਆ ਸਾਰੀ ਗੇਮ, ਨਹੀਂ ਜੀ ਵੇਖੋ ਇੰਨਾ ਵੱਧ ਗਿਆ, ਪਰ ਅਲਟੀਮੇਟਲੀ ਕੁਛ ਵੀ ਆਖੀਏ ਜਿਹਦੇ ਗਲ ਜੰਗ ਪੈ ਗਈ ਆ ਤਾਂ ਉਹ ਮੁਲਕ ਬਲੀਡ ਹੁੰਦਾ ਰਹੂਗਾ। ਤੇ ਜਿਵੇਂ ਅਫਗਾਨਿਸਤਾਨ 'ਚੋਂ ਬਹੁਤ ਸਾਲ ਬਲੀਡ ਹੋਇਆ ਸੀ, ਉਹ ਯੂਕਰੇਨ 'ਚ ਵੀ ਬਲੀਡ ਹੋਊਗਾ। ਇਸੇ ਤਰੀਕੇ ਨਾਲ ਅਮਰੀਕਾ ਨੇ ਇੱਕ ਏਸਿਮੈਟ੍ਰਿਕ ਵਾਰਫੇਅਰ ਦੀ ਜਿਹੜੀ ਸਟ੍ਰੈਟਜੀ ਹੈਗੀ ਆ, ਉਹ ਤਾਇਵਾਨ 'ਚ ਵੀ ਤਿਆਰ ਕੀਤੀ ਵੀ। ਉਹਨੂੰ ਤਾਇਵਾਨ ਦੀ ਪੋਰਕਿਊਪਾਈਨ ਸਟ੍ਰੈਟਜੀ ਕਹਿੰਦੇ ਆ। ਉਹਦੇ ਵਿੱਚ ਉਹਨਾਂ ਨੇ ਇਹ ਵੇਖਿਆ ਕਿ ਵੀ ਜਿਹੜਾ ਚੀਨ ਹੈਗਾ, ਜੇ ਉਹ ਹਮਲਾ ਕਰ ਦਿੰਦਾ ਤਾਇਵਾਨ ਦੇ ਉੱਤੇ ਤਾਂ ਉਹ ਹਮਲਾਵਰ ਤਾਂ ਹੋ ਜਾਊਗਾ, ਉਹ ਆ ਵੀ ਜਾਊਗਾ, ਬਟ ਤਾਈਪਾਈ ਜਿਹੜਾ ਉਹਨਾਂ ਦਾ ਕੈਪੀਟਲ ਆ, ਇੱਕ ਤਾਂ ਉਹਨੂੰ ਕੈਪਚਰ ਕਰਨ 'ਚ ਉਹਦੇ ਬਹੁਤ ਲੌਸਿਸ ਹੋ ਜਾਣਗੇ। ਸੈਕਿੰਡ, ਜਿਹੜੀ ਉਹ ਲੜਾਈ ਚੱਲਦੀ ਰਹੂਗੀ ਸਮੇਂ ਨਾਲ, ਉਹ ਵੀ ਬਹੁਤ ਉਹਦੇ ਵਾਸਤੇ ਭਿਆਨਕ ਹੋ ਜੂਗੀ ਜਾਂ ਖਤਰਨਾਕ ਹੋ ਜੂਗੀ। ਤੇ ਇਹ ਵੀ ਵੇਖਣ 'ਚ ਆਇਆ ਜੀ ਕਿ ਜਿਹੜੇ ਹੁਣ ਉੱਥੋਂ ਦੀ ਪੋਪੂਲੇਸ਼ਨ ਆ ਤਾਇਵਾਨ ਦੀ, ਉਹ ਵੀ ਇੱਕ ਨੈਸ਼ਨਲਿਸਟਿਕ ਫਰਵਰ 'ਚ ਹੋ ਗਈ ਆ। ਉਹ ਬਹੁਤ 3-4% ਲੋਕ ਹੀ ਆ ਜਿਹੜੇ ਆਪਦੇ ਆਪ ਨੂੰ ਚਾਈਨੀਜ਼ ਕਹਿੰਦੇ ਆ ਉੱਥੇ। ਜ਼ਿਆਦਾਤਰ ਲੋਕ ਆਪਦੇ ਆਪ ਨੂੰ ਤਾਇਵਾਨੀਜ਼ ਕਹਿਣ ਲੱਗ ਗਏ ਆ। ਤੇ ਇੱਕ ਤਰ੍ਹਾਂ ਪਹਿਲਾਂ ਇਹ ਪ੍ਰੋਬਲਮ ਸੀਗੀ ਉਹਨਾਂ ਨੂੰ ਕਿ ਉੱਥੇ ਨੈਸ਼ਨਲਿਜ਼ਮ ਇੰਨਾ ਨਹੀਂ ਸੀਗਾ, ਪਰ ਹੁਣ ਹੈ। ਸੈਕੰਡਲੀ, ਉਹ ਇਸ ਗੱਲ ਤੋਂ ਵੀ ਡਰਦੇ ਆ ਕਿ ਹਾਂਗਕਾਂਗ ਨਾਲ ਜੋ ਟਰੀਟਮੈਂਟ ਕੀਤਾ, ਹਾਂਗਕਾਂਗ ਨੂੰ ਪਹਿਲਾਂ ਉਹਨਾਂ ਨੇ ਕਿਹਾ ਕਿ ਵੀ 1 ਕੰਟਰੀ 2 ਸਿਸਟਮਸ ਹੋਊਗਾ, ਬਟ ਹੁਣ ਉਹ ਹੌਲੀ ਹੌਲੀ ਹਾਂਗਕਾਂਗ 'ਚੋਂ ਡੈਮੋਕ੍ਰੇਸੀ ਖਤਮ ਕਰ ਰਹੇ ਆ। ਤਾਂ ਤਾਇਵਾਨ ਪੀਸਫੁਲੀ ਗਿਵਨ ਨਹੀਂ ਕਰੂਗਾ, ਉਹ ਲਾਸਟ ਰਾਈਟ ਤੱਕ ਆਪਦੀਆਂ ਡੈਮੋਕ੍ਰੈਟਿਕ ਰਾਈਟਸ ਤੱਕ ਲੜਨਗੇ। ਤੇ ਉਹਦੇ ਵਿੱਚ ਚੀਨ ਉਲਝ ਵੀ ਸਕਦਾ। ਤੇ ਚੀਨ ਦੀ ਜਿਹੜੀ ਸਾਰੀ ਗੱਲ ਆਪਾਂ ਕੀਤੀ ਨਾ ਸਾਊਥ ਚਾਈਨਾ ਸੀ ਦੇ ਵਿੱਚ, ਉੱਥੇ ਉਹ ਸਾਰੇ ਮੁਲਕਾਂ ਨੂੰ ਹੁਣ ਸਾਈਡ ਲੈਣੀ ਪਊਗੀ। ਜਿਹੜੇ ਕਈ ਮੁਲਕ ਆ ਜਿਹੜੇ ਹਲੇ ਚੁੱਪ ਕਰਕੇ ਬੈਠੇ ਹੈਗੇ ਆ ਕਿ ਵੀ ਜਿਹੜੇ ਡਰਦੇ ਆ ਕਿ ਵੀ ਕਿਹੜੀ ਸਾਈਡ ਨੂੰ ਅਸੀਂ ਉਹਦਾ ਨਾ ਹੀ ਸਾਨੂੰ ਕਿਸੇ ਲੜਾਈ 'ਚ ਪਾਓ, ਤਾਂ ਉਹਨਾਂ ਨੂੰ ਕੋਈ ਨਾ ਕੋਈ ਉਹ ਸਾਈਡਸ ਲੈਣੀਆਂ ਪੈਣਗੀਆਂ ਤੇ ਚਾਈਨਾ ਉਸ ਚੀਜ਼ 'ਚ ਫਸ ਸਕਦਾ। ਹੁਣ ਇਹਦੇ ਵਿੱਚ ਯੂਐਸਏ ਦੀ ਪ੍ਰੋਬਲਮ ਕਿੱਥੇ ਆਉਂਦੀ ਹੈਗੀ ਵੱਡੀ, ਉਹ ਆ ਕਿ ਉਹਨੇ ਬਹੁਤ ਉਹਨਾਂ ਦੀ ਇੰਡਸਟਰੀ ਦੀਆਂ ਜਿਹੜੀਆਂ ਸਪਲਾਈ ਲਾਈਨਸ ਆ, ਜਿਹੜੀਆਂ ਬਹੁਤ ਜ਼ਿਆਦਾ ਸਪਲਾਈ ਲਾਈਨਸ ਆ, ਉਹ ਲਾਈਨਸ ਉਹਦੀਆਂ ਚਾਈਨਾ ਤੋਂ ਸਟਾਰਟ ਹੁੰਦੀਆਂ ਸੀ ਮੈਨੂਫੈਕਚਰਿੰਗ ਦੀਆਂ, ਤੇ ਉਹ ਟੁੱਟਣ ਦਾ ਡਰ ਹੋ ਜਾਂਦਾ ਹੈ।
ਬਟ ਲਾਸਟ 2 ਇਅਰਸ ਦੇ ਵਿੱਚ ਕੋਵਿਡ ਦੇ ਵਿੱਚ ਤੇ ਸਪੈਸ਼ਲੀ ਇਨਫਲੇਸ਼ਨ ਦੇ ਦੌਰ ਦੇ ਵਿੱਚ USA ਨੇ ਉਹਦੀਆਂ ਆਲਟਰਨੇਟਿਵਸ ਡਿਵੈਲਪ ਕਰ ਲਏ ਹੈਗੇ ਆ ਤੇ ਇੱਕ ਤਰ੍ਹਾਂ ਇਹ ਕਹਿ ਲਓ ਕਿ ਲਾਸਟ 10 ਇਅਰਸ ਤੇ ਉਹ ਪਲਾਨ ਕਰ ਰਿਹਾ ਸੀ ਤੇ ਉਹਨੇ ਅੱਡ-ਅੱਡ ਜਗ੍ਹਾ ਤੇ ਡਿਵੈਲਪ ਕਰ ਰਹੇ ਆ ਤੇ ਉਹ ਉੱਥੋਂ ਸ਼ਿਫਟ ਕਰ ਸਕਦਾ ਤੇ ਉੱਥੋਂ ਕੁਝ ਮੈਨੂਫੈਕਚਰਿੰਗ ਆਪਦੇ ਅੰਦਰ ਲਿਜਾ ਸਕਦਾ, ਕੁਝ ਮੈਨੂਫੈਕਚਰਿੰਗ ਉਹ ਇਸ ਟਾਈਮ ਜਿਹੜੇ ਹੁਣ ਫਿਗਰਸ ਆ ਰਹੇ ਆ ਚਾਹੇ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਬਾਵਜੂਦ ਵੀ ਇੰਪਲੋਇਮੈਂਟ ਰੇਟ ਜਿਹੜਾ ਹੈਗਾ ਉਹਦਾ ਬਹੁਤ ਵੱਧ ਰਿਹਾ, ਲਾਈਨਸ ਲੱਗ ਰਹੀਆਂ USA ਦੇ ਵਿੱਚ ਕੰਮਕਾਰ ਵਾਲਿਆਂ ਦੇ ਵਾਸਤੇ ਇੰਨੀ ਅਵੇਲੇਬਿਲਿਟੀ ਹੋ ਗਈ ਹੈ ਜੌਬ ਦੀ। ਤਾਂ ਉਹ ਇਸ ਤਰ੍ਹਾਂ ਹੈ ਕਿ ਉਹਨਾਂ ਨੇ ਆਪਦਾ ਸੈਕਟਰ ਨੂੰ ਰੈਵ ਅਪ ਕਰ ਰਹੇ ਆ ਸਾਰੀ ਜਗ੍ਹਾ ਤੇ, ਤਾਂ ਉਹ ਉਹਦੇ ਆਲਟਰਨੇਟਿਵਸ ਵੀ ਇਹਨੂੰ ਇਦਾਂ ਵੀ ਸਮਝਿਆ ਜਾਵੇ ਕਿ ਚਾਈਨਾ ਦੇ ਉੱਪਰ ਡਿਪੈਂਡੈਂਸੀ ਘਟਾਉਣਾ, ਚਾਈਨਾ ਦੇ ਉੱਤੇ ਡਿਪੈਂਡੈਂਸੀ ਘਟਾਉਣ ਦੀ ਤਾਂ ਸਟ੍ਰੈਟਜੀ ਜੀ ਪਿਛਲੇ 7-8 ਸਾਲ ਤੋਂ ਚੱਲ ਰਹੀ ਹੈ, ਬਟ ਉਹ ਹੁਣ ਕਾਫੀ ਹੱਦ ਤੱਕ ਅਗਲੇ 2-3 ਸਾਲਾਂ 'ਚ ਆਪਾਂ ਵੇਖਾਂਗੇ ਘਟੂਗੀ। ਦੂਜੇ ਪਾਸੇ ਚੀਨ ਆਪਦੇ ਆਪ 'ਚ ਚਾਈਨਾ 'ਚ ਇੱਕ ਬਹੁਤ ਵੱਡਾ ਕ੍ਰਾਈਸਿਸ ਆਇਆ ਵਾ ਜਿਹੜਾ ਉਹਨਾਂ ਦਾ ਰੀਅਲ ਏਸਟੇਟ ਕ੍ਰਾਈਸਿਸ ਆ ਜਾਂ ਉਹਨਾਂ ਦੇ ਫਲੈਟਸ ਰੁਕ ਰਹੇ ਆ ਜਾਂ ਉਹ ਡਿੱਗ ਸਕਦਾ। ਮਤਲਬ ਜੇ ਸਡਨਲੀ ਉੱਥੇ ਐਕਸਪੋਰਟਸ ਬੰਦ ਹੋ ਜਾਂਦੀਆਂ ਤਾਂ ਚਾਈਨਾ ਨੂੰ ਇਕਨੋਮਿਕਲੀ ਬਹੁਤ ਉਹਦਾ ਝਟਕਾ ਵੱਜੂ ਤੇ ਜਿਹੜੀਆਂ ਉਹਦੀਆਂ ਪਲਾਨਸ ਆ, ਮਿਲਟਰੀ ਪਲਾਨਸ ਆ, ਉਹਨਾਂ ਦੇ ਉੱਤੇ ਵੀ ਉਹਦਾ ਬਹੁਤ ਵੱਡਾ ਅਸਰ ਪੈ ਸਕਦਾ। ਸੋ ਇਹ ਵੀ ਹੋ ਸਕਦਾ ਕਿ ਉਹ ਜੰਗ 'ਚ ਉੱਥੇ ਫਸਾਉਣ ਦੀ ਸੋਚੀ ਹੋਵੇ ਉਹਨਾਂ ਨੇ ਕਿ ਵੀ ਇਹ ਜੰਗ 'ਚ ਇੱਥੇ ਫਸ ਜਾਣ। ਬਟ ਚਾਈਨਾ ਨੇ ਜੀ ਨੋਨ ਫॉर ਦਿਸ ਹੈਗਾ, ਚਾਈਨਾ ਕਈ ਵਾਰੀ ਨਾ ਮਤਲਬ ਈਅਰਸ ਐਂਡ ਈਅਰਸ ਆਫ ਹਿਊਮਿਲੇਸ਼ਨ ਸਹਿੰਦਾ ਰਹਿੰਦਾ। ਠੀਕ ਹੈ, ਹੋ ਸਕਦਾ ਸ਼ੀ ਜਿੰਗਪਿੰਗ ਕਮਜ਼ੋਰ ਹੋ ਜੇ ਇਹਦੇ ਵਿੱਚ, ਹੋ ਸਕਦਾ ਬੜਾ ਕੁਝ ਹੋ ਜੇ, ਬਟ ਚਾਈਨਾ ਨਾ ਯੂਨੀਫਾਈਡ ਰਹਿਣਾ ਜਾਣਦਾ, ਇੱਕ ਐਂਪਰਰ ਦੇ ਥੱਲੇ ਇਕੱਠਾ ਰਹਿਣਾ ਚਾਹੁੰਦਾ, ਇੱਕੋ ਸਿਵਲਾਈਜੇਸ਼ਨ ਇੱਕੋ ਬੇਸਨ ਦੇ ਆਸੇ-ਪਾਸੇ ਡਿਵੈਲਪ ਹੋਈ ਵੀ ਆ, ਤਾਂ ਇੱਕੋ ਤਰ੍ਹਾਂ ਦੀ ਸਿਵਲਾਈਜੇਸ਼ਨ ਆ, ਤਾਂ ਉਹ ਈਅਰਸ ਆਫ ਮਤਲਬ ਡਿਲੇ ਉਹ ਲੜਨਗੇ ਨਹੀਂ, ਉਹ ਕਹਿਣਗੇ ਕੋਈ ਗੱਲ ਨਹੀਂ ਆਪਾਂ ਸਹਿ ਜਾਂਦੇ ਹਾਂ 10-15-20 ਸਾਲ ਕੇਰਾਂ ਕੋਈ ਗੱਲ ਨਹੀਂ ਆਪਣਾ ਚੱਲ ਜੋ, ਕਿਉਂਕਿ ਉਹ ਹਿਊਮਿਲੇਸ਼ਨ ਸਹਿਣੀ ਵੀ ਤੇ ਅਸਰਟ ਕਰਨਾ ਵੀ, ਉਹ ਦੋਨੇ ਚੀਜ਼ਾਂ ਜਾਣਦਾ ਜੀ। ਤੇ ਉਹਨਾਂ ਦੀ ਜਿਹੜੀ ਲਾਰਜ ਸੈਕਸ਼ਨ ਆਫ ਪੋਪੂਲੇਸ਼ਨ ਹੈਗੀ ਆ ਉਹ ਇੱਕੋ ਟੈਂਡਮ 'ਚ ਕੰਮ ਕਰਦੀ ਆ, ਮਤਲਬ ਉਹਨਾਂ ਵਾਸਤੇ ਸਿਕਿਉਰਿਟੀ, ਯੂਨੀਫਿਕੇਸ਼ਨ, ਐਂਪਰਰ ਜਾਂ ਲੀਡਰ ਉਹ ਬੜੇ ਇੰਪੋਰਟੈਂਟ ਹੈਗੇ ਆ। ਮਤਲਬ ਆਪਾਂ ਸ਼ਾਇਦ ਉਹਨਾਂ ਗੱਲਾਂ ਨੂੰ ਸਮਝ ਨਹੀਂ ਸਕਦੇ ਉਵੇਂ ਜਿਵੇਂ ਕਿ ਉਹਨਾਂ ਦੀ ਉਸ ਇੱਕ ਸਿਵਲਾਈਜੇਸ਼ਨ ਦੀ ਉਹਨਾਂ 'ਚ ਯੂਨਿਟੀ ਉਹਨਾਂ ਦੀ। ਹਾਂਜੀ, ਤੇ ਉਹਦਾ ਵੱਡਾ ਕਾਰਨ ਇਹ ਹੈ ਕਿ ਚੀਨ ਦੇ ਵਿੱਚ ਉਹਨੂੰ 2 ਹੀ ਮੁੱਖ ਦਰਿਆਵਾਂ ਦੇ ਆਸੇ-ਪਾਸੇ ਸਿਵਲਾਈਜੇਸ਼ਨ ਹੈਗੀ ਆ ਤੇ ਉਹ 2 ਮੁੱਖ ਦਰਿਆ ਵੀ ਅੱਜ ਤੋਂ 2500 ਸਾਲ ਪਹਿਲਾਂ ਲਿੰਕਿੰਗ ਹੋ ਗਈ ਸੀ ਉਹਨਾਂ ਦੀ, ਜਿਵੇਂ ਆਪਾਂ ਹੁਣ ਦਰਿਆਵਾਂ ਦੀ ਲਿੰਕਿੰਗ ਦੀ ਗੱਲ ਕਰਦੇ ਇੱਥੇ, ਉਹ ਉਦੋਂ ਲਿੰਕ ਕਰਤੇ ਸੀਗੇ, ਤਾਂ ਉਹ ਇੱਕੋ ਹੀ ਸਿਵਲਾਈਜੇਸ਼ਨ ਬਣੀ ਵੀ ਆ ਤੇ ਉਹ ਸਿਵਲਾਈਜੇਸ਼ਨ ਆਪਦੀਆਂ ਸਾਰੀਆਂ ਚੀਜ਼ਾਂ ਨੂੰ ਇੰਪੋਰਟੈਂਸ ਦਿੰਦੀ ਆ ਆਪਦੀ ਉਸ ਦੇ ਲਈ ਕਿਤੇ ਨਾ ਕਿਤੇ ਨੇਸ਼ਨ ਜਿਹੜਾ ਉਹ ਪਹਿਲ ਦੇ ਆਧਾਰ ਤੇ। ਹਾਂਜੀ, ਉਹ ਐਸਾ ਮੁਲਕ ਹੈ ਜੀ ਜਿਹੜਾ ਯੂਨਿਟੀ ਰੱਖਣ ਵਾਸਤੇ, ਆਪਦੀ ਸਿਕਿਉਰਿਟੀ ਰੱਖਣ ਵਾਸਤੇ, ਕਿਉਂਕਿ ਉਹਨੇ ਉਸ ਤਰੀਕੇ ਦੇ ਹਮਲੇ ਸਹੇ ਆ ਤੇ ਉਹ ਜਿਹੇ ਹਮਲਿਆਂ ਨੂੰ ਫਾਈਟ ਕੀਤਾ, ਤਾਂ ਉਹ ਇਹ ਗੱਲ ਨਹੀਂ ਗੀ ਕਿ ਵੀ ਉਹ ਆਪਦੇ ਲੀਡਰ ਤੇ ਆਪਣੇ ਜਿਵੇਂ ਇੱਥੇ ਆ ਜਾਂ USA 'ਚ ਜਿਵੇਂ ਕਿ ਇਮੀਡੀਏਟ ਰਿਜ਼ਲਟਸ ਆ, ਉਹ ਇਮੀਡੀਏਟ ਰਿਜ਼ਲਟਸ ਵਾਲੇ ਨਹੀਂ ਗੇ। ਉਹਨਾਂ ਨੂੰ ਜੇ ਸਮਝ ਆ ਜੂਗੀ ਕਿ ਵੀ ਇਹ ਸਾਨੂੰ ਫਸਾਇਆ ਜਾ ਰਿਹਾ ਤਾਂ ਉਹ ਨੇਸ਼ਨ ਸਾਰਾ 8 ਸਾਲ 10 ਸਾਲ 20 ਸਾਲ ਕਹੂਗਾ ਕਿ ਕੋਈ ਗੱਲ ਨਹੀਂ ਆਪਾਂ ਹਿਊਮਿਲੇਸ਼ਨ 'ਚ ਕੱਟ ਲੈਂਦੇ ਆ, ਇਹ ਠੀਕ ਆ, ਇਹ ਆਪਾਂ ਨੂੰ ਛੇੜ ਕੇ ਤੰਗ ਕਰਕੇ ਚਲੇ ਗਏ ਆ ਜਾਂ ਹੋਰ ਵੀ ਸਹਿ ਲਾਂਗੇ, ਪਰ ਆਪਾਂ ਰਿਐਕਟ ਉਦੋਂ ਕਰਾਂਗੇ ਜਦੋਂ ਆਪਣਾ ਟਾਈਮ। ਅੱਛਾ, ਇੱਕ ਬੜਾ ਅਹਿਮ ਕੁਐਸਚਨ ਕਿ ਇਹ ਠੀਕ ਹੈ ਹੁਣ ਇਹ ਈਸਟ ਏਸ਼ੀਆ ਸਾਊਥ ਈਸਟ ਏਸ਼ੀਆ ਦੀ ਗੱਲ ਹੋ ਰਹੀ ਹੈ, ਸਾਊਥ ਏਸ਼ੀਆ ਦੀ ਮੈਂ ਗੱਲ ਕਰਾਂ ਤਾਂ ਅਮਰੀਕਾ ਦੀ ਕਿਤੇ ਨਾ ਕਿਤੇ ਠਾਹਰ ਕਹਿ ਸਕਦੇ ਹਾਂ ਪਾਕਿਸਤਾਨ ਨੂੰ, ਕਿ ਅਮਰੀਕਾ ਦੀ ਠਾਹਰ ਰਹੀ ਹੈ ਪਾਕਿਸਤਾਨ, ਔਰ ਅਗਰ ਕਨਫਲਿਕਟ ਵੱਧਦਾ ਹੈ ਤਾਈਵਾਨ ਔਰ ਚਾਈਨਾ ਦੇ ਵਿੱਚ ਤਾਂ ਸਾਊਥ ਈਸਟ ਜਿਹੜਾ ਹੈਗਾ ਉਸ ਦੇ ਵਿੱਚ ਕਿਸ ਤਰੀਕੇ ਨਾਲ ਅਮਰੀਕਾ ਆਪਣੇ ਬੇਸਿਸ ਆਪਣੇ ਪੈਰਾਂ ਤੇ ਖੜਾ ਰਹੇਗਾ, ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਤਾਂ ਪਾਕਿਸਤਾਨ ਦੇ ਵਿੱਚ 에ਅਰ ਬੇਸਿਸ ਵੀ ਉਹਨਾਂ ਨੇ ਉੱਥੋਂ ਵੀ ਆਪਰੇਟ ਕੀਤਾ ਹੈਗਾ ਪਿਛਲੇ ਟਾਈਮ ਦੇ ਆਪਾਂ ਦੇਖਿਆ ਹੈਗਾ। ਔਰ ਇੱਕ ਮੇਰਾ ਬੜਾ ਅਹਿਮ ਸਵਾਲ, ਕਿਉਂਕਿ ਅਕਸਰ ਵਿਦਵਾਨਾਂ ਦੇ ਵਿੱਚ ਚਰਚਾ ਚੱਲਦੀ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦਾ ਅਗਰ ਕੋਈ ਪੱਕਾ ਦੋਸਤ ਹੈ ਤਾਂ ਉਹ ਕੌਣ ਹੈ, ਕਿਉਂਕਿ ਇਹ ਗੱਲਾਂ ਤਾਂ ਚੱਲਦੀਆਂ ਨੇ ਕਿ ਕਿਹਾ ਜਾਂਦਾ ਹੈ ਕਿ ਇੰਡੀਆ ਦੇ ਬਹੁਤ ਅੱਛੇ ਸੰਬੰਧ US ਦੇ ਨਾਲ ਹੋ ਗਏ ਹੈ, ਪਰ ਅੱਜ ਦੀ ਘੜੀ ਵੀ 2022 ਦੀ ਵੀ ਗੱਲ ਕਰੀਏ ਤਾਂ ਸਭ ਤੋਂ ਵਧੀਆ ਪਾਰਟਨਰ ਸਾਊਥ ਏਸ਼ੀਆ ਦੇ ਵਿੱਚ ਅਮਰੀਕਾ ਦਾ ਕੌਣ ਹੈ? ਦੇਖੋ ਜੀ, ਕਿਸੇ ਕੰਟਰੀ ਜਾਂ ਕਿਸੇ ਨੇਸ਼ਨ ਦੇ ਨਾ ਬਹੁਤ ਅੱਛੇ ਦੋਸਤ ਨਹੀਂ ਹੁੰਦੇ, ਉਹਨਾਂ ਦੇ ਮੁਫਾਦ ਜੋੜਦੇ ਉਹਨਾਂ ਨੂੰ, ਉਹਨਾਂ ਦੇ ਇੰਟਰਸਟਸ ਕੀ ਆ ਉਸ ਟਾਈਮ ਤੇ, ਮੌਕੇ ਤੇ ਕੀ ਆ। ਮਤਲਬ ਤੁਸੀਂ ਇਹ ਵੇਖੋ ਕਿ ਚੱਲਦੀ ਜੰਗ 'ਚ ਇਟਲੀ ਅੱਧੀ ਜੰਗ 'ਚ ਇੱਕ ਪਾਸੇ ਰਿਹਾ, ਅੱਧੀ ਜੰਗ 'ਚ ਇੱਕ ਪਾਸੇ ਰਿਹਾ। ਸੋ ਇੰਟਰਸਟਸ ਇੰਪੋਰਟੈਂਟ ਹੁੰਦੇ, ਕੀ ਸਾਡੇ ਇੰਟਰਸਟਸ ਕਿਸੇ ਨਾਲ ਰਲਦੇ ਆ, ਕੀ ਸਾਡੇ ਦੁਸ਼ਮਣ ਰਲਦੇ ਆ, ਤਾਂ ਇਹ ਡਿਫਾਈਨ ਕਰਦੇ ਹੈਗੇ ਕਿ ਕਿਹਦੇ ਨਾਲ ਕੀ ਰਿਲੇਸ਼ਨਸ਼ਿਪ ਰਹੂਗਾ। ਸੋ ਦੋਸਤੀ ਮਿੱਤਰਤਾ ਉੱਥੋਂ ਤੱਕ ਹਾਂ, ਕੁਛ ਕਲਚਰਲ ਐਕਸਚੇਂਜਸ ਹੁੰਦੀਆਂ ਤਾਂ ਸੌਖਾ ਹੋ ਜਾਂਦਾ ਉਹ ਕਮਿਊਨੀਕੇਟ ਕਰਨਾ ਜਾਂ ਉਹ ਥਾਟ ਨੂੰ ਪੁਸ਼ ਕਰਨਾ। ਇਸ ਟਾਈਮ ਅਮਰੀਕਾ ਜਿਹੜਾ ਹੈਗਾ ਉਹ ਮਿਲੀਟੈਰਲੀ, ਜਿੱਥੋਂ ਤੱਕ ਚਾਈਨਾ ਦਾ ਸਵਾਲ ਆ,
ਤਾਂ ਭਾਰਤ ਅਮਰੀਕਾ ਦੇ ਨਜ਼ਦੀਕ ਹੈਗਾ, ਕਿਉਂਕਿ ਉਹਨੇ ਕੁਆਡ ਵੀ ਸਾਈਨ ਕੀਤਾ ਹੋਇਆ ਤੇ ਉਹਨੇ ਵੈਲਿਊਜ਼ ਵੀ ਸ਼ੇਅਰ ਕਰਨ ਦੀ ਗੱਲ ਕੀਤੀ ਹੈ। ਪਰ ਭਾਰਤ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਦਿੱਕਤ ਆ ਰਹੀ ਆ ਕਿ ਉਹਨੇ ਕੁਆਡ ਦੇ ਵਿੱਚ ਤਾਂ ਡੈਮੋਕ੍ਰੈਟਿਕ ਵੈਲਿਊਜ਼ ਦੀ ਗੱਲ ਕਰਦਾ, ਬਟ ਅੰਦਰ ਉਹ ਅਥਾਰਟੇਰੀਅਨ ਸਿਸਟਮ ਹੈਗਾ। ਸੋ ਅੱਜ ਦੀ ਡੇਟ 'ਚ ਡਿਪਲੋਮੈਟਿਕਲੀ ਤੁਹਾਡੀ ਜਿਹੜੀ ਐਕਸਟਰਨਲ ਪੋਲਿਸੀ ਆ ਤੇ ਇੰਟਰਨਲ ਪੋਲਿਸੀ ਆ ਉਹ ਡਿਫਰੈਂਟ ਨਹੀਂ ਹੋ ਸਕਦੀਆਂ ਦੋ। ਸੋ ਹਿੰਦੁਸਤਾਨ ਕੀ ਉਸ ਅਥਾਰਟੇਰੀਅਨ ਰੂਲ, ਜਿਵੇਂ ਹਿੰਦੁੱਤਵੀ ਤਾਕਤਾਂ ਦਾ ਰਾਜ ਆ ਜਾਂ ਜਿੱਥੇ ਮਾਈਨੋਰਟੀਜ਼ ਸੁਰੱਖਿਅਤ ਭਾਵਨਾ 'ਚ ਫੀਲ ਕਰਦੀਆਂ, ਕਿ ਉਹ ਖ਼ਤਮ ਕਰਕੇ ਇੱਕ ਉਸ ਤਰੀਕੇ ਦਾ ਲਿਬਰਲ ਰਾਜ ਇੱਥੇ ਕਾਇਮ ਕਰਨ ਨੂੰ ਤਿਆਰ ਹੈ ਕਿ ਨਹੀਂ ਹੈ। ਫਿਰ ਤਾਂ ਉਹਦੇ ਇੰਟਰਸਟਸ ਵੀ ਅਮਰੀਕਾ ਵਾਲੇ ਇੰਟਰਸਟਸ ਹੋ ਸਕਦੇ ਆ, ਤੇ ਉਹ USA ਨੂੰ ਇੱਥੇ ਇਸ ਖਿੱਤੇ 'ਚ ਸਪੋਰਟ ਕਰੂਗਾ, ਕਿਉਂਕਿ ਉਹਨੂੰ ਚਾਈਨਾ ਦੇ ਅਗੇਂਸਟ ਉਹਨੂੰ ਸਪੋਰਟ ਕਰਨਾ ਬਹੁਤ ਜ਼ਰੂਰੀ ਹੈ। ਬਿਕੋਜ਼ ਚਾਈਨਾ ਬਹੁਤ ਏਰੀਆਜ਼ ਨੂੰ ਭਾਰਤ ਦਿਆਂ ਨੂੰ, ਜਿਹਨੂੰ ਇੰਡੀਆ ਕਲੇਮ ਕਰਦਾ ਉਹਨੂੰ ਚਾਈਨਾ ਵੀ ਆਪਦੇ ਕਲੇਮ ਕਰਦਾ ਹੈਗਾ, ਤੇ ਉਹ ਕਿਸੇ ਨਾ ਕਿਸੇ ਟਾਈਮ ਉਹਨਾਂ ਦੇ ਉੱਤੇ ਉਹ ਆਊਗਾ ਹੀ ਆਊਗਾ, ਅੱਜ ਨਹੀਂ ਤਾਂ ਕੱਲ੍ਹ। ਦੂਸਰੇ ਪਾਸੇ ਗੱਲ ਆ ਜਾਂਦੀ ਹੈ ਕਿ ਦੂਜਾ ਜਿਹੜਾ ਇੰਪੋਰਟੈਂਟ ਦੇਸ਼ ਹੈ ਇਸ ਖਿੱਤੇ ਵਿੱਚ ਉਹ ਹੈਗਾ ਪਾਕਿਸਤਾਨ। ਛੋਟੇ ਦੇਸ਼ ਹੈਗੇ ਆਲਰੇਡੀ, ਨੇਪਾਲ, ਸ਼੍ਰੀਲੰਕਾ ਤੇ ਬਰਮਾ ਵੀ ਹੈ ਇਸ ਖਿੱਤੇ 'ਚ, ਤੇ ਬੰਗਲਾਦੇਸ਼ ਵੀ ਹੈ। ਬਟ ਆਪਾਂ ਪਾਕਿਸਤਾਨ ਤੇ ਆਉਂਦੇ ਬਿਕੋਜ਼ ਪਾਕਿਸਤਾਨ ਸਟ੍ਰੈਟੇਜਿਕਲੀ ਇੰਪੋਰਟੈਂਟ ਹੈ। ਪਾਕਿਸਤਾਨ ਜਿਹੜਾ ਹੈਗਾ ਜੀ ਉਹ ਪਿਵਟ ਸਟੇਟ ਹੈਗੀ ਹੈ ਇਸ ਟਾਈਮ, ਕਿ ਉਹ ਸਾਰਿਆਂ ਵਾਸਤੇ ਇੰਪੋਰਟੈਂਟ ਆ, ਤੇ ਉਹ ਇੱਕ ਧੁਰਾ ਬਣਿਆ ਹੋਇਆ ਸਾਰਿਆਂ ਦਾ। ਉਹਦੇ ਕੀ ਆ, ਪਿਵਟ ਮਤਲਬ ਸੈਂਟਰ ਆਫ ਪਲੇਸ 'ਚ ਬੈਠਾ ਹੈਗਾ। ਉਹ ਰਸ਼ੀਅਨ ਫੋਰਨ ਪੋਲਿਸੀ ਵਾਸਤੇ ਵੀ ਇੰਪੋਰਟੈਂਟ ਆ, ਉਹ ਚਾਈਨੀਜ਼ ਵਾਸਤੇ ਵੀ ਇੰਪੋਰਟੈਂਟ ਆ, ਉਹ ਅਮਰੀਕਨਜ਼ ਵਾਸਤੇ ਵੀ ਇੰਪੋਰਟੈਂਟ ਆ। ਉਹ ਕਿੱਧਰ ਜਾਂਦਾ ਉਹ ਡਿਪੈਂਡ ਕਰੂਗਾ ਦੋ ਗੱਲਾਂ ਦੇ ਉੱਤੇ। ਪਹਿਲੀ ਗੱਲ ਤਾਂ ਇਸ ਗੱਲ ਤੇ ਡਿਪੈਂਡ ਕਰੂਗਾ ਕਿ ਵੀ ਭਾਰਤ ਕਿਹੜਾ ਕਰਵਟ ਬਦਲਦਾ, ਜਿੱਧਰ ਨੂੰ ਵੀ ਕਿਹੜੇ ਖੇਮੇ 'ਚ ਭਾਰਤ ਜਾਂਦਾ। ਜਿਹੜੇ ਖੇਮੇ 'ਚ ਭਾਰਤ ਜਾਂਦਾ ਹੈ ਤਾਂ ਉਸ ਦੇ ਬਿਲਕੁਲ ਅਗੇਂਸਟ ਵਾਲੇ ਖੇਮੇ 'ਚ ਜਾਣ ਦੇ ਉਹਦੇ ਚਾਂਸ ਬਹੁਤ ਜ਼ਿਆਦਾ ਹੈਗੇ ਆ ਪਾਕਿਸਤਾਨ ਦੇ। ਦੂਸਰੀ ਗੱਲ ਆ ਕਿ ਜੇ ਉਹ ਖੇਮਾ ਜਿਹਦੇ 'ਚ ਭਾਰਤ ਜਾਂਦਾ ਉਹਦੇ 'ਚ ਪਾਕਿਸਤਾਨ ਨੂੰ ਵੀ ਉਹਨਾਂ ਨੇ ਬਿਠਾਉਣਾ ਹੈ, ਤਾਂ ਫਿਰ ਬਹੁਤ ਰੈਡੀਕਲ ਡਿਸੀਜਨਸ ਉਹ ਤਾਕਤ ਲੈ ਕੇ ਦੇਵੇ ਇਹਨਾਂ ਨੂੰ। ਇਹਨਾਂ ਦੇ ਜਿਹੜੇ ਮਸਲੇ ਆ, ਜਿਵੇਂ ਦਰਿਆਈ ਪਾਣੀ ਦਾ ਮਸਲਾ ਇਹਨਾਂ ਦਾ ਹੈ, ਇਹਨਾਂ ਦਾ ਕਸ਼ਮੀਰ ਦਾ ਮਸਲਾ ਹੈ, ਜਿਹੜਾ ਹੋਰ ਮਸਲੇ ਹੈਗੇ ਆ ਜਿਹੜੇ ਹੈਗੇ ਆ, ਕਿ ਉਹ ਮਸਲੇ ਖਤਮ ਕਰਕੇ ਹੀ ਉਹਨਾਂ ਨੂੰ ਬਿਠਾਇਆ ਜਾ ਸਕਦਾ ਇੱਕੋ ਟੇਬਲ ਤੇ। ਪਰ ਇਹ ਸਾਰੀਆਂ ਚੀਜ਼ਾਂ ਨੂੰ, ਇਹ ਕਿਆਸ ਰਾਈਆਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਪੋਸੀਬਲ ਨਹੀਂਗੀ, ਬਟ ਲਾਰਜਲੀ ਜਿਹੜੇ ਆਪਾਂ ਇੱਕ ਸਿਨੈਰੀਓ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਕਿ ਜੇ 10 ਚਾਂਸਸ ਆ ਤਾਂ 10 ਚੋਂ ਜ਼ਿਆਦਾ ਹੋਣ ਦੇ ਚਾਂਸ ਕਿਹੜੇ ਆ, ਤਾਂ 7 ਚਾਂਸਸ ਇਹ ਹੈ ਕਿ ਪਾਕਿਸਤਾਨ ਤੁਹਾਡੇ ਅਗੇਂਸਟ ਵਾਲੇ ਖੇਮੇ 'ਚ ਜਾਊਗਾ। ਤੇ ਉਹਦੇ ਵਿੱਚ ਇਹ ਆ। ਦੂਸਰੀ ਗੱਲ ਆ ਕਿ ਜਿਹੜਾ ਭਾਰਤ ਆ ਉਹ ਹਿਸਟੋਰੀਕਲੀ ਨਾਨ ਅਲਾਈਨਡ ਰਹਿਣ ਦੀ ਕੋਸ਼ਿਸ਼ ਕਰਦਾ ਹੈ, ਕਿ ਵੀ ਨਾਨ ਅਲਾਈਨਡ ਤਾਂ ਨਹੀਂ, ਉਹ ਰੂਸ ਤੇ ਅਮਰੀਕਾ ਤੋਂ ਇਕੁਇਡਿਸਟੈਂਟ। ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਕਿਹਾ ਕਿ ਪਾਕਿਸਤਾਨ ਭਾਰਤ ਦੇ ਅਗੇਂਸਟ ਖੇਮੇ ਜਾਊਗਾ। ਰਸ਼ੀਆ ਔਰ ਇੰਡੀਆ ਦੀ ਬਹੁਤ ਅੱਛੀ ਬੌਂਡਿੰਗ ਰਹੀ ਹੈ ਜਦੋਂ ਤੋਂ ਇੰਡੀਪੈਂਡੈਂਸ ਹੋਈ ਹੈ, ਉਸ ਤੋਂ ਪਹਿਲਾਂ ਵੀ, ਇੰਡੀਪੈਂਡੈਂਸ ਤੋਂ ਬਾਅਦ ਤਾਂ ਖੈਰ ਬਹੁਤ ਜ਼ਿਆਦਾ ਰਹੀ ਹੈ। ਇਹ ਮੰਨ ਸਕਦੇ ਆ ਕਿ ਹੁਣ ਵੀ ਯੂਕਰੇਨ ਦੇ ਟਾਈਮ ਵੀ ਜਿਹੜਾ ਹੈਗਾ ਉਹ ਇੰਡੀਆ ਚੁੱਪ ਰਹਿ ਕੇ ਕਿਤੇ ਨਾ ਕਿਤੇ ਰਸ਼ੀਆ ਦੀ ਸਾਈਡ ਲਾਈਨ ਤੇ ਹੀ ਗਿਆ ਹੈਗਾ। ਤਾਂ ਕੀ ਇਹ ਮੰਨ ਸਕਦੇ ਆ ਕਿ ਪੱਕੇ ਤੌਰ ਤੇ ਇੰਡੀਆ ਰਸ਼ੀਆ ਦੇ ਨਾਲ ਹੋਏਗਾ? ਔਰ ਅਗਰ ਇੰਡੀਆ ਰਸ਼ੀਆ ਦੇ ਨਾਲ ਹੁੰਦਾ ਤਾਂ ਰਸ਼ੀਆ ਦੇ ਅਗੇਂਸਟ US ਨੂੰ ਆਪਾਂ ਮੰਨਦੇ ਹੈਗੇ ਆ, ਤਾਂ ਕੀ ਪਾਕਿਸਤਾਨ US ਦੇ ਖੇਮੇ 'ਚ ਹੋਏਗਾ? ਨਹੀਂ, ਆਏ ਇੰਨਾ ਸਿੰਪਲ ਅਰਥਮੈਟਿਕ ਨਹੀਂ ਹੈ। ਐਕਚੁਅਲੀ ਕੀ ਹੁੰਦਾ ਹੈ ਕਿ ਜਦੋਂ ਵੀ ਰਸ਼ੀਆ ਕਮਜ਼ੋਰ ਹੁੰਦਾ ਉਦੋਂ ਹਿੰਦੁਸਤਾਨ ਕੋਲੇ ਕੋਈ ਆਪਸ਼ਨ ਨਹੀਂ ਰਹਿ ਗਈਆਂ ਸੀ। ਪਿੱਛੇ ਜਿਵੇਂ 90s ਦੇ ਵਿੱਚ ਰਸ਼ੀਆ ਕਮਜ਼ੋਰ ਹੋ ਗਿਆ ਸੀ, ਇੱਥੋਂ ਤੱਕ ਲਿਖਿਆ ਗਿਆ ਸੀਗਾ ਕਿ ਐਂਡ ਆਫ ਹਿਸਟਰੀ ਆ ਗਈ, ਫੂਕੋਮਨ ਲਿਖਦਾ ਸੀ ਵੀ ਹੁਣ ਤਾਂ ਇਹ ਰਹੂਗਾ, ਤੇ ਯੂਨੀਪੋਲਰ ਵਰਲਡ ਬਣ ਗਿਆ ਸੀਗਾ। ਤਾਂ ਉਦੋਂ ਭਾਰਤ ਅਮਰੀਕਨ ਖੇਮੇ 'ਚ ਚਲਾ ਗਿਆ ਸੀਗਾ। ਪਰ ਜਿਵੇਂ ਜਿਵੇਂ ਰਸ਼ੀਆ ਦੁਬਾਰਾ ਸਟਰੋਂਗ ਹੋਣਾ ਸ਼ੁਰੂ ਹੋਇਆ ਤਾਂ ਭਾਰਤ ਰਸ਼ੀਅਨ ਖੇਮੇ 'ਚ ਨਹੀਂ ਗਿਆ। ਤੁਸੀਂ ਇਹ ਕਹਿ ਲਓ ਉਹਨੇ ਇਕੁਇਡਿਸਟੈਂਟ ਹੋ ਕੇ ਉਹਨੇ ਆਪਦੇ ਆਪ ਨੂੰ ਨਾਨ ਅਲਾਈਨਡ ਪੋਰਟਰੇ ਕੀਤਾ, ਵੀ ਨਾ ਮੈਂ ਤੇਰੇ ਨਾਲ ਨਾ ਮੈਂ ਉਹਦੇ ਨਾਲ। ਬਟ ਮਿਲੀਟੈਰਲੀ ਕਿਤੇ ਹੱਦ ਤੱਕ ਰਸ਼ੀਆ ਤੇ ਡਿਪੈਂਡੈਂਟ ਰਹਿੰਦਾ ਭਾਰਤ, ਬਿਕੋਜ਼ 70% ਜਿਹੜਾ ਭਾਰਤੀ ਆਰਮਾਮੈਂਟ ਆ, ਹਥਿਆਰ ਆ, ਉਹ ਰਸ਼ੀਆ ਤੋਂ ਲਿਆ ਜਾਂਦਾ ਹੈ। ਤਾਂ ਉਹਦੀ ਰਿਪਲੇਸਮੈਂਟਸ, ਉਹਦੀ ਰਿਪੇਅਰਸ, ਉਹਦਾ ਸਾਰਾ ਕੁਛ ਜਿਹੜਾ ਉਹ ਰਸ਼ੀਆ ਤੋਂ ਹੋਣਾ ਹੁੰਦਾ ਹੈ। ਸੈਕਿੰਡ ਗੱਲ ਫਿਰ ਮੈਂ ਦੁਬਾਰਾ ਕਹਿੰਦਾ ਕਿ ਇੱਕ ਸਿਨੈਰੀਓ ਦੇ ਵਿੱਚ ਚਾਂਸਸ ਵੱਧਦਾ ਕਿ ਪਾਕਿਸਤਾਨ ਉਸ ਪਾਸੇ ਜਾਵੇ ਜਿਹਦੇ ਵਿੱਚ ਭਾਰਤ ਜਾਂਦਾ, ਉਹਦੇ ਉਲਟ ਜਾਵੇ। ਬਟ ਇਹ ਕੋਈ 100% ਗੱਲ ਨਹੀਂ ਗੀ, ਫਿਕਸ ਨਹੀਂਗਾ, ਫਿਕਸ ਨਹੀਂ ਹੁੰਦਾ। ਜਿਵੇਂ ਫੋਰ ਐਗਜ਼ਾਮਪਲ ਅਫਗਾਨ ਸੀਗੇ, ਅਫਗਾਨ ਸੀਗੇ, ਅਫਗਾਨ ਸਿੱਖਾਂ ਨਾਲ ਲੜਦੇ ਰਹਿੰਦੇ ਸੀਗੇ, ਪਰ ਜਦੋਂ ਬ੍ਰਿਟਿਸ਼ ਦਾ ਮਸਲਾ ਆ ਜਾਂਦਾ ਸੀ ਉਦੋਂ ਅਫਗਾਨ ਇੰਟਰਨਲੀ ਸਪੋਰਟ ਕਰਨ ਨੂੰ ਤਿਆਰ ਸੀ ਸਿੱਖ ਰਾਜ ਨੂੰ। ਠੀਕ ਹੈ, ਸੋ ਇਹ ਸਿਚੁਏਸ਼ਨ ਟਾਈਮ ਟੂ ਟਾਈਮ ਸਿਚੁਏਸ਼ਨ ਡਿਪੈਂਡ ਕਰਦੀ ਹੈ, ਉਦੋਂ ਗਿਵ ਐਂਡ ਟੇਕ ਹੋ ਜਾਂਦੇ ਹੋ। ਜੀ। ਇੱਕ ਅਹਿਮ ਮਸਲਾ 5 ਅਗਸਤ ਲੰਘ ਕੇ ਗਈ ਹੈ, 370 ਜਿਹੜੀ ਹੈ ਉਹ ਧਾਰਾ ਜਿਹੜੀ ਹੈ ਉਹ ਹਟਾਈ ਗਈ ਸੀਗੀ ਇਸੇ ਦਿਨ ਤੇ। ਔਰ ਚਾਈਨਾ ਦੇ ਵਿੱਚ ਇੱਕ ਆਫੀਸ਼ੀਅਲ ਨੂੰ ਜਿਹੜਾ ਇੱਕ ਪੱਤਰਕਾਰ ਨੇ ਪੁੱਛਿਆ ਕਿ ਕਿਸ ਤਰੀਕੇ ਨਾਲ ਜੰਮੂ ਕਸ਼ਮੀਰ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ, ਤਾਂ ਚਾਈਨਾ ਆਫੀਸ਼ੀਅਲ ਦਾ ਇਹ ਕਹਿਣਾ ਸੀ ਕਿ ਜੋ ਮਿਲ ਬੈਠ ਕੇ ਦੋਨਾਂ ਦੇਸ਼ਾਂ ਨੂੰ ਇਹ ਮਸਲਾ ਹੱਲ ਕਰ ਲੈਣਾ ਚਾਹੀਦਾ, ਭਾਰਤ ਔਰ ਪਾਕਿਸਤਾਨ ਨੂੰ।
ਉਸ ਦੇ ਵਿੱਚ ਇਹ ਹੈ ਕਿ ਸੀਪੈਕ ਜਿੱਥੋਂ ਨਿਕਲ ਰਹੀ ਹੈ ਉਹ ਪੀਓਕੇ ਦੇ ਵਿੱਚੋਂ ਨਿਕਲ ਰਹੀ ਹੈ, ਔਰ ਇਹ ਬਿਆਨ ਚਾਈਨਾ ਦਾ ਕੀ ਇਹ ਇੰਡੀਆ ਦੇ ਖਿਲਾਫ ਮੰਨਿਆ ਜਾਏ ਇਸ ਚੀਜ਼ ਨੂੰ ਕਿ ਮਿਲ ਬੈਠ ਕੇ ਹੱਲ ਕਰ ਲੈਣਾ ਚਾਹੀਦਾ, ਐਗਰੈਸ਼ਨ ਨਹੀਂ ਦਿਖਾਉਣਾ ਚਾਹੀਦਾ? ਇਹ ਹਮੇਸ਼ਾ ਚਾਈਨਾ ਦੀ ਜੀ ਪਾਲਿਸੀ ਰਹੀ, ਜਿਵੇਂ ਮਤਲਬ ਕਿ ਵੀ ਇਹ ਵੈਸੇ ਵੀ ਕਿਸੇ ਨੇਸ਼ਨ ਦੀ ਪਾਲਿਸੀ ਹੁੰਦੀ ਹੈ ਕਿ ਪੀਸਫੁਲ ਬੀਨਸ ਨਾਲ ਤੁਸੀਂ ਮਿਲ ਕੇ ਬੈਠ ਕੇ ਰਹੋ। ਮੇਰਾ ਖਿਆਲ ਇੰਡੀਆ ਦੇ ਅਗੇਂਸਟ ਨਹੀਂ ਇਹਨੂੰ ਲੈ ਸਕਦੇ, ਕਿਉਂਕਿ ਉਹਨੇ ਕਿਤੇ ਵੀ ਉਹਨੇ ਇਹ ਨਹੀਂ ਕਿਹਾ ਕਿ ਵੀ ਕੋਈ ਫੋਰਨ ਇੰਟਰਵੈਂਸ਼ਨ ਹੋਵੇ ਇੰਡੀਆ ਦੇ ਹੱਕ 'ਚ ਹੀ। ਨਹੀਂ, ਪਰ ਉਹਨੂੰ ਫੋਰਨ ਇੰਟਰਵੈਂਸ਼ਨ ਮੰਨਦੇ ਨਹੀਂ ਜਿਹੜਾ ਪੀਓਕੇ ਦੇ ਵਿੱਚੋਂ ਸੀਪੈਕ ਨਹੀਂ, ਹਿੰਦੁਸਤਾਨ ਤੇ ਪਾਕਿਸਤਾਨ ਇੰਡੀਆ ਇਹ ਕਹਿੰਦਾ ਹੈ ਕਿ ਵੀ ਕੋਈ ਅਮਰੀਕਾ ਜਾਂ ਰੂਸ ਬੈਠ ਕੇ ਨਹੀਂ ਸਾਡਾ ਫੈਸਲਾ ਕਰਾਵੇ, ਅਸੀਂ ਇੱਕ ਦੂਜੇ ਨਾਲ ਬਹਿ ਕੇ ਕਰਨਾ ਹੈ। ਸੋ ਉਸ ਹੱਦ ਤੱਕ ਚੀਨ ਜਿਹੜਾ ਹੈਗਾ, ਜਿਹੜਾ ਉਹਨੇ ਸਟੇਟਮੈਂਟ ਆ ਉਹਨਾਂ ਦੀ, ਉਹ ਲਾਰਜਲੀ ਇਹ ਹੈ ਕਿ ਹਾਂ ਵੀ ਤੁਸੀਂ ਆਪਦੇ ਬਾਇਲੇਟਰਲ ਟਾਕਸ ਨਾਲ ਇਹਨੂੰ ਨਜਿੱਠ ਲਓ। ਤਾਂ ਮੇਰਾ ਲਾਸਟ ਸਵਾਲ ਹੋਏਗਾ ਕਿ ਜੀਓ ਪੋਲਿਟਿਕਸ ਦੇ ਤਹਿਤ ਅਗਰ ਗੱਲ ਕਰੀਏ ਤਾਂ ਜੋ ਅੰਡਰ ਕਰੰਟਸ ਨੇ, ਜੋ ਜੀਓ ਪੋਲਿਟਿਕਸ ਦੇ ਅੰਡਰ ਕਰੰਟਸ ਨੇ, ਕਿਉਂਕਿ ਬਾਰ-ਬਾਰ ਇਹ ਗੱਲਾਂ ਚੱਲਦੀਆਂ ਕਿ ਥਰਡ ਵਰਲਡ ਵਾਰ ਦੀ ਗੱਲ ਚੱਲਦੀ ਹੈ, ਜੀਓ ਪੋਲਿਟਿਕਸ ਦੇ ਅੰਡਰ ਕਰੰਟਸ ਕੀ ਕਹਿੰਦੇ ਨੇ ਇਸ ਦੇ ਬਾਰੇ? ਵਾਰ ਪ੍ਰੈਡਿਕਟ ਕਰਨੀ ਬਹੁਤ ਮੁਸ਼ਕਿਲ ਹੁੰਦੀ ਹੈ ਨਾ। ਵਾਰ ਦੇ ਉੱਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਥਰਡ ਵਰਲਡ ਵਾਰ ਲੱਗ ਜੂਗੀ, ਬਿਕਾਜ਼ ਬਟ देयर आर ਸਾਈਨਸ ਦੁਨੀਆ ਬਹੁਤ ਹੈਗੀ ਆ। ਤੇ ਪਹਿਲੀਆਂ ਵੀ ਜਿਹੜੀਆਂ ਜੰਗਾਂ ਸੀਗੀਆਂ ਉਦੋਂ ਹਲੇ ਰਿਸਕਸ ਇਸ ਲੈਵਲ ਦੇ ਨਹੀਂ ਸੀਗੇ ਜਿਹੜੇ ਹੁਣ ਰਿਸਕਸ ਹੈਗੇ ਆ, ਕਿਉਂਕਿ ਹੁਣ ਤਾਂ ਦੁਨੀਆ ਖਤਮ ਹੋਣ ਤੱਕ ਦੇ ਚਾਂਸ ਹੈਗੇ ਆ ਜੇ ਵੈਪਨਸ ਚੱਲ ਗਏ ਤਾਂ। ਵੈਸੇ ਇਹ ਆ ਕਿ ਇਤਿਹਾਸ ਇਹ ਕਹਿੰਦਾ ਹੈ ਕਿ ਵੀ ਜਦੋਂ ਫਸਟ ਵਰਲਡ ਵਾਰ ਲੱਗੀ ਆ ਉਦੋਂ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਸੀਗੀਆਂ ਕਿ ਵੀ ਜੰਗ ਲੱਗਣੀ ਹੈ ਕਿ ਨਹੀਂ, ਤੇ ਇਹ ਕਿਹਾ ਜਾਂਦਾ ਸੀ ਵੀ ਹੁਣ 1000 ਸਾਲ ਜੰਗ ਨਹੀਂ ਲੱਗੂਗੀ ਤੇ ਹੁਣ ਤਾਂ ਸ਼ਾਂਤੀ, ਅਮਨ ਸ਼ਾਂਤੀ ਆ। ਇਹ ਹਲੇ ਕੋਈ ਜਿਵੇਂ ਆਪਣੇ ਵਰਗੇ ਗੱਲਾਂ ਹੀ ਕਰਦੇ ਸੀ ਜਾਂ ਹੋਰ ਵੀ ਕੰਟਰੀਜ਼ ਇਹ ਗੱਲਾਂ ਕਰਦੀਆਂ ਸੀ। ਤੇ ਆਰਕ ਡਿਊਕ ਫਰਡੀਨੈਂਡ ਦਾ ਸਰਬੀਆ 'ਚ ਕਤਲ ਹੁੰਦਾ ਤੇ ਉਹ ਸਾਰੇ ਇੱਕ ਦੂਜੇ ਨਾਲ ਲੜ ਪਏ ਹੋ ਗਿਆ। ਸੋ ਆਪਾਂ ਵੀ ਆਲਮੋਸਟ ਜਿਹੜਾ ਹੁਣ ਵੇਖੋ, ਜਦੋਂ ਨੈਂਸੀ ਪੈਲੋਸੀ ਉੱਥੋਂ ਦੀ ਆ ਕੇ ਲੰਘ ਰਹੀ ਆ, ਹਥਿਆਰ ਫਾਇਰ ਹੋ ਰਹੇ ਆ, ਉੱਤੋਂ ਦੀ ਟੱਪ ਰਹੇ ਆ, ਉਧਰੋਂ ਰੂਸ ਦੇ ਯੂਕਰੇਨ ਦੇ ਵਿੱਚ ਲੜ ਰਿਹਾ ਹੈ, ਹਿੰਦੁਸਤਾਨ ਜੱਫੋ ਜੱਫੀ ਹੋਇਆ ਪਿਆ ਚੀਨ ਨਾਲ। ਚੀਨ ਚਾਹੁੰਦਾ ਹੈ ਵੀ ਮੈਂ ਕਬਜ਼ਾ ਕਰ ਲਾਂ ਕੁਛ ਏਰੀਆਜ਼ ਤੇ, ਠੀਕ ਹੈ ਜੀ। ਪਾਕਿਸਤਾਨ ਹਿੰਦੁਸਤਾਨ ਦਾ ਚੱਕਰ, ਬੜਿਆਂ ਦਾ ਨਿੱਕੀਆਂ ਲੜਾਈਆਂ। ਸੋ ਵਨ ਮਿਸਟੇਕ, ਇੱਕ ਛੋਟੀ ਜਿਹੀ ਗਲਤੀ, ਠੀਕ ਹੈ, ਕਿਸੇ ਦੀ ਜਿਹੜੀ ਹੈਗੀ ਆ ਉਹ ਜੰਗ ਲਿਆ ਸਕਦੀ ਆ। ਬਟ ਐਟ ਸੇਮ ਟਾਈਮ ਹੁਣ ਪਿਛਲੇ ਸਮਿਆਂ ਦੇ ਵਿੱਚ ਦੁਨੀਆ ਨੇ ਬਹੁਤ ਉਹਨੂੰ ਐਸਕੇਲੇਸ਼ਨ ਮੈਟ੍ਰਿਕਸ ਤੇ ਰੋਕਣ ਦੇ ਤਰੀਕੇ ਵੀ ਲੱਭ ਲਏ ਆ। ਪਤਾ ਵੀ ਹੈ ਜੰਗਾਂ ਦਾ ਕੀ ਹੋਊਗਾ, ਸੋ ਜੰਗ ਹੋਣ ਦੇ ਚਾਂਸ ਘੱਟ ਆ। ਬਟ ਇਹ ਕਿਹਾ ਗਿਆ ਕਿ ਜਦੋਂ ਵੀ ਕਨਫਰੰਟਰੇਸ਼ਨ ਇਸ ਲੈਵਲ ਦੀ ਹੋ ਜੇ, ਠੀਕ ਹੈ ਜੀ, ਜਦੋਂ ਜਿਸ ਲੈਵਲ ਦੀ ਹੁਣ ਚੀਨ ਦੀ ਤੇ ਅਮਰੀਕਾ ਦੀ ਹੋਈ ਹੈ ਤਾਇਵਾਨ ਦੇ ਵਿੱਚ, ਜਾਂ ਤਾਇਵਾਨ ਦੀ ਤੇ ਚੀਨ ਦੀ ਹੋ ਗਈ ਆ, ਹੈ ਤਾਂ ਜੰਗ ਹਮੇਸ਼ਾ ਲੱਗਦੀ ਆ ਉੱਥੇ। ਇਹ ਇਤਿਹਾਸ ਕਹਿੰਦਾ ਆਪਣਾ, ਪਰ ਇਤਿਹਾਸ ਤੋਂ ਇਨਸਾਨ ਬਦਲਦਾ ਵੀ ਰਿਹਾ, ਇਹ ਨਹੀਂ ਕਿ ਕਿਤੇ ਨਹੀਂ ਰਿਹਾ। ਸੋ ਆਪਾਂ ਸਿਰਫ ਪ੍ਰੋਬੇਬਿਲਿਟੀਜ਼ ਕਹਿ ਸਕਦੇ ਹਾਂ ਕਿ ਜੰਗ ਹੋਊਗੀ ਕਿ ਨਹੀਂ ਹੋਊਗੀ। ਹਾਂ, ਜੰਗ ਤਾਂ ਚੀਨ ਤੇ ਅਮਰੀਕਾ ਦੀ ਚੱਲ ਰਹੀ ਆ। ਉਹਨੂੰ ਜੰਗ ਰੂਪ ਕੀ ਲੈਂਦੀ ਹੈ ਕਿ ਉਹ ਬਿਲਕੁਲ ਉਹ ਮਤਲਬ ਗ੍ਰੇ ਜ਼ੋਨ 'ਚ ਹੀ ਲੜੀ ਜਾਂਦੀ ਆ ਕਿ ਬਿਲਕੁਲ ਹੌਟ ਜੰਗ ਹੋ ਜਾਂਦੀ ਆ, ਹਥਿਆਰਬੰਦ ਜੰਗ ਹੋ ਜਾਂਦੀ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਵਰਲਡ ਵਾਰ ਤੱਕ ਜਾਣਗੇ, ਕਿਉਂਕਿ ਇਨਸਾਨ ਨੂੰ ਪਤਾ ਹੈ ਕਿ ਵੀ ਵਰਲਡ ਵਾਰ ਬਹੁਤ ਮਹਿੰਗੀ ਪਊਗੀ। ਵੱਧ ਤੋਂ ਵੱਧ ਕਿਸੇ ਟੈਕਟੀਕਲ ਨਿਊਕਲੀਅਰ ਵੈਪਨ ਕਿਸੇ ਸ਼ਹਿਰ ਤੇ ਡੇਗਿਆ ਜਾ ਸਕਦਾ, ਕਿਸੇ ਨੂੰ ਜੰਗ ਨੂੰ ਜਲਦੀ ਖਤਮ ਕਰਨ ਵਾਸਤੇ ਕੁਝ ਕੀਤਾ ਜਾ ਸਕਦਾ, ਤਾਂ ਉਹ ਆ। ਪਰ ਅਗਲੇ 20-30 ਸਾਲ ਇਨਸਾਨੀਅਤ ਵਾਸਤੇ, ਹਿਊਮੈਨਿਟੀ ਵਾਸਤੇ ਬਹੁਤ ਕ੍ਰਿਟੀਕਲ ਆ। ਉਦੋਂ ਬਾਅਦ ਵੇਖੋ ਇਨਸਾਨ ਕਿੱਥੇ। ਸ਼ੁਕਰੀਆ ਬਰਾੜ ਸਾਹਿਬ, ਬਹੁਤ-ਬਹੁਤ। ਸੋ ਗੱਲਬਾਤ ਕੀਤੀ ਹੈਗੀ ਹੈ ਚਾਈਨਾ ਔਰ ਤਾਈਵਾਨ ਦਾ ਜਿਹੜਾ ਮਸਲਾ ਭਖਿਆ ਹੋਇਆ। ਜੀਓਪੋਲਿਟੀਕਲ ਐਕਸਪਰਟ ਸਾਡੇ ਨਾਲ ਮੌਜੂਦ ਸੀ ਅਜੇਪਾਲ ਸਿੰਘ ਬਰਾੜ। ਬੜਾ ਵਿਸਥਾਰ ਸਹਿਤ ਉਹਨਾਂ ਨੇ ਵੱਖ-ਵੱਖ ਇਸ ਦੇ ਪਹਿਲੂਆਂ ਦੇ ਉੱਪਰ ਚਾਨਣਾ ਪਾਇਆ ਕਿ ਰਸ਼ੀਆ ਕੀ ਚਾਹੁੰਦਾ ਹੈ, ਯੂਐਸ ਕਿਸ ਤਰੀਕੇ ਦੇ ਨਾਲ ਜੋ ਦੂਸਰੇ ਮੁਲਕਾਂ ਦੀ, ਆਪਣੇ ਬਰਾਬਰ ਦੇ ਮੁਲਕਾਂ ਦੀ ਜਾਂ ਆਪਣੇ ਤੋਂ ਘੱਟ ਮੁਲਕਾਂ ਦੀ ਇਕੋਨਮੀ ਦੇ ਉੱਪਰ ਟਾਰਗੇਟ ਕਰਨ ਲਈ ਪਲੈਨਸ ਜਿਹੜੀਆਂ ਨੇ, ਨੀਤੀਆਂ ਬਣਦੀਆਂ ਨੇ, ਉਹ ਕਿਸ ਤਰੀਕੇ ਨਾਲ ਬਣਦੀਆਂ ਨੇ, ਔਰ ਇੰਡੀਆ ਜਿਹੜਾ ਹੈਗਾ ਉਹ ਕਿੱਥੇ ਖੜਦਾ ਹੈਗਾ ਇਸ ਪੂਰੇ ਸੰਦਰਭ ਦੇ ਵਿੱਚ। ਉਮੀਦ ਆ ਤੁਹਾਨੂੰ ਪਸੰਦ ਆਇਆ ਹੋਵੇਗਾ, ਔਰ ਅਗਲੀ ਵਾਰ ਕਿਸੇ ਹੋਰ ਨਵੇਂ ਟੌਪਿਕ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।